ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਸੋ ਪਰਮੇਸ਼ਰ ਦਾ ਬਹੁਤ ਧੰਨਵਾਦ ਕਿ ਅੱਜ ਪਰਮੇਸ਼ਰ ਨੇ ਇੱਕ ਵਾਰ ਫਿਰ ਆਪਾਂ ਨੂੰ ਸਮਾਂ ਦਿੱਤਾ ਕਿ ਆਪਾਂ ਉਸ ਪਰਮੇਸ਼ਰ ਦੇ ਵਚਨਾਂ ਦੇ ਵਿੱਚ ਸਾਂਝੇ ਹੋ ਸਕੀਏ। ਆਓ ਆਪਾਂ ਹਰ ਵਾਰ ਦੀ ਤਰ੍ਹਾਂ ਪਰਮੇਸ਼ਰ ਦੇ ਵਚਨ ਵਿੱਚੋਂ ਕੁਝ ਸਿੱਖਾਂਗੇ ਔਰ ਆਪਾਂ ਦੇਖਾਂਗੇ ਰਸੂਲਾਂ ਦੇ ਕਰਤੱਵ ਨਵੇਂ ਨਿਯਮ ਦੇ ਵਿੱਚ ਰਸੂਲਾਂ ਦੇ ਕਰਤੱਵ ਉਹਦਾ ਪੜ੍ਹਾਂਗੇ ਆਪਾਂ 17 ਅਧਿਆਏ। ਰਸੂਲਾਂ ਦੇ ਕਰਤੱਵ ਉਹਦਾ 17 ਅਧਿਆਏ ਆਪਾਂ ਪੜ੍ਹਾਂਗੇ ਉਹਦੇ 16 ਤੋਂ ਲੈ ਕੇ 23 ਤੱਕ। ਉੱਚੀ ਪੜ੍ਹਿਓ, ਸ਼ਾਂਤੀ ਨਾਲ ਪੜ੍ਹੋ ਤਾਂ ਕਿ ਸੁਣਨ ਵਾਲਿਆਂ ਨੂੰ ਸਮਝ ਆਏ। ਜਦੋਂ ਪੌਲੁਸ ਅਥੇਨੇ ਵਿੱਚ ਉਹਨਾਂ ਦੀ ਉਡੀਕ ਕਰਦਾ ਸੀ ਤਾਂ ਸ਼ਹਿਰ ਨੂੰ ਮੂਰਤਾਂ ਨਾਲ ਭਰਿਆ ਹੋਇਆ ਵੇਖ ਕੇ ਉਹਦਾ ਜੀ ਜਲ ਗਿਆ। ਇਸ ਲਈ ਉਹ ਸਮਾਜ ਵਿੱਚ ਯਹੂਦੀਆਂ ਅਤੇ ਭਗਤ ਲੋਕਾਂ ਦੇ ਨਾਲ ਅਤੇ ਰੋਜ਼ ਬਾਜ਼ਾਰ ਵਿੱਚ ਉਹਨਾਂ ਨਾਲ ਜੋ ਉਸ ਨੂੰ ਮਿਲਦੇ ਸਨ ਗਿਆਨ ਗੋਸ਼ਟ ਕਰਦਾ ਸੀ। ਅਪੇਕੂਰੀ ਅਤੇ ਸਤੋਇਕੀ ਪੰਡਤਾਂ ਵਿੱਚੋਂ ਵੀ ਕਈ ਕੁ ਉਸ ਨਾਲ ਟੱਕਰਨ ਲੱਗੇ ਅਤੇ ਕਈਆਂ ਨੇ ਆਖਿਆ ਜੋ ਇਹ ਬਕਵਾਦੀ ਕੀ ਕਹਿਣਾ ਚਾਹੁੰਦਾ ਹੈ। ਕਈ ਬੋਲੇ ਜੋ ਇਹ ਤਾਂ ਪ੍ਰਾਏ ਦੇਵਤਿਆਂ ਦਾ ਦੱਸਣ ਵਾਲਾ ਮਾਲੂਮ ਹੁੰਦਾ ਹੈ, ਕਿਉਂ ਜੋ ਉਹ ਯੀਸ਼ੂ ਦੀ ਹਰ ਕਿਆਮਤ ਦੀ ਖੁਸ਼ਖਬਰੀ ਸੁਣਾਉਂਦਾ ਸੀ। ਉਹ ਉਸ ਨੂੰ ਫੜ ਕੇ ਅਰਿਯੋਪਗੁਸ ਉੱਤੇ ਲੈ ਗਏ ਪਰ ਬੋਲੇ ਕਿ ਅਸੀਂ ਪੁੱਛ ਸਕਦੇ ਹਾਂ ਭਾਈ, ਉਹ ਨਵੀਂ ਸਿੱਖਿਆ ਜੋ ਤੂੰ ਦਿੰਦਾ ਹੈ ਕੀ ਹੈ? ਤੂੰ ਤਾਂ ਸਾਡੇ ਕੰਨੀ ਅਨੋਖੀਆਂ ਗੱਲਾਂ ਪਾਉਂਦਾ ਹੈ, ਸੋ ਅਸੀਂ ਉਹਨਾਂ ਦਾ ਅਰਥ ਜਾਣਿਆ ਚਾਹੁੰਦੇ ਹਾਂ। ਸਾਰੇ ਅਥੇਨੀ ਲੋਕ ਅਤੇ ਜਿਹੜੇ ਪਰਦੇਸੀ ਉੱਥੇ ਰਹਿੰਦੇ ਸਨ ਨਵੀਆਂ ਗੱਲਾਂ ਸੁਣਨ ਅਥਵਾ ਸੁਣਾਉਣ ਤੋਂ ਬਿਨਾਂ ਆਪਣਾ ਵੇਲਾ ਹੋਰ ਕਿਸੇ ਕੰਮ ਵਿੱਚ ਨਹੀਂ ਕੱਟਦੇ ਸਨ। ਸੋ ਪੌਲੁਸ ਯੂਪਗੁਸ ਦੇ ਵਿੱਚ ਖੜਾ ਹੋ ਕੇ ਕਹਿਣ ਲੱਗਾ, ਹੇ ਅਥੇਨੀਓ, ਮੈਂ ਤੁਹਾਨੂੰ ਹਰ ਤਰ੍ਹਾਂ ਨਾਲ ਵੱਡੇ ਪੂਜਣ ਵਾਲੇ ਵੇਖਦਾ ਹਾਂ। ਕਿਉਂ ਜੋ ਮੈਂ ਤੁਰਦੇ ਫਿਰਦੇ ਅਤੇ ਤੁਹਾਡੇ ਠਾਕਰਾਂ ਉੱਤੇ ਨਿਗਾਹ ਮਾਰਦਿਆਂ ਇੱਕ ਵੇਦੀ ਵੀ ਦੇਖੀ ਜਿਹਦੇ ਉੱਤੇ ਇਹ ਲਿਖਿਆ ਹੋਇਆ ਸੀ, ਅਣਜਾਤੇ ਦੇਵ ਲਈ ਉਪਰੰਤ ਜਿਹਨੂੰ ਤੁਸੀਂ ਬਿਨ ਜਾਣੇ ਪੂਜਦੇ ਹੋ, ਮੈਂ ਤੁਹਾਨੂੰ ਉਸੇ ਦੀ ਖਬਰ ਦਿੰਦਾ ਹਾਂ। ਉਹ ਪਰਮੇਸ਼ਰ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦਾ ਬਹੁਤ ਧੰਨਵਾਦ ਪਰਮੇਸ਼ਰ ਦਾ ਇਹ ਵਚਨਾਂ ਦੇ ਲਈ ਜੋ ਵਚਨ ਆਪਾਂ ਬਾਈਬਲ ਦੇ ਵਿੱਚੋਂ ਪੜ੍ਹਿਆ। ਆਪਾਂ ਪੜ੍ਹਿਆ ਰਸੂਲਾਂ ਦਾ ਕਰਤੱਵ ਉਹਦੇ 17 ਦੇ ਆਏ ਉਹਦੇ 16 ਤੋਂ ਲੈ ਕੇ 23 ਤੱਕ, ਕਿਉਂਕਿ ਇਹ ਪਰਮੇਸ਼ਰ ਦੇ ਵਚਨ ਉਹ ਪਰਮੇਸ਼ਰ ਦੇ ਆਤਮਾ ਦੁਆਰਾ ਲਿਖਾਏ ਗਏ ਨੇ। ਪਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਆਕਾਸ਼ ਧਰਤੀ ਟਲ ਜਾਏਗਾ ਪਰ ਮੇਰਾ ਵਚਨ ਕਦੇ ਵੀ ਨਹੀਂ ਟਲੇਗਾ, ਕਿਉਂਕਿ ਜੋ ਪਰਮੇਸ਼ਰ ਦੇ ਵਚਨ ਨੇ ਉਹ ਸਾਮਰਥੀ ਵਚਨ ਨੇ। ਪਰ ਪਰਮੇਸ਼ਰ ਦੇ ਵਚਨ ਜਦ ਇਨਸਾਨ ਸੁਣਦਾ ਗਾ ਤਾਂ ਉਹਦੇ ਜੀਵਨ ਦੇ ਵਿੱਚ ਕੀ ਆਉਂਦੀ ਹੈ? ਆਸ਼ੀਸ਼ ਆਉਂਦੀ ਹੈ। ਪਰ ਪਰਮੇਸ਼ਰ ਦੇ ਵਚਨ ਸੁਣਨ ਦੇ ਨਾਲ ਇਨਸਾਨ ਨੂੰ ਕੀ ਮਿਲਦੀ ਹੈ? ਉਹ ਤਾਂ ਸ਼ਾਂਤੀ ਮਿਲਦੀ ਹੈ। ਅਰਥ ਦੇ ਵਿੱਚ ਜੋ ਪਰਮੇਸ਼ਰ ਦੇ ਵਚਨ ਨੇ, ਪਰਮੇਸ਼ਰ ਆਪਣੇ ਵਚਨਾਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਦੇ ਨੇ, ਬਹੁਤ ਹੀ ਜ਼ਿਆਦਾ ਅਹਿਮੀਅਤ ਦਿੰਦੇ ਨੇ। ਔਰ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਨੇ ਕਿ ਬਾਈਬਲ ਦੇ ਵਿੱਚ ਜੋ ਵੀ ਲਿਖਿਆ ਗਾ ਉਹਦੇ ਵਿੱਚ ਇੱਕ ਲਿਖਿਆ ਹੋਇਆ ਬਿੰਦੂ ਵੀ ਨਹੀਂ ਮਿਟ ਸਕਦਾ। ਮਤਲਬ ਜੋ ਕੁਝ ਪਰਮੇਸ਼ਰ ਨੇ ਲਿਖ ਕੇ ਦਿੱਤਾ ਗਾ ਉਹ ਇਨਸਾਨ ਦੇ ਲਈ ਪੂਰਾ ਹੀ ਹੈ। ਪਰ ਨਾ ਹੀ ਪਰਮੇਸ਼ਰ ਨੇ ਕੁਝ ਘੱਟ ਲਿਖਿਆ ਗਾ ਪਰ ਨਾ ਹੀ ਪਰਮੇਸ਼ਰ ਨੇ ਕੁਝ ਵੱਧ ਲਿਖਿਆ ਗਾ। ਇਹਦਾ ਮਤਲਬ ਜਿੰਨਾ ਕੁਝ ਪਰਮੇਸ਼ਰ ਨੇ ਲਿਖਿਆ ਗਾ ਉਹ ਸਾਰਾ ਕੁਝ ਬਾਈਬਲ ਦੇ ਵਿੱਚ ਜੋ ਲਿਖਿਆ ਗਾ ਉਹ ਪੂਰਾ ਹੋਣ ਵਾਲਾ ਗਾ, ਉਹ ਬਹੁਤ ਹੀ ਜਲਦੀ ਪੂਰਾ ਹੋਣ ਵਾਲਾ ਗਾ। ਔਰ ਦੇਖੋ ਹੁਣ ਜੋ ਸਮਾਂ ਚੱਲ ਰਿਹਾ ਗਾ, ਜ਼ਿਆਦਾਤਰ ਜਿਵੇਂ ਹੁਣ ਚੱਲ ਰਹੀ ਹੈ ਇੱਕ ਸਮੱਸਿਆ ਚੱਲ ਰਹੀ ਹੈ ਪੂਰੇ ਵਰਲਡ ਵਿੱਚ, ਕਰੋਨਾ ਵਾਇਰਸ। ਹੁਣ ਦੇਖੋ ਇਹ ਗੱਲ ਤਾਂ ਕੁਝ ਸਮੇਂ ਪਹਿਲਾਂ ਲੋਕਾਂ ਨੂੰ ਪਤਾ ਲੱਗੀ ਕਿ ਇਹ ਸਮੱਸਿਆ ਆ ਚੁੱਕੀ ਹੈ। ਇਹ ਕੋਈ ਕਰੋਨਾ ਨਾਮ ਦੀ ਬਿਮਾਰੀ ਹੈ ਜੋ ਵਾਇਰਸ ਹੈ, ਮਤਲਬ ਜੋ ਲੋਕ ਕਹਿੰਦੇ ਨੇ ਕਿ ਉਹ ਕਿੱਥੋਂ ਆਇਆ ਗਾ? ਚੀਨ ਦੇ ਵਿੱਚੋਂ। ਲੇਕਿਨ ਸਹੀ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਇਹ ਗੱਲਾਂ ਦਾ ਪਰਮੇਸ਼ਰ ਨੇ ਬਹੁਤ ਪਹਿਲਾਂ ਪਰਮੇਸ਼ਰ ਨੇ ਆਪਣੇ ਦਾਸ ਮੂਸਾ ਦੇ ਦੁਆਰਾ ਲਿਖਾ ਦਿੱਤੀਆਂ ਸੀ। ਅਗਰ ਕੋਈ ਵੀ ਇਨਸਾਨ ਵਿਵਸਥਾ ਸਾਰ ਉਹਦਾ 28 ਅਧਿਆਇ ਪੜ੍ਹੇ ਤਾਂ ਉੱਥੇ ਸਾਰੀਆਂ ਗੱਲਾਂ ਇਨਸਾਨ ਨੂੰ ਲਿਖੀਆਂ ਹੋਈਆਂ ਮਿਲਣਗੀਆਂ, ਕਿਉਂਕਿ ਪਰਮੇਸ਼ਰ ਨੇ ਇਹ ਗੱਲਾਂ ਬਹੁਤ ਪਹਿਲਾਂ ਇਹ ਗੱਲਾਂ ਲਿਖ ਕੇ ਦਿੱਤੀਆਂ ਸੀ ਇਨਸਾਨ ਨੂੰ। ਕਿਉਂਕਿ ਜਿੰਨੇ ਵੀ ਮਤਲਬ ਬਿਮਾਰੀਆਂ ਨੇ, ਜਿੰਨੇ ਵੀ ਰੋਗ ਨੇ ਔਰ ਜੋ ਵੀ ਸਮੱਸਿਆ ਗਈ ਉਹ ਇਨਸਾਨ ਦੇ ਜੀਵਨ ਦੇ ਵਿੱਚ ਜ਼ਿਆਦਾ ਆਉਂਦੀ ਹੈ ਤਾਂ ਉਹਦਾ ਇੱਕ ਹੀ ਕਾਰਨ ਹੈ ਕਿ ਉਹਦੇ ਜੀਵਨ ਦੇ ਵਿੱਚ ਅਨਾਗਿਆਕਾਰੀ ਹੈ। ਇਸ ਲਈ ਕੀ ਹੈ, ਉਹ ਇਨਸਾਨ ਦੇ ਜੀਵਨ ਦੇ ਵਿੱਚ ਸਮੱਸਿਆ ਬਿਮਾਰੀ ਬਣ ਕੇ ਜਾਂ ਤਾਂ ਕੋਈ ਸ਼ਰਾਪ ਬਣ ਕੇ ਉਹ ਇਨਸਾਨ ਦੇ ਜੀਵਨ ਦੇ ਵਿੱਚ ਆ ਜਾਂਦੀ ਹੈ। ਕਹਿਣ ਦਾ ਮਤਲਬ ਕੀ ਕਿ ਸਾਡੇ ਪਰਮੇਸ਼ਵਰ ਨਹੀਂ ਚਾਹੁੰਦੇ ਕੋਈ ਵੀ ਇਨਸਾਨ ਸ਼ਰਾਪ ਵਿੱਚ ਰਹੇ। ਸਾਡੇ ਪਰਮੇਸ਼ਵਰ ਨਹੀਂ ਚਾਹੁੰਦੇ ਕਿ ਕੋਈ ਵੀ ਇਨਸਾਨ ਉਹ ਕਿਸੇ ਦੁੱਖ ਦੇ ਵਿੱਚ ਰਹੇ ਜਾਂ ਕਿਸੇ ਐਸੀ ਸਮੱਸਿਆ ਵਿੱਚ ਰਹੇ ਜਾਂ ਐਸੀ ਬਿਮਾਰੀ ਦੇ ਵਿੱਚ ਰਹੇ।
ਲੇਕਿਨ ਸਾਡੇ ਪਰਮੇਸ਼ਵਰ ਕੀ ਚਾਹੁੰਦੇ ਨੇ ਕਿ ਇਨਸਾਨ ਨੂੰ ਜੀਵਨ ਮਿਲੇ। ਇਨਸਾਨ ਨੂੰ ਕੀ ਮਿਲੇ? ਉਹ ਤਾਂ ਸ਼ਾਂਤੀ ਮਿਲੇ। ਇਨਸਾਨ ਦੇ ਜੀਵਨ ਦੇ ਵਿੱਚ ਕੀ ਆਏ? ਉਹ ਤਾਂ ਪਰਮੇਸ਼ਵਰ ਦੀ ਆਸੀਸ ਆਏ। ਲੇਕਿਨ ਇਹ ਆਸੀਸ, ਇਹ ਪਰਮੇਸ਼ਵਰ ਵੱਲੋਂ ਜੀਵਨ ਔਰ ਇਹ ਸ਼ਾਂਤੀ ਇਨਸਾਨ ਨੂੰ ਮਿਲਦਾ ਕਦੋਂ ਹੈ? ਕਿਉਂਕਿ ਜਦ ਇਨਸਾਨ ਪਰਮੇਸ਼ਵਰ ਦੇ ਵਚਨਾਂ ਨੂੰ ਸੁਣਦਾ ਗਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਜਦ ਇਨਸਾਨ ਪਰਮੇਸ਼ਵਰ ਦੇ ਵਚਨਾਂ ਨੂੰ ਸੁਣਦਾ ਗਾ। ਕਿਉਂਕਿ ਜੋ ਪਰਮੇਸ਼ਵਰ ਦੇ ਵਚਨ ਨੇ ਉਹ ਕਿਸ ਤਰ੍ਹਾਂ ਦੇ ਨੇ? ਬਾਈਬਲ ਦੇ ਵਿੱਚ ਲਿਖਿਆ ਕੋ ਪਰਮੇਸ਼ਵਰ ਦਾ ਵਚਨ ਕੀ ਹੈ? ਉਹ ਤਾਂ ਦੁੱਧ ਦੇ ਸਮਾਨ ਹੈ। ਇਹ ਆਪਾਂ ਪੜਾਂਗੇ ਵਚਨ ਦੇ ਵਿੱਚ, ਉਹਦਾ ਪਹਿਲਾ ਕੁਰਿੰਥੀਆਂ 3 ਅਧਿਆਏ, ਪਹਿਲਾ ਕੁਰਿੰਥੀਆਂ 3 ਅਧਿਆਏ ਪੜੋ ਤੁਸੀਂ ਉਹਦਾ 2 ਵਚਨ। ਮੈਂ ਤੁਹਾਨੂੰ ਦੁੱਧ ਪਿਆਇਆ, ਅੰਨ ਨਹੀਂ ਖਵਾਇਆ, ਕਿਉਂ ਜੋ ਅਜੇ ਤੁਸੀਂ ਉਹਦੇ ਜੋਗੇ ਨਹੀਂ ਸੋ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਪਰਮੇਸ਼ਵਰ ਦਾ ਦਾਸ ਕੀ ਕਹਿੰਦਾਗਾ ਕਿ ਮੈਂ ਤੁਹਾਨੂੰ ਕੀ ਕਰਿਆਗਾ? ਦੁੱਧ ਪਿਆਇਆਗਾ। ਦੁੱਧ ਪਿਆਇਆ ਮਤਲਬ ਕੀ? ਜਿਵੇਂ ਇਨਸਾਨ ਕੋਈ ਦੁੱਧ ਖਰੀਦਦਾ ਬਾਜ਼ਾਰ ਦੇ ਵਿੱਚੋਂ ਜਾਂ ਕਿਸੇ ਦੇ ਘਰੋਂ ਦੁੱਧ ਖਰੀਦਦਾਗਾ, ਪਰਮੇਸ਼ਵਰ ਦਾ ਦਾਸ ਉਸ ਦੁੱਧ ਦੀ ਗੱਲ ਨਹੀਂ ਕਰਦੇ। ਪਰਮੇਸ਼ਵਰ ਦੇ ਦਾਸ ਕੀ ਗੱਲ ਕਰਦੇ ਨੇ? ਇਸ ਵਚਨ ਦੀ ਗੱਲ ਕਰਦੇ ਨੇ ਕਿ ਵਚਨ ਹੈ ਜੋ ਇਹ ਕੀ ਹੈ? ਇੱਕ ਦੁੱਧ ਦੇ ਸਮਾਨ ਹੈ। ਪਰਮੇਸ਼ਵਰ ਦਾ ਵਚਨ ਕੀ ਹੈ? ਉਹ ਤਾਂ ਦੁੱਧ ਦੇ ਸਮਾਨ ਹੈ। ਔਰ ਜੋ ਪਰਮੇਸ਼ਵਰ ਦਾ ਦਾਸ ਕਹਿੰਦਾਗਾ ਮੈਂ ਤੁਹਾਨੂੰ ਇਹ ਦੁੱਧ ਪਿਆਇਆਗਾ, ਇਹਦਾ ਮਤਲਬ ਕਿ ਜੋ ਦੁੱਧ ਹੈ ਉਹ ਕਿਹਦੇ ਲਈ ਹੁੰਦਾਗਾ? ਉਹ ਤਾਂ ਛੋਟੇ ਬੱਚੇ ਲਈ ਹੁੰਦਾਗਾ। ਛੋਟਾ ਬੱਚਾ ਜਦ ਇਸ ਧਰਤੀ ਉੱਪਰ ਆਉਂਦਾਗਾ ਤਾਂ ਉਸ ਨੂੰ ਕੀ ਪਿਲਾਇਆ ਜਾਂਦਾਗਾ? ਉਸ ਨੂੰ ਦੁੱਧ ਮਿਲਦਾਗਾ। ਔਰ ਉਸ ਤੋਂ ਬਾਅਦ ਅਗਰ ਛੋਟਾ ਬੱਚਾ ਥੋੜਾ ਜਵਾਨ ਹੋ ਜਾਏ ਤਾਂ ਉਸ ਨੂੰ ਫਿਰ ਦੁੱਧ ਦੇ ਵਿੱਚ ਜਾਂ ਚਾਹ ਦੇ ਵਿੱਚ ਬਿਸਕੁਟ ਵਗੈਰਾ ਜਾਂ ਡਬਲ ਰੋਟੀ ਉਸ ਨੂੰ ਦਿੱਤੀ ਜਾਂਦੀ ਹੈ। ਲੇਕਿਨ ਸਹੀ ਦੇ ਵਿੱਚ ਜੋ ਪਰਮੇਸ਼ਵਰ ਦਾ ਵਚਨ ਹੈ ਉਹ ਕੀ ਕਹਿੰਦਾਗਾ ਕਿ ਜੋ ਵਚਨ ਹੈ ਉਹ ਕੈਸਾਗਾ? ਉਹਦਾ ਦੁੱਧ ਦੇ ਸਮਾਨ ਹੈ। ਇਹਦਾ ਮਤਲਬ ਕਿ ਜਦ ਕੋਈ ਇਨਸਾਨ ਮਸੀਹ ਦੇ ਉੱਪਰ ਵਿਸ਼ਵਾਸ ਕਰਦਾਗਾ ਔਰ ਜਦ ਕੋਈ ਇਨਸਾਨ ਮਸੀਹ ਦੇ ਵਿੱਚ ਨਵਾਂ ਆਉਂਦਾਗਾ ਤਾਂ ਉਹਨੂੰ ਕੀ ਮਿਲਣਾ ਚਾਹੀਦਾਗਾ? ਉਸ ਨੂੰ ਤਾਂ ਦੁੱਧ ਮਿਲਦਾਗਾ। ਔਰ ਦੁੱਧ ਕਿਹਦੇ ਲਈ? ਉਹ ਤਾਂ ਜੋ ਇਨਸਾਨ ਪ੍ਰਭੂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਦਾਗਾ। ਔਰ ਫਿਰ ਨਾਲ ਕੀ ਲਿਖਿਆ ਉਹਦੇ? ਕਿ ਮੈਂ ਤੁਹਾਨੂੰ ਦੁੱਧ ਪਿਆਇਆਗਾ, ਅੰਨ ਨਹੀਂ ਖਵਾਇਆ। ਇਹਦਾ ਮਤਲਬ ਕਿ ਜੋ ਵਚਨ ਹੈ ਪਰਮੇਸ਼ਵਰ ਦਾ ਉਹ ਕੈਸਾਗਾ? ਉਹ ਤਾਂ ਅੰਨ ਦੇ ਸਮਾਨ ਹੈ। ਅੰਨ ਕਿਹਦੇ ਲਈ ਹੁੰਦਾਗਾ? ਅੰਨ ਤਾਂ ਜੋ ਜਵਾਨ ਹੋ ਚੁੱਕਿਆ ਉਹਦੇ ਲਈ ਹੁੰਦਾਗਾ। ਹੁਣ ਦੇਖੋ ਜਦੋਂ ਬੱਚਾ ਥੋੜਾ ਜਵਾਨ ਹੋ ਜਾਂਦਾਗਾ ਤਾਂ ਉਸ ਨੂੰ ਕੀ ਕਹਿੰਦੇ ਨੇ? ਹੁਣ ਇਸ ਨੂੰ ਤੁਸੀਂ ਸਬਜ਼ੀ ਦੇ ਨਾਲ ਕੀ ਹੈ? ਰੋਟੀ ਦਿਓ ਇਹਨੂੰ, ਥੋੜੀ ਥੋੜੀ ਬੁਰਕੀ ਇਹਦੇ ਮੂੰਹ ਦੇ ਵਿੱਚ ਪਾਇਆ ਕਰੋ। ਹੁਣ ਜਦ ਛੋਟਾ ਬੱਚਾ ਲਗਾਤਾਰ ਦੁੱਧ ਪੀਂਦਾ ਹੋਵੇ ਉਸ ਤੋਂ ਬਾਅਦ ਉਸਨੂੰ ਥੋੜਾ ਜਿਹਾ ਮਤਲਬ ਜੋ ਸਖਤ ਭੋਜਨ ਹੈ ਉਹ ਦਿਓ ਤਾਂ ਬੱਚੇ ਨੂੰ ਕੀ ਹੁੰਦਾਗਾ? ਥੋੜਾ ਮੁਸ਼ਕਲ ਲੱਗਦਾਗਾ। ਥੋੜਾ ਉਸ ਨੂੰ ਮੁਸ਼ਕਲ ਲੱਗਦਾ, ਪਚਾਉਣ ਦੇ ਵਿੱਚ ਮੁਸ਼ਕਲ ਲੱਗਦਾਗਾ, ਉਸ ਨੂੰ ਖਾਣ ਦੇ ਵਿੱਚ ਇੰਨਾ ਉਹ ਥੋੜਾ ਮੁਸ਼ਕਲ ਨਾ ਹੁੰਦੀ ਹੋਵੇ ਕਿਉਂਕਿ ਉਸ ਨੂੰ ਪੋਲਾ ਕੀਤਾ ਜਾਂਦਾਗਾ, ਉਸ ਨੂੰ ਨਰਮ ਕੀਤਾ ਜਾਂਦਾਗਾ। ਜਦ ਬੱਚੇ ਦੇ ਪੇਟ ਵਿੱਚ ਜਾਂਦਾਗਾ ਤਾਂ ਉਸ ਨੂੰ ਥੋੜਾ ਹੌਸਲਾ ਮਿਲਦਾਗਾ। ਕਹਿਣ ਦਾ ਮਤਲਬ ਕਿ ਜੋ ਪਰਮੇਸ਼ਵਰ ਦਾ ਵਚਨ ਹੈ ਉਹ ਕੈਸਾਗਾ? ਉਹ ਤਾਂ ਦੁੱਧ ਦੇ ਸਮਾਨ ਹੈ। ਉਹ ਕੈਸਾਗਾ? ਉਹ ਤਾਂ ਅੰਨ ਦੇ ਸਮਾਨ ਹੈ। ਔਰ ਸਹੀ ਦੇ ਵਿੱਚ ਦੁੱਧ ਔਰ ਅੰਨ ਇਹ ਕਿਹਦੇ ਲਈ ਹੈ? ਇਹ ਤਾਂ ਇਨਸਾਨ ਦੇ ਲਈ ਹੈ। ਲੇਕਿਨ ਅੱਜ ਤੱਕ ਜ਼ਿਆਦਾਤਰ ਕੀ ਹੋਇਆ ਪਿਆ ਕਿ ਲੋਕਾਂ ਨੂੰ ਅੱਜ ਦੁੱਧ ਹੀ ਚਾਹੀਦਾਗਾ। ਅੱਜ ਇਨਸਾਨ ਨੂੰ ਕੀ ਹੈ? ਉਹ ਤਾਂ ਦੁੱਧ ਹੀ ਚਾਹੀਦਾਗਾ। ਕਿਉਂਕਿ ਲਿਖਿਆ ਬਾਈਬਲ ਦੇ ਵਿੱਚ ਕਿ ਜੋ ਪਰਮੇਸ਼ਵਰ ਦਾ ਵਚਨ ਹੈ ਉਹ ਕੈਸਾਗਾ? ਉਹ ਤਾਂ ਸ਼ਹਿਦ ਦੇ ਸਮਾਨ ਹੈ, ਸ਼ਹਿਦ ਦੇ ਸਮਾਨ। ਔਰ ਪੜੋ ਜ਼ਬੂਰ ਉਹਦਾ 19 ਅਧਿਆਏ, ਜ਼ਬੂਰ ਉਹਦਾ 19 ਅਧਿਆਏ ਉਹਦਾ 10 ਵਚਨ ਪੜੋ। ਉਹ ਸੋਨੇ ਨਾਲੋਂ ਸਗੋਂ ਬਹੁਤ ਸੁੰਦਰ ਸੋਨੇ ਨਾਲੋਂ ਮਨ ਭਾਉਂਦੇ ਹਨ। ਦੇਖੋ ਪਰਮੇਸ਼ਵਰ ਦਾ ਵਚਨ ਕੈਸਾਗਾ? ਉਹ ਤਾਂ ਸੋਨੇ ਵਰਗਾ ਹੈਗਾ, ਮਤਲਬ ਸੋਨੇ ਨਾਲੋਂ ਵੀ ਜ਼ਿਆਦਾ ਕੀਮਤੀ ਹੈ। ਹੁਣ ਦੇਖੋ ਜਿਸ ਇਨਸਾਨ ਨੂੰ ਪਰਮੇਸ਼ਵਰ ਦੇ ਵਚਨ ਮਿਲ ਗਏ, ਜਿਹੜਾ ਇਨਸਾਨ ਪਰਮੇਸ਼ਵਰ ਦੇ ਵਚਨਾਂ ਨੂੰ ਜਾਣ ਚੁੱਕਿਆਗਾ ਉਹ ਕੀ ਕਰਦਾਗਾ? ਪਰਮੇਸ਼ਵਰ ਦੇ ਵਚਨ ਦੀ ਕਦਰ ਕਰਦਾਗਾ। ਪਰਮੇਸ਼ਵਰ ਦੇ ਵਚਨਾਂ ਨੂੰ ਕੀ ਹੈ? ਉਹ ਤਾਂ ਸੰਭਾਲ ਕੇ ਰੱਖਦਾਗਾ। ਅੱਜ ਦੇਖੋ ਇਸ ਸੰਸਾਰ ਦੇ ਵਿੱਚ ਕੀ ਹੈ? ਇਨਸਾਨ ਦੇ ਕੋਲ ਸੋਨਾ, ਔਰ ਸੋਨੇ ਨੂੰ ਲੋਕ ਕੀ ਮੰਨਦੇ ਨੇ? ਸਭ ਤੋਂ ਜ਼ਿਆਦਾ ਕੀਮਤੀ ਮੰਨਦੇ ਨੇ। ਜਿਸ ਇਨਸਾਨ ਦੇ ਕੋਲ ਸੋਨਾਗਾ ਤਾਂ ਉਸ ਦੀ ਕਿੰਨੀ ਕਦਰ ਕਰਦਾਗਾ, ਕਿੰਨੀ ਸੰਭਾਲ ਰੱਖਦਾਗਾ। ਮਤਲਬ ਉਹ ਆਪਣੇ ਸੋਨੇ ਨੂੰ ਬਹੁਤ ਹੀ ਬਚਾ ਕੇ ਰੱਖਦਾਗਾ। ਇੱਕ ਵਾਰ ਫਿਰ ਪੜੋ। ਉਹ ਸੋਨੇ ਨਾਲੋਂ ਸਗੋਂ ਬਹੁਤ ਕੁੰਦਨ ਸੋਨੇ ਨਾਲੋਂ ਮਨ ਭਾਉਂਦੇ ਹਨ। ਦੇਖੋ ਪਰਮੇਸ਼ਵਰ ਦੇ ਵਚਨ ਤਾਂ ਕੁੰਦਨ ਸੋਨੇ ਨਾਲੋਂ ਵੀ ਬਹੁਤ ਚੰਗੇ ਨੇ। ਪਰਮੇਸ਼ਵਰ ਦੇ ਵਚਨ ਕੁੰਦਨ ਸੋਨੇ ਨਾਲੋਂ ਵੀ ਮਨ ਭਾਉਂਦੇ ਨੇ। ਫਿਰ ਕੀ ਲਿਖਿਆ ਜੀ? ਅਤੇ ਸ਼ਹਿਦ ਅਤੇ ਮੱਖੀਰ ਦੇ ਚੋਇਆਂ ਨਾਲੋਂ ਵੀ ਮਿੱਠੇ ਹਨ। ਸ਼ਹਿਦ ਮਤਲਬ ਕੀ? ਜਿਹਨੂੰ ਮਧੂ ਕਹਿੰਦੇ ਨੇ, ਜਿਹਨੂੰ ਮਖਿਆਲ ਕਹਿੰਦੇ ਨੇ। ਸ਼ਹਿਦ ਨਾਲੋਂ ਵੀ ਕੀ ਨੇ? ਬਹੁਤ ਜ਼ਿਆਦਾ ਮਿੱਠੇ ਨੇ।
ਹੁਣ ਦੇਖੋ ਪਰਮੇਸ਼ਵਰ ਦੇ ਵਚਨ ਕੈਸੇ ਨੇ। ਸੋਨੇ ਨਾਲੋਂ ਕੀ ਹੈ? ਬੇਸ਼ਕੀਮਤੀ। ਸੋਨੇ ਦੀ ਕੀਮਤ ਪੈ ਸਕਦੀ ਹੈ, ਲੇਕਿਨ ਜੋ ਇਨਸਾਨ ਪਰਮੇਸ਼ਵਰ ਦੇ ਵਚਨਾਂ ਨੂੰ ਜਾਣਦਾ ਗਾ, ਔਰ ਜੋ ਇਨਸਾਨ ਪਰਮੇਸ਼ਵਰ ਦੇ ਵਚਨਾਂ ਦੀ ਸੱਚਾਈ ਨੂੰ ਜਾਣ ਚੁੱਕਿਆ ਗਾ, ਤੇ ਉਹਦੇ ਲਈ ਸੋਨਾ ਵੀ ਕੋਈ ਪਰਮੇਸ਼ਵਰ ਦੇ ਵਚਨ ਦੇ ਸਾਹਮਣੇ ਕੀਮਤੀ ਨਹੀਂ ਹੈ। ਲੇਕਿਨ ਉਹਦੇ ਲਈ ਕੀਮਤੀ ਕੀ ਹੈ? ਉਹਦੇ ਲਈ ਕੀਮਤੀ ਤਾਂ ਪਰਮੇਸ਼ਵਰ ਦੇ ਵਚਨ ਨੇ, ਪਰਮੇਸ਼ਵਰ ਦੇ ਵਚਨਾਂ ਦੀ ਆਗਿਆਕਾਰੀ ਹੈ। ਕਿਉਂਕਿ ਉਹ ਇਨਸਾਨ ਨੂੰ ਪਤਾ ਚੱਲ ਚੁੱਕਿਆ ਗਾ ਕਿ ਜੋ ਸਵਰਗ ਹੈ ਉਹਦੇ ਵਿੱਚ ਕੀ ਹੈ? ਉਹਦੇ ਵਿੱਚ ਤਾਂ ਸੋਨੇ ਦੀਆਂ ਸੜਕਾਂ ਨੇ, ਔਰ ਸੋਨਾ ਉੱਥੇ ਕਿੱਥੇ ਹੋਊਗਾ? ਇਨਸਾਨ ਦੇ ਪੈਰਾਂ ਦੇ ਥੱਲੇ। ਤੇ ਅੱਜ ਦਾ ਇਨਸਾਨ ਹੈ ਉਹ ਕੀ ਕਰਦਾ ਗਾ? ਥੋੜਾ ਜਿਹਾ ਸੋਨਾ ਆਪਣੇ ਕੰਨਾਂ ਵਿੱਚ ਪਾ ਕੇ ਰੱਖਦਾ ਗਾ, ਜਾਂ ਆਪਣੇ ਗਲ ਦੇ ਵਿੱਚ ਪਾ ਕੇ ਰੱਖਦਾ ਗਾ, ਜਾਂ ਫਿਰ ਜੋ ਔਰਤ ਲੋਕ ਹੈ ਉਹ ਆਪਣੇ ਨੱਕ ਦੇ ਵਿੱਚ ਪਾ ਕੇ ਰੱਖਦੇ ਨੇ। ਕਿੰਨਾ ਵੀ ਥੋੜਾ ਥੋੜਾ ਸੋਨਾ, ਔਰ ਉਸਨੂੰ ਕਿਸ ਤਰ੍ਹਾਂ ਰੱਖਦੇ ਨੇ? ਉਹ ਬੜਾ ਸੰਭਾਲ ਕੇ ਰੱਖਦੇ ਨੇ ਉਸਨੂੰ। ਲੇਕਿਨ ਅਗਰ ਸਵਰਗ ਦੀ ਗੱਲ ਕਰੀਏ ਤਾਂ ਉਹ ਸੋਨਾ ਕਿੱਥੇ ਹੋਊਗਾ? ਇਨਸਾਨ ਦੇ ਪੈਰਾਂ ਥੱਲੇ। ਮਤਲਬ ਕਿ ਸਵਰਗ ਦੇ ਵਿੱਚ ਕੀ ਨੇ? ਸੋਨੇ ਦੀਆਂ ਸੜਕਾਂ ਨੇ। ਹੁਣ ਇੱਕ ਸੜਕ ਦੇਖੋ, ਉਹਦੀ ਮੋਟਾਈ ਕਿੰਨੀ ਹੁੰਦੀ ਹੈ, ਔਰ ਇੱਕ ਸੜਕ ਦੀ ਚੌੜਾਈ ਕਿੰਨੀ ਹੋਊਗੀ, ਔਰ ਕਿੰਨੀ ਲੰਬਾਈ ਹੋਊਗੀ। ਇਹਦਾ ਮਤਲਬ ਕਿ ਉਹ ਸੋਨਾ ਕੀ ਹੈ? ਇਨਸਾਨ ਦੇ ਪੈਰਾਂ ਦੇ ਥੱਲੇ ਹੋਊਗਾ। ਇਸ ਧਰਤੀ ਉੱਪਰ ਜੋ ਸੋਨਾ ਗਾ, ਇਹਦੇ ਵਿੱਚ ਮਿਲਾਵਟ ਹੋ ਸਕਦੀ ਹੈ। ਇਹ ਸੋਨਾ ਚੋਰੀ ਹੋ ਸਕਦਾ ਗਾ। ਇਹ ਸੋਨਾ ਗਾ ਜੋ ਇਸ ਨੂੰ ਮਤਲਬ ਕੋਈ ਇਨਸਾਨ ਨੂੰ ਖੋਣ ਦਾ ਡਰ ਹੈ ਜਾਂ ਚੋਰੀ ਹੋਣ ਦਾ ਡਰ ਹੈ। ਲੇਕਿਨ ਸਹੀ ਦੇ ਵਿੱਚ ਜੋ ਪਰਮੇਸ਼ਵਰ ਦਾ ਵਚਨ ਹੈ ਉਹ ਕੀ ਹੈ? ਉਹ ਤਾਂ ਸੋਨੇ ਨਾਲੋਂ ਵੀ ਕੀਮਤੀ ਹੈ, ਮਤਲਬ ਬੇਸ਼ਕੀਮਤੀ। ਇਸ ਵਚਨ ਦੀ ਇਨਸਾਨ ਕੋਈ ਵੀ ਕਦਰ, ਮਤਲਬ ਕੋਈ ਵੀ ਕੀਮਤ ਨਹੀਂ ਦੇ ਸਕਦਾ। ਅਗਰ ਕਿਸੇ ਇਨਸਾਨ ਨੂੰ ਕਿਹਾ ਜਾਵੇ ਕਿ ਇਸ ਦੀ ਕਦਰ ਕਰੋ, ਤਾਂ ਇਹਦੇ ਵਿੱਚ ਹੁੰਦਾ ਕੀ ਹੈ ਕਿ ਜ਼ਿਆਦਾਤਰ ਲੋਕ ਆਪਣੇ ਬਾਈਬਲ ਨੂੰ ਕੀ ਕਰਦੇ ਨੇ? ਉਹਦਾ ਸੰਭਾਲ ਕੇ ਰੱਖਦੇ ਨੇ ਸੰਦੂਕ ਦੇ ਵਿੱਚ, ਜਾਂ ਫਿਰ ਕਿਸੇ ਬੈਗ ਦੇ ਵਿੱਚ। ਔਰ ਹੁੰਦਾ ਕੀ ਹੈ ਕਿ ਇਸ ਨੂੰ ਸੰਭਾਲ ਕੇ ਰੱਖੋ, ਇਹ ਫਟ ਨਾ ਜਾਏ, ਬੱਚਿਆਂ ਤੋਂ ਬਚਾ ਕੇ ਰੱਖੋ। ਇਹ ਲੋਕ ਕੀ ਕਰਦੇ ਨੇ? ਉਹਦੀ ਕਦਰ ਕਰਦੇ ਨੇ। ਲੇਕਿਨ ਸਹੀ ਦੇ ਵਿੱਚ ਬਾਈਬਲ ਦੇ ਵਿੱਚ ਜੋ ਲਿਖਿਆ ਗਾ ਉਸ ਨੂੰ ਲੋਕ ਪੜ੍ਹਦੇ ਨਹੀਂ, ਉਸ ਨੂੰ ਲੋਕ ਮੰਨਦੇ ਨਹੀਂ, ਪੜ੍ਹਦੇ ਨਹੀਂ, ਉਹਦੇ ਉੱਪਰ ਵਿਸ਼ਵਾਸ ਨਹੀਂ ਕਰਦੇ, ਉਹਦੇ ਅਨੁਸਾਰ ਕਰਦੇ ਨਹੀਂ। ਤਾਂ ਫਿਰ ਉਹ ਕਿਹੜੀ ਕਦਰ ਹੋਈ ਇਹਦੀ? ਅਗਰ ਇਹਦੀ ਕਦਰ ਕਰਨੀ ਹੈ ਤਾਂ ਕੀ ਕਰਨਾ ਪਏਗਾ? ਇਸ ਨੂੰ ਪੜ੍ਹਨਾ ਪਏਗਾ, ਇਸ ਨੂੰ ਸੁਣਨਾ ਪਏਗਾ, ਇਸ ਨੂੰ ਮੰਨਣਾ ਪਏਗਾ, ਫਿਰ ਇਸ ਦੀ ਕਦਰ ਹੈ। ਔਰ ਬਾਈਬਲ ਵਿੱਚ ਕੀ ਲਿਖਿਆ ਗਾ ਕਿ ਜੋ ਸ਼ਹਿਦ ਹੈ, ਸ਼ਹਿਦ ਨਾਲੋਂ ਵੀ ਮਿੱਠਾ ਗਾ। ਇੱਕ ਵਾਰ ਫਿਰ ਪੜ੍ਹੋ ਵਚਨ। ਉਹ ਸੋਨੇ ਨਾਲੋਂ ਸੋ ਬਹੁਤ ਕੁੰਦਨ ਸੋਨੇ ਨਾਲੋਂ ਮਨ ਭਾਉਂਦੇ ਹਨ, ਅਤੇ ਸ਼ਹਿਦ ਅਤੇ ਮਖੀਰ ਦੇ ਚੋਇਆਂ ਨਾਲੋਂ ਵੀ ਮਿੱਠੇ ਹਨ। ਦੇਖੋ ਸ਼ਹਿਦ ਦੇ ਜੋ ਚੋਏ ਨੇ, ਮਤਲਬ ਸ਼ਹਿਦ ਦਾ ਤੁਪਕਾ ਕੱਢ ਕੇ ਜਾਂ ਤੁਪਕਾ ਇਨਸਾਨ ਲੈ ਕੇ ਦੇਖੇ ਤਾਂ ਕਿੰਨਾ ਮਿੱਠਾ ਲੱਗਦਾ ਇਨਸਾਨ ਨੂੰ। ਲੇਕਿਨ ਸਹੀ ਦੇ ਵਿੱਚ ਪਰਮੇਸ਼ਵਰ ਦਾ ਵਚਨ ਕੀ ਹੈ? ਉਹ ਤਾਂ ਸ਼ਹਿਦ ਨਾਲੋਂ ਵੀ ਮਿੱਠਾ ਹੈਗਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਦਾ ਵਚਨ ਕੀ ਹੈ? ਉਹ ਤਾਂ ਸ਼ਹਿਦ ਨਾਲੋਂ ਵੀ ਮਿੱਠਾ ਹੈਗਾ। ਲੇਕਿਨ ਜੋ ਪਰਮੇਸ਼ਵਰ ਦਾ ਵਚਨ ਹੈ ਉਹ ਇਨਸਾਨ ਕੀ ਹੈ? ਜਦ ਇਸ ਨੂੰ ਖਾਂਦਾ ਗਾ ਤਾਂ ਉਸਨੂੰ ਮਿੱਠਾ ਲੱਗਦਾ ਗਾ, ਬਹੁਤ ਹੀ ਮਿੱਠਾ ਲੱਗਦਾ ਗਾ। ਲੇਕਿਨ ਬਾਈਬਲ ਦੇ ਵਿੱਚ ਕੀ ਲਿਖਿਆ ਗਾ? ਪੜ੍ਹੋ ਵਚਨ, ਪ੍ਰਕਾਸ਼ ਦੀ ਪੋਥੀ ਉਹਦਾ 10 ਅਧਿਆਇ, ਪ੍ਰਕਾਸ਼ ਦੀ ਪੋਥੀ ਉਹਦਾ 10 ਅਧਿਆਇ, ਉਹਦਾ 9 ਵਚਨ। ਅਤੇ ਮੈਂ ਉਸ ਦੂਤ ਦੇ ਕੋਲ ਜਾ ਕੇ ਉਸ ਨੂੰ ਕਿਹਾ, ਉਹ ਛੋਟੀ ਪੋਥੀ ਮੈਨੂੰ ਦੇ। ਉਹਨੇ ਮੈਨੂੰ ਆਖਿਆ, ਲੈ ਲੈ ਤੇ ਇਹਨੂੰ ਖਾ ਜਾ। ਦੇਖੋ ਪਰਮੇਸ਼ਵਰ ਦਾ ਦਾਸ ਯਹੂਨਾ ਜੋ ਆਤਮਾ ਵਿੱਚ ਪਰਮੇਸ਼ਵਰ ਦੇ ਦੂਤ ਨਾਲ ਗੱਲ ਕਰ ਰਿਹਾ ਹੈਗਾ, ਉਸਨੇ ਕੀ ਦੇਖੀ ਕਿ ਜੋ ਪਰਮੇਸ਼ਵਰ ਦਾ ਦੂਤ ਹੈ ਉਹਦੇ ਹੱਥ ਵਿੱਚ ਕੀ ਹੈ? ਇੱਕ ਛੋਟੀ ਪੋਥੀ ਹੈ। ਔਰ ਉਹਨੇ ਕੀ ਕਿਹਾ? ਇਹ ਮੈਨੂੰ ਦੇ ਦੇ। ਔਰ ਦੂਤ ਨੇ ਕੀ ਕਿਹਾ ਉਹਨੂੰ? ਲੈ। ਹਾਂ ਫਿਰ ਅੱਗੇ ਪੜੋ। ਲੈ ਲੈ ਤੇ ਇਹਨੂੰ ਖਾ ਜਾ। ਹਾਂ ਦੂਤ ਨੇ ਕੀ ਗੱਲ? ਇਹ ਪੋਥੀ ਫੜ, ਇਹਨੂੰ ਲੈ, ਲੇਕਿਨ ਇਹਨੂੰ ਕੀ ਕਰ ਤੂੰ? ਇਹਨੂੰ ਖਾ ਜਾ। ਫਿਰ ਇਹ ਤੇਰੇ ਢਿੱਡ ਨੂੰ ਤਾਂ ਕੌੜਿਆਂ ਕਰ ਦੇਵੇਗੀ, ਪਰ ਤੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੇਗੀ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਦੂਤ ਕੀ ਕਹਿ ਰਿਹਾਗਾ? ਆ ਲੈ ਪੋਥੀ, ਇਹਨੂੰ ਕਰ, ਇਹ ਕੀ ਕਰ ਤੂੰ? ਇਹਨੂੰ ਫੜ ਤੇ ਇਹਨੂੰ ਖਾ ਜਾ। ਲੇਕਿਨ ਜਦ ਤੂੰ ਖਾਏਗਾ ਤਾਂ ਜਦ ਤੇਰੇ ਪੇਟ ਵਿੱਚ ਜਾਊਗੀ ਤਾਂ ਕੀ ਕਰੇਗੀ? ਤੇਰੇ ਪੇਟ ਨੂੰ ਤਾਂ ਕੌੜਾ ਕਰ ਦੂ ਤੇਰੇ, ਲੇਕਿਨ ਤੇਰੇ ਮੂੰਹ ਨੂੰ ਕੀ ਕਰੇਗੀ? ਮਿੱਠਾ ਕਰ ਦੂ, ਸ਼ਹਿਦ ਨਾਲੋਂ ਵੀ ਮਿੱਠਾ ਕਰ ਦੂ। ਹਾਂ ਮਤਲਬ ਸ਼ਹਿਦ ਵਾਂਗੂ ਮਿੱਠਾ ਕਰ ਦੂ। ਹੁਣ ਦੇਖੋ ਜੋ ਪਰਮੇਸ਼ਵਰ ਦਾ ਵਚਨ ਹੈ, ਕੁਛ ਨਹੀਂ ਹੁੰਦਾ ਯਾਰ, ਅੱਛਾ ਕਿੰਨਾ ਫਰਕ ਪੈਂਦਾ। ਹੁਣ ਜੋ ਸ਼ਹਿਦ ਹੈ, ਠੀਕ ਹੈ ਨਾ, ਉਹ ਇਨਸਾਨ ਨੂੰ ਕਹਿੰਦਾਗਾ ਮਿੱਠਾ। ਪਰ ਪਰਮੇਸ਼ਵਰ ਦਾ ਦੂਤ ਕੀ ਕਹਿੰਦਾਗਾ ਵੀ ਜਦ ਤੂੰ ਪੋਥੀ ਨੂੰ ਖਾਏਗਾ, ਮਤਲਬ ਜਦ ਕਿਤਾਬ ਨੂੰ ਖਾਏਗਾ ਤਾਂ ਕੀ ਲੱਗੇਗੀ ਤੈਨੂੰ? ਮੂੰਹ ਨੂੰ ਮਿੱਠੀ ਲੱਗੇਗੀ, ਲੇਕਿਨ ਪੇਟ ਨੂੰ ਕੀ ਕਰੇਗੀ? ਪੇਟ ਨੂੰ ਕੌੜਾ ਕਰ ਦੂਗੀ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਪੇਟ ਨੂੰ ਕੌੜਾ ਕਰ ਦੇਗੀ। ਹੁਣ ਦੇਖੋ ਜੋ ਵੀ ਟੇਸਟ ਹੈ ਉਹ ਟੇਸਟ ਹੁੰਦਾ ਸਿਰਫ ਮੂੰਹ ਦੇ ਵਿੱਚ। ਅਗਰ ਖਾਣ ਤੋਂ ਬਾਅਦ ਪੇਟ ਵਿੱਚ ਚਲਾ ਜਾਏ
ਤਾਂ ਫਿਰ ਕੋਈ ਵੀ ਟੇਸਟ ਨਹੀਂ। ਲੇਕਿਨ ਪਰਮੇਸ਼ਰ ਦਾ ਵਚਨ ਕੀ ਦੱਸਦਾ ਗਾ ਕਿ ਤੇਰੇ ਪੇਟ ਨੂੰ ਕੌੜਾ ਕਰ ਦੂਗੀ। ਅੱਜ ਦੇਖੋ ਜੋ ਪਰਮੇਸ਼ਰ ਦਾ ਵਚਨ ਹੈ, ਅੱਜ ਸਾਰੇ ਲੋਕਾਂ ਦੇ ਲਈ ਵਚਨ ਐਸਾ ਹੀ ਹੈ। ਸੁਣਨ ਨੂੰ ਕਿੰਨਾ ਵਧੀਆ ਲੱਗਦਾ ਗਾ। ਪਰਮੇਸ਼ਰ ਸ਼ਾਂਤੀ ਦਿੰਦੇ ਨੇ। ਕੀ ਹੈ? ਦੁੱਧ ਲੱਗਦਾ ਇਹ। ਪਰਮੇਸ਼ਰ ਚੰਗਾਈ ਦਿੰਦੇ ਨੇ, ਪਰਮੇਸ਼ਰ ਛੁਟਕਾਰਾ ਦਿੰਦੇ ਨੇ, ਪਰਮੇਸ਼ਰ ਆਸ਼ੀਸ਼ ਦਿੰਦੇ ਨੇ, ਪਰਮੇਸ਼ਰ ਬੱਚੇ ਦਿੰਦੇ ਨੇ। ਅਗਰ ਕਿਸੇ ਨੇ ਬਾਹਰ ਜਾਣਾ ਗਾ, ਪਰਮੇਸ਼ਰ ਉਸ ਨੂੰ ਵੀਜ਼ਾ ਦੇ ਦਿੰਦੇ ਨੇ। ਇਹ ਸਾਰੀਆਂ ਗੱਲਾਂ ਮਿੱਠੀਆਂ ਲੱਗਦੀਆਂ ਨੇ, ਇਹ ਸਾਰੀਆਂ ਗੱਲਾਂ ਦੁੱਧ ਵਾਂਗ ਲੱਗਦੀਆਂ ਨੇ। ਪਰ ਪਰਮੇਸ਼ਰ ਗੱਡੀ ਦੇ ਦਿੰਦੇ ਨੇ। ਕੋਈ ਗਰੀਬ ਹੈ, ਉਹਦੀ ਗਰੀਬੀ ਦੂਰ ਹੋ ਜਾਂਦੀ ਹੈ। ਕਿਸੇ ਦੇ ਉੱਪਰ ਕਰਜ਼ਾ ਗਾ, ਉਹਦਾ ਕਰਜ਼ਾ ਦੂਰ ਹੋ ਜਾਂਦਾ ਗਾ। ਇਹ ਸਾਰੀਆਂ ਗੱਲਾਂ ਕੀ ਨੇ? ਸਹੀ ਨੇ ਕਿ ਪਰਮੇਸ਼ਰ ਐਸਾ ਕੰਮ ਕਰਦੇ ਨੇ। ਲੇਕਿਨ ਅੱਜ ਲੋਕਾਂ ਨੂੰ ਚਾਹੀਦਾ ਕੀ ਹੈ? ਉਹ ਤਾਂ ਐਸੀਆਂ ਗੱਲਾਂ ਚਾਹੀਦੀਆਂ ਨੇ, ਐਸੀਆਂ ਗੱਲਾਂ ਕਿ ਸਾਨੂੰ ਇਹ ਗੱਲਾਂ ਸਿਖਾਈਆਂ ਜਾਣ। ਕਿਹੜੀਆਂ ਗੱਲਾਂ? ਬਸ ਇਹੀ ਗੱਲਾਂ ਕਿ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਸ਼ਾਂਤੀ ਕਿਵੇਂ ਦਊਗਾ, ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਆਸੀਸ ਕਿਵੇਂ ਦਊਗਾ, ਸਾਡੇ ਬੱਚਿਆਂ ਦੀ ਪੜ੍ਹਾਈ ਲਿਖਾਈ ਦੇ ਵਿੱਚ ਪਰਮੇਸ਼ਰ ਵਾਧਾ ਕਿਵੇਂ ਕਰੇਗਾ, ਸਾਡੀ ਕਾਰੋਬਾਰ ਵਿੱਚ ਤਰੱਕੀ ਕਿਵੇਂ ਹੋਏਗੀ। ਮਤਲਬ ਇਹ ਸਾਰੀਆਂ ਗੱਲਾਂ ਜੇ ਇਨਸਾਨ ਇਹੀ ਸੁਣਨਾ ਚਾਹੁੰਦਾ ਗਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਮਤਲਬ ਇਦਾਂ ਦੇ ਬਹੁਤ ਸਾਰੇ ਗੱਲਾਂ ਨੇ, ਇਦਾਂ ਦੀਆਂ ਬਹੁਤ ਸਾਰੀਆਂ ਮਤਲਬ ਇਨਸਾਨ ਦੀਆਂ ਸੋਚਾਂ ਨੇ, ਬਹੁਤ ਸਾਰੀਆਂ ਜ਼ਰੂਰਤਾਂ ਨੇ ਜੋ ਇਨਸਾਨ ਇਹ ਚੀਜ਼ ਮੰਨਦਾ ਵੀ ਹੈ ਔਰ ਇਹਨਾਂ ਨੂੰ ਮੰਗਦਾ ਵੀ ਹੈ। ਲੇਕਿਨ ਸਹੀ ਦੇ ਵਿੱਚ ਜੋ ਪਰਮੇਸ਼ਰ ਦਾ ਵਚਨ ਹੈ ਉਹ ਕੀ ਹੈ? ਉਹ ਤਾਂ ਇੱਕ ਤਲਵਾਰ ਦੇ ਵਾਂਗ ਹੈ। ਬਾਈਬਲ ਦਾ ਵਚਨ ਕੀ ਹੈ? ਉਹ ਤਾਂ ਇੱਕ ਤਲਵਾਰ ਦੇ ਵਾਂਗ ਹੈ। ਔਰ ਜਦ ਤਲਵਾਰ ਚੱਲਦੀ ਹੈ ਤਾਂ ਉਹ ਕੀ ਕਰਦੀ ਹੈ? ਔਰ ਪੜੋ ਹੋਸ਼ਿਆ ਉਹਦਾ 6 ਦੇ ਆਏ, ਉਹਦਾ 6 ਦੇ ਆਏ, ਉਹਦਾ ਇੱਕ ਵਚਨ ਪੜੋ। ਆਓ ਅਸੀਂ ਯਹੋਵਾ ਵੱਲ ਮੁੜੀਏ, ਉਹਨੇ ਤਾਂ ਪਾੜਿਆ, ਉਹਨੇ ਸਾਨੂੰ ਚੰਗਾ ਕਰੇਗਾ, ਉਹਨੇ ਮਾਰਿਆ, ਉਹ ਪੱਟੀ ਬੰਨੇਗਾ। ਸਾਰੇ ਬੋਲੋ ਹਾਲੇਲੂਇਆ। ਦੇਖੋ ਪਰਮੇਸ਼ਰ ਦਾ ਵਚਨ ਕੀ ਹੈ? ਉਹ ਤਾਂ ਤਲਵਾਰ ਦੇ ਸਮਾਨ ਹੈ। ਹਾਲੇਲੂਇਆ, ਹਾਲੇਲੂਇਆ। ਲਿਖਣ ਦਾ ਧਿਆਨ ਘੱਟ ਕਰਿਆ ਕਰੋ, ਲੇਕਿਨ ਸੁਣਨ ਦੀ ਜ਼ਿਆਦਾ ਕੋਸ਼ਿਸ਼ ਕਰਿਆ ਕਰੋ। ਕੀ ਲਿਖਿਆ ਬਾਈਬਲ ਦੇ ਵਿੱਚ ਕਿ ਪਰਮੇਸ਼ਰ ਦਾ ਵਚਨ ਕੀ ਹੈ? ਉਹ ਤਾਂ ਤਲਵਾਰ ਦੇ ਸਮਾਨ ਹੈ। ਅਗਰ ਤੁਸੀਂ ਪੜ੍ਹੋਗੇ ਇਬਰਾਨੀਆਂ ਦੇ ਵਿੱਚ, ਉੱਥੇ ਲਿਖਿਆ ਇਹ ਗੱਲ ਕਿ ਪਰਮੇਸ਼ਰ ਦਾ ਵਚਨ ਕੀ ਹੈ? ਹਾਂ, ਉਹ ਤਾਂ ਤਲਵਾਰ ਦਾ ਸਮਾਨ ਹੈ। ਪੜ੍ਹ ਲਓ ਇੱਕ ਵਾਰ ਉਹਨੂੰ, ਹੋਸ਼ਿਆ ਹੱਥ ਰੱਖਿਓ ਆਪਣਾ। ਨਵੇਂ ਨਿਯਮ ਦੇ ਵਿੱਚ ਇਬਰਾਨੀਆਂ ਉਹਦਾ 4 ਅਧਿਆਇ, ਉਹਦਾ 13 ਵਚਨ ਦੇਖੋ, 12 ਵਚਨ। ਕਿਉਂ ਜੋ ਪਰਮੇਸ਼ਵਰ ਦਾ ਵਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ। ਦੇਖੋ ਪਰਮੇਸ਼ਰ ਦਾ ਵਚਨ ਕੀ ਹੈ? ਜਿਉਂਦਾ ਗਾ। ਪਰਮੇਸ਼ਰ ਦਾ ਵਚਨ ਕੀ ਹੈ? ਗੁਣਕਾਰ ਹੈ। ਔਰ ਕੀ ਹੈ? ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਗਾ। ਹੁਣ ਦੇਖੋ ਪਰਮੇਸ਼ਰ ਦਾ ਜਦ ਵਚਨ ਕੀ ਹੈ? ਉਹਦਾ ਤਲਵਾਰ ਵਾਂਗ ਹੈ। ਔਰ ਦੋ ਧਾਰੀ ਤਲਵਾਰ ਨਾਲੋਂ ਵੀ ਤਿੱਖਾ ਗਾ। ਜਦ ਵਚਨ ਚੱਲਦਾ ਗਾ ਤਾਂ ਇਨਸਾਨ ਕੀ ਹੋ ਜਾਂਦਾ ਗਾ? ਜ਼ਖਮੀ ਹੋ ਜਾਂਦਾ ਗਾ। ਔਰ ਬਾਈਬਲ ਵਿੱਚ ਕੀ ਪੜ੍ਹਿਆ ਤੁਸੀਂ? ਹੋਸ਼ਿਆ ਉਹਦੇ 6 ਅਧਿਆਇ, ਉਹਦੇ ਇੱਕ ਵਚਨ ਦੇ ਵਿੱਚ, ਆਓ ਅਸੀਂ ਯਹੋਵਾ ਵੱਲ ਮੁੜੀਏ, ਆਓ ਆਪਾਂ ਯਹੋਵਾ ਵੱਲ ਮੁੜੀਏ, ਉਹਨੇ ਤਾਂ ਪਾੜਿਆ। ਦੇਖੋ ਉਹਨੇ ਪਾੜਿਆ, ਫਿਰ ਉਹ ਸਾਨੂੰ ਚੰਗਾ ਕਰੇਗਾ, ਉਹ ਚੰਗਾ ਕਰੇਗਾ। ਮਤਲਬ ਉਹਨੇ ਜ਼ਖਮੀ ਕਰਿਆ, ਉਹ ਕੀ ਕਰੇਗਾ? ਉਹ ਚੰਗਾ ਕਰੇਗਾ। ਫਿਰ ਉਹਨੇ ਮਾਰਿਆ, ਉਹ ਮਾਰਿਆ, ਹਾਂ, ਉਹ ਪੱਟੀ ਬੰਨੇਗਾ, ਉਹੀ ਪੱਟੀ ਬੰਨੇਗਾ। ਮਤਲਬ ਉਹ ਉਹੀ ਜ਼ਖਮ ਦਿੰਦਾਗਾ ਤੇ ਉਹ ਕੀ ਕਰਦਾਗਾ? ਪੱਟੀ ਬੰਨਦਾਗਾ। ਹੁਣ ਦੇਖੋ, ਲੇਕਿਨ ਅੱਜ ਕੋਈ ਵੀ ਇਨਸਾਨ ਪਰਮੇਸ਼ਰ ਦੇ ਵਚਨ ਨੂੰ ਕੀ ਕਹਿੰਦਾਗਾ? ਬਸ ਸਾਨੂੰ ਤਾਂ ਬਸ ਐਸੇ ਵਚਨ ਦਿਓ ਕਿ ਜਿਹਦੇ ਵਿੱਚ ਸਾਨੂੰ ਕੀ ਮਿਲੇ? ਬਸ ਆਸੀਸ਼ ਮਿਲੇ। ਸਾਨੂੰ ਤਾਂ ਐਸੇ ਵਚਨ ਦਿਓ ਕਿ ਜਿਹਦੇ ਵਿੱਚ ਸਾਨੂੰ ਚੰਗਾਈ ਮਿਲੇ। ਸਾਨੂੰ ਤਾਂ ਐਸੇ ਵਚਨ ਦਿਓ ਕਿ ਜਿਹਦੇ ਵਿੱਚ ਕੋਈ ਵੀ ਅਸੀਂ ਆਗਿਆਕਾਰੀ ਨਾ ਕਰਨੀ ਪਵੇ। ਸਾਨੂੰ ਤਾਂ ਐਸੇ ਵਚਨ ਦਿਓ ਕਿ ਜਿਹਦੇ ਵਿੱਚ ਸਾਨੂੰ ਸਿਰਫ ਔਰ ਸਿਰਫ ਪਰਮੇਸ਼ਰ ਕੋਲ ਲੈਣਾ ਹੀ ਆਵੇ, ਲੇਕਿਨ ਪਰਮੇਸ਼ਰ ਨੂੰ ਕੁਝ ਦੇਣਾ ਨਾ ਪਵੇ। ਅੱਜ ਜ਼ਿਆਦਾਤਰ ਇਨਸਾਨ ਇਹ ਗੱਲਾਂ ਪਰਮੇਸ਼ਰ ਦੇ ਅੱਗੇ ਰੱਖਦਾ ਗਾ। ਲੇਕਿਨ ਪਰਮੇਸ਼ਰ ਦਾ ਵਚਨ ਕੀ ਕਰਦਾ ਗਾ? ਉਹਦਾ ਦੁੱਧ ਵਰਗਾ ਗਾ। ਪਰਮੇਸ਼ਰ ਦਾ ਵਚਨ ਉਹ ਤਾਂ ਅੰਨ ਵਰਗਾ ਗਾ। ਪਰਮੇਸ਼ਰ ਦਾ ਵਚਨ ਉਹ ਤਾਂ ਸੋਨੇ ਤੋਂ ਵੀ ਵੱਧ ਕੀਮਤੀ ਹੈ। ਪਰਮੇਸ਼ਰ ਦਾ ਵਚਨ ਉਹ ਤਾਂ ਸ਼ਹਿਦ ਨਾਲੋਂ ਵੀ ਮਿੱਠਾ ਗਾ। ਔਰ ਪਰਮੇਸ਼ਰ ਦਾ ਵਚਨ ਕੀ ਹੈ? ਉਹ ਤਾਂ ਦੋ ਧਾਰੀ ਤਲਵਾਰ ਨਾਲੋਂ ਵੀ ਤਿੱਖਾ ਗਾ। ਔਰ ਪਰਮੇਸ਼ਰ ਦਾ ਵਚਨ ਉਹ ਕੀ ਕਰਦਾ ਗਾ? ਉਹ ਤਾਂ ਜ਼ਖਮੀ ਵੀ ਕਰਦਾ ਗਾ। ਸਾਰੇ ਬੋਲੋ ਹਾਲੇਲੂਇਆ। ਅਗਰ ਜ਼ਖਮੀ ਕਰਦਾ ਗਾ, ਇਹਦਾ ਮਤਲਬ ਕੀ ਹੋਇਆ? ਕਿ ਪਰਮੇਸ਼ਰ ਪੱਟੀ ਵੀ ਬਣਦਾ ਗਾ। ਹੁਣ ਦੇਖੋ ਕਿ ਜਦ ਪਤਰਸ ਨੇ ਪਹਿਲੀ ਵਾਰ ਪ੍ਰਚਾਰ ਕੀਤਾ, ਕਿੰਨਾ ਲੋਕਾਂ ਦੇ ਵਿੱਚ, ਜਿਨ੍ਹਾਂ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਮਾਰ ਦਿੱਤਾ ਸੀਗਾ। ਔਰ ਪਵਿੱਤਰ ਆਤਮਾ ਨਾਲ ਭਰ ਕੇ ਪਤਰਸ ਨੇ ਉਹਨਾਂ ਵਿੱਚ ਇਹ ਆਪਣਾ ਪ੍ਰਚਾਰ ਕੀਤਾ। ਕੀ ਕਿਹਾ? ਕਿ ਤੁਸੀਂ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਨੂੰ
ਸਲੀਬ ਦੇ ਉੱਪਰ ਚੜ੍ਹ ਕੇ ਮਾਰ ਦਿੱਤਾਗਾ। ਲੇਕਿਨ ਹੋਇਆ ਕੀ, ਪ੍ਰਭੂ ਯਿਸੂ ਮਸੀਹ ਤਾਂ ਮੁਰਦਿਆਂ ਵਿੱਚ ਜ਼ਿੰਦਾ ਹੋ ਗਏ, ਔਰ ਅਸੀਂ ਇਹਨਾਂ ਗੱਲਾਂ ਦੇ ਗਵਾਹ ਆ। ਔਰ ਪ੍ਰਭੂ ਯਿਸੂ ਮਸੀਹ ਕੀ ਆ, ਉਹ ਤਾਂ ਬਹੁਤ ਜਲਦੀ ਆਉਣ ਵਾਲੇ ਨੇ। ਔਰ ਜਦ ਪ੍ਰਭੂ ਯਿਸੂ ਮਸੀਹ ਆਉਣਗੇ ਤਾਂ ਤੁਹਾਡਾ ਨਾਸ਼ ਕਰ ਦੇਣਗੇ। ਹੁਣ ਲੋਕਾਂ ਨੂੰ ਡਰ ਲੱਗਿਆ। ਲਿਖਿਆ ਬਾਈਬਲ ਦੇ ਵਿੱਚ ਕਿ ਉਹਨਾਂ ਲੋਕਾਂ ਦੇ ਕੀ ਹੋਏ, ਦਿਲ ਛਿੱਲ ਗਏ, ਮਤਲਬ ਜ਼ਖਮੀ ਹੋ ਗਏ ਪੂਰੀ ਤਰ੍ਹਾਂ। ਦਿਲਾਂ ਨੂੰ ਕੀ ਕਰਤਾ, ਉਲਟਾ ਪੁਲਟਾ ਕਰਤਾ, ਥੱਲੇ ਪੱਟ ਕੇ ਉੱਪਰ ਕਰਤਾ। ਕਹਿਣ ਦਾ ਭਾਵ ਕਿ ਪੂਰੀ ਤਰ੍ਹਾਂ ਦਿਲ ਛਿੱਲ ਗਏ। ਦੇਖੋ ਪਰਮੇਸ਼ਵਰ ਨੇ ਕੀ ਕੀਤਾ, ਉਹਨਾਂ ਨੂੰ ਜ਼ਖਮੀ ਕੀਤਾ। ਲੇਕਿਨ ਕਿਹਨੇ ਕੀਤਾ, ਪਰਮੇਸ਼ਵਰ ਦੇ ਵਚਨ ਨੇ ਕੀਤਾ। ਕਿਉਂਕਿ ਇਹ ਗੱਲ ਲਿਖੀ ਸੀ ਬਾਈਬਲ ਦੇ ਵਿੱਚ ਕਿ ਪ੍ਰਭੂ ਯਿਸੂ ਮਸੀਹ ਸੰਸਾਰ ਵਿੱਚ ਆਉਣਗੇ, ਪ੍ਰਭੂ ਯਿਸੂ ਮਸੀਹ ਸਾਰੇ ਜਗਤ ਦਾ ਪਾਪ ਚੁੱਕ ਲੈਣਗੇ, ਔਰ ਪ੍ਰਭੂ ਯਿਸੂ ਮਸੀਹ ਮਾਰੇ ਜਾਣਗੇ, ਔਰ ਮੁਰਦਿਆਂ ਵਿੱਚੋਂ ਤੀਜੇ ਦਿਨ ਪ੍ਰਭੂ ਯਿਸੂ ਮਸੀਹ ਜਿੰਦਾ ਹੋ ਜਾਣਗੇ। ਔਰ ਜਿੰਦਾ ਹੋਣ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਸਵਰਗ ਵਿੱਚ ਚਲੇ ਜਾਣਗੇ। ਔਰ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਇੱਕ ਵਾਰ ਫੇਰ ਆਉਣਗੇ ਬੱਦਲਾਂ ਦੇ ਉੱਪਰ। ਉਹਦੇ ਵਿੱਚ ਆਪਣੇ ਲੋਕਾਂ ਨੂੰ ਨਾਲ ਲੈ ਕੇ ਜਾਣਗੇ ਤੇ ਬਾਕੀ ਲੋਕਾਂ ਨੂੰ ਮਾਰ ਦੇਣਗੇ, ਬਾਕੀ ਲੋਕਾਂ ਨੂੰ ਉਹ ਤਾਂ ਨਰਕ ਵਿੱਚ ਸੁੱਟ ਦੇਣਗੇ। ਹੁਣ ਇਹੀ ਗੱਲ, ਇਹੀ ਵਚਨ ਜਦ ਉਹਨਾਂ ਲੋਕਾਂ ਨੇ ਸੁਣਿਆ, ਉਹ ਤਾਂ ਡਰ ਗਏ ਪੂਰੀ ਤਰ੍ਹਾਂ। ਉਹਨਾਂ ਦੇ ਦਿਲ ਕੀ ਹੋਏ, ਉਹਨਾਂ ਦੇ ਦਿਲ ਛਿੱਲ ਗਏ, ਦਿਲ ਛਿੱਲ ਗਏ। ਤੇ ਸਹੀ ਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਪਤਰਸ ਔਰ ਜੋ ਬਾਕੀ ਦੇ ਰਸੂਲ ਸੀਗੇ ਉਹਨਾਂ ਨੂੰ ਕਿਹਾ, ਭਾਈਓ ਸਾਡੇ ਕੋਲ ਗਲਤੀ ਹੋ ਗਈ, ਸਾਡੇ ਕੋਲੋਂ ਪਾਪ ਹੋ ਗਿਆ, ਕੋਈ ਹੱਲ ਹੈ? ਤਾਂ ਫਿਰ ਪਤਰਸ ਨੇ ਉਹਨਾਂ ਦੇ ਉੱਪਰ ਮੱਲਮ ਲਾਈ, ਪਤਰਸ ਨੇ ਉਹਨਾਂ ਦੇ ਉੱਪਰ ਪੱਟੀ ਬੰਨੀ। ਕੀ ਕਿਹਾ ਸੀ ਪਤਰਸ ਨੇ, ਤੁਸੀਂ ਤੋਬਾ ਕਰੋ, ਤੁਸੀਂ ਕੀ ਕਰੋ, ਤੋਬਾ ਕਰੋ ਤੇ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਪਤਿਸਮਾ ਲਓ, ਤਾਂ ਫਿਰ ਤੁਹਾਨੂੰ ਪਵਿੱਤਰ ਆਤਮਾ ਦਾ ਦਾਨ ਮਿਲੇਗਾ। ਹੁਣ ਦੇਖੋ, ਪਹਿਲਾਂ ਜ਼ਖਮੀ ਹੋਏ, ਫਿਰ ਪੱਟੀ ਬੰਨੀ ਗਈ, ਮਤਲਬ ਫਿਰ ਮਲਮ ਲੱਗਿਆ ਉਹਨਾਂ ਦੇ ਉੱਪਰ, ਫਿਰ ਉਹਨਾਂ ਨੂੰ ਪੱਟੀ ਬੰਨੀ, ਮਤਲਬ ਹੱਥ ਫੇਰਿਆ ਉਹਨਾਂ ਦੇ ਜ਼ਖਮ ਦੇ ਉੱਪਰ। ਕੋਈ ਬਾਤ ਨਹੀਂ, ਪਰਮੇਸ਼ਵਰ ਤੁਹਾਨੂੰ ਮਾਫ ਕਰੇਗਾ, ਕੋਈ ਗੱਲ ਨਹੀਂ, ਪਰਮੇਸ਼ਵਰ ਤੁਹਾਨੂੰ ਹੌਸਲਾ ਦੇਵੇ, ਪਰਮੇਸ਼ਵਰ ਤੁਹਾਨੂੰ ਦਿਲਾਸਾ ਦੇਵੇ। ਔਰ ਦੇਖੋ ਫਿਰ ਉਹਨਾਂ ਲੋਕਾਂ ਨੇ ਜਦ ਵਚਨ ਸੁਣਿਆ, ਔਰ ਵਚਨ ਸੁਣਨ ਤੋਂ ਬਾਅਦ ਕੀ ਕੀਤਾ, ਉਹਨਾਂ ਨੇ ਆਪਣੇ ਪਾਪਾਂ ਨੂੰ ਮੰਨ ਕੇ ਛੱਡਿਆ। ਮਤਲਬ ਪਹਿਲਾ ਵਿਸ਼ਵਾਸ, ਫਿਰ ਸੱਚੀ ਤੋਬਾ, ਫਿਰ ਸੱਚਾ ਬਪਤਿਸਮਾ। ਮਤਲਬ ਚੱਲਦੇ ਹੋਏ ਪਾਣੀ ਦੇ ਵਿੱਚ, ਚੱਲਦੇ ਪਾਣੀ ਵਿੱਚ ਕੀ ਕਰਿਆ ਉਹਨਾਂ ਨੇ, ਆਪਣੇ ਪਾਪਾਂ ਦੀ ਮਾਫੀ ਲਈ ਬਪਤਿਸਮਾ ਲਿਆ। ਔਰ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਪਾਪਾਂ ਦੀ ਮਾਫੀ ਦਿੱਤੀ। ਔਰ ਨਾਲ ਹੀ ਪ੍ਰਭੂ ਯਿਸੂ ਮਸੀਹ ਨੇ ਉਸੇ ਹੀ ਦਿਨ ਵਿਸ਼ਵਾਸ ਕਰਨ ਤੋਂ ਬਾਅਦ ਤੋਬਾ, ਤੋਬਾ ਕਰਨ ਤੋਂ ਬਾਅਦ ਬਪਤਿਸਮਾ, ਬਪਤਿਸਮਾ ਲੈਣ ਤੋਂ ਬਾਅਦ ਨਾਲ ਹੀ ਪਵਿੱਤਰ ਆਤਮਾ ਪ੍ਰਭੂ ਯਿਸੂ ਮਸੀਹ ਨੇ ਦਿੱਤੀ। ਪਵਿੱਤਰ ਆਤਮਾ ਦਿੱਤਾ ਉਹ ਲੋਕਾਂ ਨੂੰ। ਜਦ ਪਵਿੱਤਰ ਆਤਮਾ ਮਿਲ ਗਿਆ ਤਾਂ ਉਹਨਾਂ ਲੋਕਾਂ ਨੂੰ ਕੀ ਮਿਲਿਆ, ਆਨੰਦ ਮਿਲ ਗਿਆ ਉਹਨਾਂ ਨੂੰ। ਪਰ ਲਿਖਿਆ ਬਾਈਬਲ ਦੇ ਵਿੱਚ ਕਿ ਉਹ ਲੋਕ ਤਕਰੀਬਨ 3000 ਲੋਕ ਸੀਗੇ। ਦੇਖੋ ਵਚਨ ਆਇਆ, ਉੱਥੇ ਬਹੁਤ ਸਾਰੇ ਲੋਕ ਸੀਗੇ, ਲੇਕਿਨ ਜ਼ਖਮੀ ਤਾਂ ਸਾਰੇ ਹੀ ਹੋ ਗਏ। ਲੇਕਿਨ ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਮੰਨਿਆ ਉਹ ਲੋਕ ਕਿੰਨੇ ਸੀਗੇ, ਉਹ 3000 ਲੋਕ ਸੀਗੇ, ਜਿਨ੍ਹਾਂ ਨੇ ਮਤਲਬ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਕੀ ਕਰਿਆ, ਬਪਤਿਸਮਾ ਲਿਆ। ਦੇਖੋ ਪਰਮੇਸ਼ਵਰ ਦਾ ਵਚਨ ਕੀ ਕਰਦਾਗਾ, ਉਹਦਾ ਜ਼ਖਮੀ ਵੀ ਕਰਦਾਗਾ। ਪਰਮੇਸ਼ਵਰ ਦਾ ਵਚਨ ਕੀ ਕਰਦਾਗਾ, ਉਹ ਤਾਂ ਪੱਟੀ ਬਣਦਾਗਾ। ਲੇਕਿਨ ਸਹੀ ਦੇ ਵਿੱਚ ਜੋ ਸਾਡੇ ਪਰਮੇਸ਼ਵਰ ਨੇ ਉਹ ਤਾਂ ਬਹੁਤ ਹੀ ਮਹਾਨ ਨੇ, ਬਹੁਤ ਹੀ ਮਹਾਨ ਨੇ। ਲੇਕਿਨ ਦੇਖੋ ਬਾਈਬਲ ਦੇ ਵਿੱਚ ਇੱਕ ਗੱਲ ਲਿਖੀ ਹੈ, ਪ੍ਰਭੂ ਯਿਸੂ ਮਸੀਹ ਨੇ ਕਿਹਾਗਾ ਕਿ ਤੁਸੀਂ ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ। ਦੇਖੋ ਇਹ ਗੱਲ ਤਾਂ ਪ੍ਰਭੂ ਯਿਸੂ ਮਸੀਹ ਨੇ ਕਹੀ ਹੈ ਬਾਈਬਲ ਦੇ ਵਿੱਚ, ਵਚਨ ਦੇ ਵਿੱਚ ਕਹੀ ਹੈ। ਲੇਕਿਨ ਅੱਜ ਲੋਕ ਵਚਨ ਨੂੰ ਸੁਣਨਾ ਨਹੀਂ ਚਾਹੁੰਦੇ। ਅੱਜ ਲੋਕ ਇਨਸਾਨ ਵਚਨ ਨੂੰ ਮੰਨ ਕੇ ਆਜ਼ਾਦ ਨਹੀਂ ਹੋਣਾ ਚਾਹੁੰਦੇ। ਅੱਜ ਵੀ ਇਨਸਾਨ ਜੋ ਵਚਨ ਦੇ ਸੁਣਦੇ ਨੇ ਲੇਕਿਨ ਵਚਨ ਦੇ ਉੱਪਰ ਵਿਸ਼ਵਾਸ ਕਰਕੇ ਉਸ ਦੇ ਅਨੁਸਾਰ ਉਹ ਜੀਵਨ ਨਹੀਂ ਜੀਣਾ ਚਾਹੁੰਦੇ। ਇਹਦਾ ਮਤਲਬ ਕੀ ਕਿ ਉਹਨਾਂ ਨੂੰ ਆਜ਼ਾਦੀ ਪਸੰਦ ਨਹੀਂ ਹੈ। ਪ੍ਰਭੂ ਯਿਸੂ ਮਸੀਹ ਕਾਹਦੇ ਲਈ ਆਏ ਨੇ, ਉਹ ਤਾਂ ਆਜ਼ਾਦੀ ਦੇਣ ਦੇ ਲਈ ਆਏ ਨੇ। ਲੇਕਿਨ ਅੱਜ ਕੀ ਹੈ, ਇਨਸਾਨ ਨੂੰ ਅਗਰ ਐਸੇ ਵਚਨ ਦੇ ਦਿਓ, ਦੱਸ ਦਿਓ ਉਹਨਾਂ ਨੂੰ ਕਿ ਦੇਖੋ ਪ੍ਰਭੂ ਯਿਸੂ ਮਸੀਹ ਆਉਣ ਵਾਲੇ ਨੇ ਔਰ ਪ੍ਰਭੂ ਯਿਸੂ ਮਸੀਹ ਆ ਕੇ ਤੁਹਾਡਾ ਨਿਆਂ ਕਰਨਗੇ, ਤਾਂ ਉਹਨਾਂ ਲੋਕਾਂ ਨੂੰ ਡਰ ਲੱਗਦਾ ਹੈਗਾ। ਸਾਨੂੰ ਐਸੇ ਵਚਨ ਨਹੀਂ ਸੁਣਨੇ ਸੀ ਨੇ, ਸਾਨੂੰ ਤਾਂ ਐਸੇ ਵਚਨ ਸਿਖਾਓ ਕਿ ਜਿਹਦੇ ਵਿੱਚ ਆਸੀਸ ਮਿਲਦੀ ਹੋਵੇ, ਜਿਹਦੇ ਵਿੱਚ ਚੰਗਾਈ ਮਿਲਦੀ ਹੋਵੇ, ਔਰ ਜਿਹਦੇ ਵਿੱਚ ਕੋਈ ਵੀ ਮਾੜੀ ਮੋਟੀ ਬਿਮਾਰੀ ਹੈ ਪ੍ਰਾਰਥਨਾ ਨਾਲ ਜਾਂਦੀ ਹੋਵੇ। ਅਸੀਂ ਸਿਰਫ ਔਰ ਸਿਰਫ ਪਰਮੇਸ਼ਵਰ ਤੋਂ ਲੈ ਲਈਏ, ਪਰਮੇਸ਼ਵਰ ਨੂੰ ਕਦੇ ਦੇਣਾ ਨਾ ਪਵੇ, ਐਸੇ ਜਿਹੇ ਵਚਨ ਸਿਖਾਓ। ਅੱਜ ਜ਼ਿਆਦਾਤਰ ਲੋਕਾਂ ਨੂੰ ਐਸੇ ਵਚਨਾਂ ਦੀ ਜ਼ਰੂਰਤ ਹੈ। ਇੱਕ ਵਾਰ ਮੇਰਾ ਕਿਸੇ ਘਰ ਦੇ ਵਿੱਚ ਜਾਣਾ ਹੋਇਆ ਔਰ ਉੱਥੇ ਉਸ ਪਰਿਵਾਰ ਨੇ ਕਿਹਾ ਚਲੋ ਅੱਜ ਰਾਤ ਨੂੰ ਬੰਦਗੀ ਕਰਦੇ ਹਾਂ। ਅਸੀਂ ਇੱਥੇ ਬੰਦਗੀ ਲਈ ਬਹਿ ਗਏ ਔਰ ਬੰਦਗੀ ਕਰਨ ਦੇ ਵਿੱਚ ਕੀ ਹੋਇਆ ਕਿ ਅਸੀਂ ਉੱਥੇ ਆਰਾਧਨਾ ਕਰੀ। ਆਰਾਧਨਾ ਕਰਨ ਤੋਂ ਬਾਅਦ ਜਦ ਬੰਦਗੀ ਕਰੀ ਉਦੋਂ ਵਚਨ ਦਿੱਤਾ ਔਰ ਉਹਦੇ ਵਿੱਚ ਕੁਝ ਨਵੇਂ ਮਸੀਹ ਲੋਕ ਆਏ ਸੀਗੇ। ਮਤਲਬ ਕੁਛ ਹੀ ਸਮਾਂ ਸੀ ਉਹਨਾਂ ਨੂੰ ਮਸੀਹ ਦੇ ਵਿੱਚ ਆਇਆ ਨੂੰ, ਔਰ ਕੁਛ ਐਸੇ ਲੋਕ ਸੀਗੇ ਜੋ ਕਾਫੀ ਟਾਈਮ ਤੋਂ ਪੁਰਾਣੇ ਸੀਗੇ, ਕਾਫੀ ਵਿਸ਼ਵਾਸੀ ਸੀ ਪੁਰਾਣੇ। ਔਰ ਜਦੋਂ ਉਹਨਾਂ ਲੋਕਾਂ ਨੇ ਵਚਨ ਸੁਣਿਆ, ਔਰ ਸਹੀ ਦੇ ਵਿੱਚ ਇਹ ਸੱਚੀ ਗੱਲ ਹੈ ਕਿ ਉਹਨਾਂ ਲੋਕਾਂ ਨੇ ਵਚਨ ਸੁਣਿਆ ਔਰ ਵਚਨ ਸੁਣਨ ਤੋਂ ਬਾਅਦ ਉਹਨਾਂ ਲੋਕਾਂ ਨੇ
ਮੂੰਹ ਦੇ ਵਿੱਚੋਂ ਮਤਲਬ ਸਭ ਨੇ ਕਬੂਲ ਕਰਿਆ ਕਿ ਅੱਜ ਤੱਕ ਅਸੀਂ ਕਦੇ ਵਚਨ ਐਸਾ ਸੁਣਿਆ ਹੀ ਨਹੀਂ ਜਿਸ ਤਰ੍ਹਾਂ ਵਚਨ ਅੱਜ ਤੁਸੀਂ ਦਿੱਤਾ ਗਾ, ਮਤਲਬ ਜਿਸ ਤਰ੍ਹਾਂ ਅੱਜ ਤੁਹਾਡਾ ਪਰਮੇਸ਼ਵਰ ਨੇ ਇਸਤੇਮਾਲ ਕੀਤਾ ਗਾ, ਵੀ ਇਸ ਤਰ੍ਹਾਂ ਦਾ ਵਚਨ ਅਸੀਂ ਨਹੀਂ ਸੁਣਿਆ। ਮਤਲਬ ਸਾਨੂੰ ਇੰਨਾ ਚਿਰ ਹੋ ਗਿਆ ਮਸੀਹ ਦੇ ਵਿੱਚ। ਕਿਉਂ? ਕਿਉਂਕਿ ਉਹਨੂੰ ਦੱਸਿਆ ਗਿਆ ਕਿ ਅਗਰ ਤੁਸੀਂ ਸੰਸਾਰ ਦੇ ਵਿੱਚ ਰਹਿੰਦੇ ਹੋ, ਅਗਰ ਤੁਸੀਂ ਰੀਤੀ ਰਿਵਾਜ ਕਰਦੇ ਹੋ, ਮਤਲਬ ਰਕਸ਼ਾ ਬੰਧਨ ਕਰਦੇ ਹੋ ਜਾਂ ਕੋਈ ਹੋਰ ਦਿਨ ਤਿਉਹਾਰ ਮੰਨਦੇ ਹੋ, ਜੋ ਵੀ ਮੰਨਦੇ ਹੋ, ਉਹ ਪਰਮੇਸ਼ਵਰ ਨੂੰ ਪਸੰਦ ਨਹੀਂ ਹੈ। ਮਤਲਬ ਐਸੀਆਂ ਜਦ ਉਹਨਾਂ ਨੂੰ ਮਤਲਬ ਕੁਝ ਗੱਲਾਂ ਸੁਣਾਈਆਂ ਗਈਆਂ ਤਾਂ ਉਹਨਾਂ ਨੂੰ ਸੁਣਨ ਦੇ ਵਿੱਚ ਕੀ ਲੱਗੀਆਂ? ਬਹੁਤ ਚੰਗੀਆਂ ਲੱਗੀਆਂ। ਮੂੰਹ ਦੇ ਵਿੱਚ ਜਦ ਗਈਆਂ, ਮਤਲਬ ਬੋਲਣ ਦੇ ਵਿੱਚ ਬਹੁਤ ਮਿੱਠੀਆਂ ਲੱਗਦੀਆਂ ਨੇ। ਜਦ ਇਨਸਾਨ ਕਿਸੇ ਨੂੰ ਕੁਝ ਕਹੇ ਵੀ ਦੇਖੋ ਝੂਠ ਨਾ ਬੋਲੋ, ਗਾਲਾਂ ਨਾ ਕੱਢੋ, ਲੜਾਈ ਝਗੜਾ ਨਾ ਕਰੋ, ਇਨਸਾਨ ਨੂੰ ਬੋਲਣ ਦੇ ਵਿੱਚ ਬੜਾ ਚੰਗਾ ਲੱਗਦਾ ਗਾ। ਲੇਕਿਨ ਜਦ ਉਸਨੂੰ ਖੁਦ ਮੰਨਣਾ ਪਵੇ ਤਾਂ ਫਿਰ ਉਸਨੂੰ ਔਖਾ ਲੱਗਦਾ ਗਾ। ਉਹਨਾਂ ਲੋਕਾਂ ਨੇ ਇਸ ਗੱਲ ਨੂੰ ਬਹੁਤ ਹੀ ਮਤਲਬ ਤਰੀਕੇ ਨਾਲ ਗੱਲ ਕਰੀ ਕਿ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਗਾ, ਅੱਜ ਸਾਨੂੰ ਬਹੁਤ ਆਨੰਦ ਆਇਆ ਗਾ ਵਚਨ ਸੁਣ ਕੇ। ਔਰ ਉਸ ਤੋਂ ਬਾਅਦ ਚਲੋ ਮੈਨੂੰ ਵੀ ਬਹੁਤ ਖੁਸ਼ੀ ਹੋਈ ਵੀ ਪ੍ਰਭੂ ਤੁਹਾਡਾ ਧੰਨਵਾਦ ਕਿ ਤੁਸੀਂ ਇਹਨਾਂ ਲੋਕਾਂ ਵਿੱਚ ਇਸਤੇਮਾਲ ਕੀਤਾ ਗਾ। ਔਰ ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਜਦ ਘਰੇ ਆਇਆ ਤਾਂ ਦੂਜੇ ਦਿਨ ਫੋਨ ਆ ਗਿਆ, ਕਹਿੰਦਾ ਜੀ ਹੁਣ ਤੁਸੀਂ ਸਾਡੇ ਨਾਲ ਇੱਥੇ ਆਇਓ। ਅਤੇ ਮੈਂ ਕਿਹਾ ਕੀ ਗੱਲ? ਕਹਿੰਦਾ ਸਾਨੂੰ ਜਦੋਂ ਲੋੜ ਹੋਊ ਤੁਹਾਡੀ ਹੁਣ ਤੁਹਾਨੂੰ ਬੁਲਾ ਲਵਾਂਗੇ। ਮੈਂ ਚਲ ਠੀਕ ਹੈ, ਕੋਈ ਗੱਲ ਨਹੀਂ। ਉਸ ਤੋਂ ਬਾਅਦ ਮੈਂ ਜਾਂਦਾ ਸੀਗਾ ਉੱਧਰ, ਮੈਂ ਫੋਨ ਕਰਦਾ ਸੀਗਾ, ਲੇਕਿਨ ਉਹ ਕਹਿੰਦੇ ਸੀ ਅਸੀਂ ਅੱਜ ਘਰੇ ਹੈ ਨਹੀਂ, ਅੱਜ ਕਿਤੇ ਬਾਹਰ ਆ। ਲੇਕਿਨ ਸਹੀ ਦੇ ਵਿੱਚ ਉਸ ਜਗ੍ਹਾ ਇੱਕ ਜੋ ਨਵਾਂ ਪਰਿਵਾਰ ਸੀਗਾ, ਜਿਸ ਨਵੇਂ ਭਾਈ ਨੂੰ ਮੈਂ ਮਿਲਿਆ ਸੀਗਾ, ਉਸ ਭਾਈ ਨੂੰ ਬਹੁਤ ਹੀ ਆਨੰਦ ਆਇਆ ਸੀਗਾ। ਉਸ ਦਿਨ ਤੋਂ ਉਸ ਭਾਈ ਨੂੰ ਬਹੁਤ ਹੀ ਆਨੰਦ ਆਇਆ। ਲੇਕਿਨ ਉਸ ਜਗ੍ਹਾ ਸਾਡਾ ਜਾਣਾ ਬਿਲਕੁਲ ਹੀ ਬੰਦ ਹੋ ਗਿਆ। ਲੇਕਿਨ ਉਹ ਭਾਈ ਨੇ ਜਿਵੇਂ ਕਿਵੇਂ ਕਰਕੇ ਸਾਡਾ ਨੰਬਰ ਲਿਆ, ਜਾਂ ਫਿਰ ਪਿੱਛੇ ਜਿਹੇ ਬੰਦਗੀ ਅੱਗੇ ਰਹੀ ਸੀ ਤਾਂ ਸਾਡਾ ਉੱਥੇ ਜਾਣਾ ਹੋਇਆ। ਤਾਂ ਉਹ ਭਾਈ ਸਾਹਿਬ ਜੋ ਨਵੇਂ ਸੀਗੇ, ਜਿਨ੍ਹਾਂ ਨੇ ਵਚਨ ਸੁਣਿਆ ਸੀਗਾ, ਉਹ ਬਹੁਤ ਖੁਸ਼ ਹੋਏ, ਬਹੁਤ ਖੁਸ਼ ਹੋਏ। ਔਰ ਉਸ ਤੋਂ ਬਾਅਦ ਉਸ ਭਾਈ ਸਾਹਿਬ ਨੇ ਕਿਹਾ ਕਿ ਤੁਸੀਂ ਮੈਨੂੰ ਮਿਲ ਕੇ ਜਾਇਆ ਕਰੋ। ਅੱਜ ਵੀ ਉਸ ਪਿੰਡ ਵਿੱਚ ਜਾਂਦੇ ਆ, ਲੇਕਿਨ ਉਸੇ ਭਾਈ ਨੂੰ ਮਿਲਦੇ ਆ ਇਕੱਲੇ ਨੂੰ ਹੀ। ਬਾਕੀ ਲੋਕਾਂ ਨੇ ਦੇਖੋ ਜੋ ਪੁਰਾਣੇ ਲੋਕ ਸੀਗੇ, ਉਹਨਾਂ ਨੇ ਵਚਨ ਸੁਣਿਆ, ਲੇਕਿਨ ਵਚਨ ਨੂੰ ਹਜ਼ਮ ਨਹੀਂ ਕਰ ਸਕੇ। ਸੁਣਨ ਦੇ ਵਿੱਚ ਕੀ ਲੱਗਿਆ? ਉਹਨਾਂ ਨੂੰ ਬਹੁਤ ਮਿੱਠਾ ਲੱਗਿਆ। ਵਚਨ ਸੁਣਨ ਦੇ ਵਿੱਚ ਉਹਨਾਂ ਨੂੰ ਬਹੁਤ ਮਿੱਠਾ ਲੱਗਿਆ। ਦੇਖੋ ਸੱਚ ਤਾਂ ਜਾਣਿਆ ਉਹਨਾਂ ਲੋਕਾਂ ਨੇ, ਲੇਕਿਨ ਆਜ਼ਾਦ ਨਹੀਂ ਹੋਣਾ ਚਾਹੁੰਦੇ। ਹੁਣ ਕਿਹੜਾ ਇਨਸਾਨ ਰਕਸ਼ਾ ਬੰਧਨ ਹੈ, ਰੱਖੜੀਆਂ ਨੇ, ਉਹਨਾਂ ਨੂੰ ਬੰਦ ਕਰੇ? ਕਿਹੜਾ ਇਨਸਾਨ ਹੈ ਜੋ ਰੀਤੀ ਰਿਵਾਜ ਨੇ, ਜੋ ਪਰੰਪਰਾਵਾਂ ਨੇ, ਉਹਨਾਂ ਵਿੱਚੋਂ ਬਾਹਰ ਨਿਕਲੇ? ਮਤਲਬ ਕੀ ਕਿ ਜੋ ਪਰਮੇਸ਼ਵਰ ਦੇ ਵਚਨ ਨੇ, ਇਹ ਸੁਣਨ ਦੇ ਵਿੱਚ ਕੀ ਲੱਗਦੇ ਨੇ? ਇਨਸਾਨ ਨੂੰ ਮਿੱਠੇ ਲੱਗਦੇ ਨੇ। ਸੁਣਨ ਦੇ ਵਿੱਚ ਇਨਸਾਨ ਨੂੰ ਕੀ ਲੱਗਦੇ ਨੇ? ਬਹੁਤ ਚੰਗੇ ਲੱਗਦੇ ਨੇ ਕਿ ਹਾਂ ਇਸ ਤਰ੍ਹਾਂ ਕਰਨਾ ਚਾਹੀਦਾ ਗਾ, ਇਸ ਤਰ੍ਹਾਂ ਕਰਨਾ ਚਾਹੀਦਾ ਗਾ। ਲੇਕਿਨ ਜਦ ਇਨਸਾਨ ਨੂੰ ਵਚਨ ਦੀ ਆਗਿਆਕਾਰੀ ਕਰਨੀ ਪਵੇ ਤਾਂ ਫਿਰ ਉਹਦਾ ਪੇਟ ਕੀ ਹੋ ਜਾਂਦਾ ਗਾ? ਕੌੜਾ ਹੋ ਜਾਂਦਾ ਗਾ। ਇੱਕ ਵਾਰ ਕਿਸੇ ਪਰਿਵਾਰ ਦੇ ਵਿੱਚ ਜਾਣਾ ਹੋਇਆ, ਔਰ ਉਸ ਪਰਿਵਾਰ ਦੇ ਵਿੱਚ ਇੱਕ ਭਾਈ ਸਾਹਿਬ ਸੀਗੇ। ਉਹ ਜਦ ਮਿਲੇ ਤਾਂ ਬਹੁਤ ਖੁਸ਼ ਹੋਏ, ਬਹੁਤ ਹੀ ਖੁਸ਼ ਹੋਏ। ਔਰ ਬੈਠੇ ਬੈਠੇ ਗੱਲਾਂ ਬਾਤਾਂ ਕਰਨ ਲੱਗ ਗਏ। ਚਲੋ ਉਹ ਕਿਸੇ ਹੋਰ ਮਤਲਬ ਦੇਵੀ ਦੇਵਤੇ ਕੋਲ ਜਾਂਦੇ ਸੀ ਪਹਿਲਾਂ, ਲੇਕਿਨ ਉਹਨਾਂ ਦੇ ਘਰ ਵਿੱਚ ਕੋਈ ਸਮੱਸਿਆ ਆ ਗਈ, ਕੋਈ ਪਰੇਸ਼ਾਨੀ ਆ ਗਈ, ਜਿਹਦੇ ਕਰਕੇ ਉਹ ਪ੍ਰਭੂ ਯਿਸੂ ਮਸੀਹ ਦੇ ਕੋਲ ਆਏ। ਔਰ ਜਦ ਪ੍ਰਭੂ ਯਿਸੂ ਮਸੀਹ ਦੇ ਕੋਲ ਆਏ, ਲੇਕਿਨ ਉਸ ਭਾਈ ਸਾਹਿਬ ਨੇ ਇੱਕ ਮੰਗ ਰੱਖੀ ਸੀਗੀ ਕਿ ਮੈਂ ਬੰਦਗੀ ਵਿੱਚ ਤਦੇ ਜਾਵਾਂਗਾ ਕਿ ਜਦ ਮੈਨੂੰ ਪਹਿਲੇ ਦਿਨ ਹੀ ਬਪਤਿਸਮਾ ਦਿੱਤਾ ਜਾਏ। ਤੇ ਚਲੋ ਉਹ ਭਾਈ ਸਾਹਿਬ ਕਿਸੇ ਪਾਸਟਰ ਕੋਲ ਗਏ, ਸੇਵਕ ਕੋਲ ਗਏ, ਤਾਂ ਉਹਦੇ ਲਈ ਗਏ ਤਾਂ ਉਹਨਾਂ ਨੂੰ ਬਪਤਿਸਮਾ ਉੱਥੋਂ ਲੈ ਲਿਆ ਪਹਿਲੇ ਦਿਨ ਜਾ ਕੇ। ਉਹਨਾਂ ਨੂੰ ਕੁਝ ਵੀ ਨਹੀਂ ਪਤਾ ਮਸੀਹ ਦੇ ਬਾਰੇ, ਮਸੀਹ ਕੌਣ ਹੈ, ਮਸੀਹ ਕੀ ਕਰਦਾ ਗਾ, ਜਾਂ ਬਪਤਿਸਮਾ ਕੀ ਹੈ, ਇਹ ਕਿਉਂ ਲੈਣਾ ਚਾਹੀਦਾ ਗਾ, ਮਤਲਬ ਕੁਝ ਵੀ ਨਹੀਂ ਪਤਾ। ਪਰ ਕਾਫੀ ਟਾਈਮ ਮਿਲਣ ਹੋਣ ਤੋਂ ਬਾਅਦ ਜਦੋਂ ਸਾਡੀ ਮੁਲਾਕਾਤ ਹੋਈ ਤਾਂ ਬੈਠੇ ਬੈਠੇ ਗੱਲਬਾਤ ਕਰਨ ਲੱਗ ਗਏ। ਅਸੀਂ ਗੱਲਬਾਤ ਕਰੀ, ਉਹਨਾਂ ਨੇ ਸ਼ੁਰੂ ਕੀਤੀ ਜੀ ਦੇਖੋ ਜੀ, ਕਹਿੰਦਾ ਮੈਂ ਤਾਂ ਜਦ ਮਸੀਹ ਦੇ ਵਿੱਚ ਆਇਆਗਾ, ਔਰ ਮੈਂ ਤਾਂ ਪਹਿਲੀ ਵਾਰ ਬੰਦਗੀ ਵਿੱਚ ਗਿਆਗਾ, ਮੈਨੂੰ ਤਾਂ ਪਹਿਲੀ ਵਾਰ ਪਵਿੱਤਰ ਆਤਮਾ ਮਿਲ ਗਿਆ, ਤੇ ਮਤਲਬ ਮੈਂ ਵੀ ਕੁਛ ਗੱਲ ਨੂੰ ਸੁਣਿਆ। ਮੈਂ ਕਿਹਾ ਕਿਵੇਂ ਗਈ, ਕੀ ਕਹਿ ਸਕਦੇ ਤੁਸੀਂ ਵੀ ਪਵਿੱਤਰ ਆਤਮਾ ਮਿਲ ਗਿਆ? ਕਾਰਨ? ਕਹਿੰਦਾ ਹਾਂ, ਮੈਂ ਤਾਂ ਕਹਿੰਦਾ ਵੀ ਹੋਰ ਦੇਵੀ ਦੇਵਤੇ ਨੂੰ ਮੰਨਦਾ ਸੀਗਾ, ਲੇਕਿਨ ਮੈਂ ਜਦੋਂ ਘਰੋਂ ਗਿਆ ਤਾਂ ਮੈਂ ਪਹਿਲਾਂ ਗੱਲ ਕਹੀ ਸੀ ਵੀ ਮੈਂ ਬੰਦਗੀ ਵਿੱਚ ਤਾਂ ਹੀ ਜਾਊਂ ਕਿ ਜੇ ਮੈਨੂੰ ਪਹਿਲੇ ਦਿਨ ਹੀ ਮਤਲਬ ਬਪਤਿਸਮਾ ਮਿਲ ਜਾਏ। ਔਰ ਮੈਂ ਬਪਤਿਸਮਾ ਲੈ ਲਿਆ, ਮੈਂ ਤਾਂ ਪਵਿੱਤਰ ਆਤਮਾ ਵੀ ਪਾ ਲਿਆ। ਅੱਛਾ ਜੀ, ਮੈਂ ਕਿਹਾ ਬਾਈ ਬਪਤਿਸਮਾ ਸਿੱਖਿਆ ਤੁਸੀਂ? ਕਹਿੰਦਾ ਕੁਛ ਵੀ ਨਹੀਂ ਸਿੱਖਿਆ, ਮੈਨੂੰ ਤਾਂ ਪਤਾ ਹੀ ਕੁਛ ਨਹੀਂ ਸੀਗਾ ਵੀ ਯਿਸੂ ਮਸੀਹ ਕੌਣ ਹੈ, ਯਿਸੂ ਮਸੀਹ ਕੀ ਹੈ, ਉਹ ਕੀ ਕਰਦਾ, ਕਿਉਂ ਬਪਤਿਸਮਾ ਲੈਣਾ ਚਾਹੀਦਾ ਵਾ। ਬਾਈ ਫਿਰ ਤੁਸੀਂ ਗਲਤ ਕਹਿ ਰਹੇ ਹੋ, ਬਾਈਬਲ ਦੇ ਇਸ ਤਰ੍ਹਾਂ ਨਹੀਂ ਲਿਖਿਆ ਹੋਇਆ। ਬਾਈਬਲ ਤਾਂ ਇਹ ਦੱਸਦੀ ਹੈ ਕਿ ਪਹਿਲਾਂ ਵਿਸ਼ਵਾਸ ਕਰੋ, ਫਿਰ ਤੋਬਾ ਕਰੋ, ਫਿਰ ਪਾਪਾਂ ਦੀ ਮਾਫੀ ਲਈ ਬਪਤਿਸਮਾ ਲਓ। ਲੇਕਿਨ ਤੁਹਾਨੂੰ ਤਾਂ ਫਿਰ ਜਾਂ ਤੁਸੀਂ ਸੱਚੇ ਹੋ ਜਾਂ ਫਿਰ ਬਾਈਬਲ ਝੂਠੀ ਹੈ, ਜਾਂ ਤੁਸੀਂ ਝੂਠੇ ਹੋ ਜਾਂ ਬਾਈਬਲ ਝੂਠੀ ਹੈ। ਮੈਂ ਤੁਸੀਂ ਹੁਣ ਫੈਸਲਾ ਕਰੋ। ਤੇ ਉਹ ਕਹਿੰਦਾ ਜੀ ਫਿਰ ਤਾਂ ਬਾਈਬਲ ਸੱਚੀ ਹੈ। ਉਸ ਤੋਂ ਬਾਅਦ ਉਸ ਇਨਸਾਨ ਨੂੰ ਇੰਨਾ ਗੁੱਸਾ ਲੱਗਿਆ ਮੇਰੇ ਉੱਪਰ ਕਿ ਅੱਜ ਉਹ ਇਨਸਾਨ ਅਗਰ ਮੇਰੇ ਸਾਹਮਣੇ ਆਉਂਦਾ ਗਾ ਤਾਂ ਮੈਨੂੰ ਬੁਲਾਉਂਦਾ ਤੱਕ ਵੀ ਨਹੀਂ। ਕਿਉਂ? ਕਿਉਂਕਿ ਵਚਨ ਹੈ ਜੋ ਪਰਮੇਸ਼ਵਰ ਦਾ, ਉਹ ਕੀ ਹੈ? ਉਹ ਤਾਂ ਤਲਵਾਰ ਦੇ ਸਮਾਨ ਹੈ। ਉਹ ਕੀ ਕਰਦਾ ਗਾ? ਜ਼ਖਮੀ ਕਰਦਾ ਗਾ। ਦੇਖੋ ਉਹ ਭਾਈ ਸਾਹਿਬ ਜ਼ਖਮੀ ਤਾਂ ਹੋਏ, ਉਹਨਾਂ ਨੂੰ ਸਵਾਲ ਹੋਣਾ ਚਾਹੀਦਾ ਗਾ ਯਾਰ ਤੁਸੀਂ ਇਸ ਤਰ੍ਹਾਂ ਕਿਸ ਤਰ੍ਹਾਂ ਕਹਿ ਸਕਦੇ ਹੋ। ਲੇਕਿਨ ਸਹੀ ਦੇ ਵਿੱਚ ਉਸ ਨੂੰ ਲੱਗਿਆ ਵੀ ਕਿ ਮੈਂ ਗਲਤੀ ਹੈ, ਮੇਰੀ ਗਲਤੀ ਹੈ ਔਰ ਮੈਂ ਗਲਤ ਕੁਝ ਕਰ ਰਿਹਾ ਗਾ। ਲੇਕਿਨ ਫਿਰ ਵੀ ਉਸ ਭਾਈ ਸਾਹਿਬ ਦੇ ਅੰਦਰ ਇੰਨੀ ਹਿੰਮਤ ਨਹੀਂ ਹੋਈ ਕਿ ਉਹ ਕੁਝ ਗੱਲਬਾਤ ਕਰੇ। ਲੇਕਿਨ ਸਹੀ ਦੇ ਵਿੱਚ ਉਹ ਜੋ ਇਨਸਾਨ ਹੈ ਜੋ ਬਪਤਿਸਮਾ ਗਲਤ ਲੈ ਕੇ ਬੈਠਾ ਗਾ,
ਔਰ ਉਸਨੂੰ ਲੱਗਦਾ ਹੈਗਾ ਕਿ ਮੈਨੂੰ ਪਵਿੱਤਰ ਆਤਮਾ ਮਿਲਿਆ ਹੋਇਆਗਾ, ਲੇਕਿਨ ਉਹ ਭਾਈ ਸਾਹਿਬ ਦੇ ਅੰਦਰ ਸਹੀ ਦੇ ਵਿੱਚ ਜੋ ਮੇਰੇ ਪ੍ਰਤੀ ਈਰਖਾ ਸੀ, ਜੋ ਮਤਲਬ ਮੇਰੇ ਪ੍ਰਤੀ ਨਫ਼ਰਤ ਸੀ, ਉਹ ਹੁਣ ਵੀ ਦੇਖਣ ਨੂੰ ਮਿਲਦੀ ਹੈ, ਹੁਣ ਵੀ ਦੇਖਣ ਨੂੰ ਮਿਲਦੀ ਹੈ। ਲੇਕਿਨ ਲੱਗਦਾ ਕੀ ਹੈ ਕਿ ਅਸੀਂ ਮਸੀਹ ਨੂੰ ਮੰਨਦੇ ਹਾਂ। ਅੱਜ ਵੀ ਉਹ ਲੋਕ ਬੰਦਗੀ ਵਿੱਚ ਜਾਂਦੇ ਨੇ, ਅੱਜ ਵੀ ਉਹ ਲੋਕ ਪ੍ਰਾਰਥਨਾ ਕਰਦੇ ਨੇ, ਲੇਕਿਨ ਅੱਜ ਵੀ ਉਹਨਾਂ ਨੂੰ ਵਚਨ ਕੈਸਾ ਚਾਹੀਦਾ ਹੈਗਾ? ਸਿਰਫ ਔਰ ਸਿਰਫ ਦੁੱਧ ਦੇ ਸਮਾਨ। ਅੱਜ ਵੀ ਵਚਨ ਚਾਹੀਦਾ, ਕੈਸਾ ਚਾਹੀਦਾ ਉਹਨਾਂ ਨੂੰ? ਹਾਂ, ਸਿਰਫ ਦੁੱਧ ਦੇ ਸਮਾਨ, ਵੀ ਜਿਹਦੇ ਵਿੱਚ ਆਸ਼ੀਸ਼ ਮਿਲੇ, ਜਿਹਦੇ ਵਿੱਚ ਚੰਗਾਈ ਮਿਲੇ, ਜਿਹਦੇ ਵਿੱਚ ਬਰਕਤਾਂ ਮਿਲਣ, ਐਸਾ ਵਚਨ ਚਾਹੀਦਾ ਹੈਗਾ। ਲੇਕਿਨ ਵਚਨ ਹੈ ਜੋ ਸਹੀ ਦੇ ਵਿੱਚ ਅੱਜ ਜੋ ਭਾਰੀ ਭੋਜਨ ਜਿਹਨੂੰ ਕਹਿੰਦੇ ਨੇ, ਜਿਹਨੂੰ ਸਖਤ ਭੋਜਨ ਕਹਿੰਦੇ ਨੇ, ਅੱਜ ਉਸ ਨੂੰ ਇਨਸਾਨ ਲੈਣਾ ਨਹੀਂ ਚਾਹੁੰਦਾ, ਲੈ ਕੇ ਉਸਨੂੰ ਹਜ਼ਮ ਨਹੀਂ ਕਰਨਾ ਚਾਹੁੰਦਾ। ਲੇਕਿਨ ਸਹੀ ਦੇ ਵਿੱਚ ਇਹਦਾ ਕਾਰਨ ਇਹਦਾ ਇਹੀ ਹੈ ਕਿ ਇਨਸਾਨ ਹੈ ਜੋ ਉਹ ਪਰਮੇਸ਼ਵਰ ਦੇ ਵਿੱਚ ਅੱਗੇ ਵਧਣਾ ਨਹੀਂ ਚਾਹੁੰਦਾ। ਅੱਜ ਦੇਖੋ ਲੋਕ 15-15 ਸਾਲ ਤੋਂ, 20-20 ਸਾਲ ਤੋਂ, 25-25 ਸਾਲ ਤੋਂ ਮਸੀਹ ਦੇ ਵਿੱਚ ਨੇ, ਲੇਕਿਨ ਫਿਰ ਵੀ ਦੇਖੋ ਅਗਰ ਉਹਨਾਂ ਨੂੰ ਪਰਮੇਸ਼ਵਰ ਦੀ ਵਚਨ ਦੀ ਸਮਝ ਦੇਖੀਏ, ਉਹ ਤਾਂ ਬਿਲਕੁਲ ਹੀ ਨਹੀਂ। ਅਗਰ ਪਰਮੇਸ਼ਵਰ ਦੀ ਵਚਨਾਂ ਦੀ ਆਗਿਆਕਾਰੀ ਦੇਖੀਏ, ਉਹ ਤਾਂ ਉਹਨਾਂ ਦੇ ਜੀਵਨ ਵਿੱਚ ਦੇਖਣ ਨੂੰ ਮਿਲਦੀ ਹੀ ਨਹੀਂ। ਲੇਕਿਨ ਇੱਕ ਹੀ ਗੱਲ ਜਾਣਦੇ ਨੇ ਕਿ ਯਿਸੂ ਮਸੀਹ ਕੀ ਹੈ? ਉਹ ਤਾਂ ਦਿਆਲੂ ਹੈ। ਯਿਸੂ ਮਸੀਹ ਕੀ ਹੈ? ਉਹ ਤਾਂ ਕਿਰਪਾਲੂ ਹੈ। ਯਿਸੂ ਮਸੀਹ ਕੀ ਹੈ? ਉਹ ਤਾਂ ਰਹਿਮ ਕਰਨ ਵਾਲਾ ਗਾ। ਯਿਸੂ ਮਸੀਹ ਕੀ ਹੈ? ਉਹ ਤਾਂ ਮਾਫ ਕਰਨ ਵਾਲਾ ਗਾ। ਲੇਕਿਨ ਇਨਸਾਨ ਹੈ ਜੋ ਉਹ ਇਹ ਭੁੱਲ ਹੋ ਜਾਂਦਾ ਗਾ ਕਿ ਯਿਸੂ ਮਸੀਹ ਕੀ ਹੈ? ਉਹ ਤਾਂ ਭਸਮ ਕਰਨ ਵਾਲੀ ਅੱਗ ਹੈ। ਇਹ ਇਨਸਾਨ ਭੁੱਲ ਜਾਂਦਾ ਗਾ। ਲੇਕਿਨ ਸਹੀ ਦੇ ਵਿੱਚ ਅੱਜ ਦਾ ਜੋ ਇਨਸਾਨ ਹੈ ਉਹ ਪਰਮੇਸ਼ਵਰ ਦੇ ਵਚਨਾਂ ਨੂੰ ਬਹੁਤ ਹੀ ਹਲਕੇ ਨਾਲ ਲੈਂਦਾ ਗਾ। ਔਰ ਲਿਖਿਆ ਬਾਈਬਲ ਦੇ ਵਿੱਚ ਕਿ ਜੋ ਪਰਮੇਸ਼ਵਰ ਦਾ ਵਚਨ ਹੈ ਉਹ ਕੈਸਾ ਗਾ? ਆਪਾਂ ਪੜਾਂਗੇ ਯਾਕੂਬ ਉਹਦਾ 1 ਅਧਿਆਇ ਉਹਦਾ 23 ਵਚਨ। ਕਿਉਂਕਿ ਜੇ ਕੋਈ ਵਚਨ ਦਾ ਸੁਣਨ ਵਾਲਾ ਹੈ ਅਤੇ ਉਸ ਉੱਤੇ ਅਮਲ ਕਰਨ ਵਾਲਾ ਨਹੀਂ, ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਪਰਮੇਸ਼ਵਰ ਦਾ ਵਚਨ ਕੈਸਾ ਗਾ? ਸ਼ੀਸ਼ੇ ਦੇ ਵਿੱਚ। ਉਹ ਤਾਂ ਸ਼ੀਸ਼ੇ ਦੇ ਸਮਾਨ ਹੈ। ਹੁਣ ਇਨਸਾਨ ਅਗਰ ਨਹਾ ਨੂੰ ਕੇ ਸਾਫ਼ ਕੱਪੜੇ ਪਾ ਕੇ ਸ਼ੀਸ਼ੇ ਦੇ ਸਾਹਮਣੇ ਖੜਾ ਜਾਏ, ਅਗਰ ਸ਼ੀਸ਼ਾ ਨੂੰ ਦੱਸ ਦੇਵੇ ਇਨਸਾਨ ਨੂੰ ਕਿ ਦੇਖ ਤੇਰੇ ਚਿਹਰੇ ਉੱਪਰ ਦਾਗ ਹੈ, ਤਾਂ ਇਨਸਾਨ ਕੀ ਕਰੇਗਾ? ਚੁੱਕ ਕੇ ਕੁਛ ਉਥੋਂ ਪੱਥਰ ਸ਼ੀਸ਼ਾ ਤੋੜ ਦੇਗਾ। ਇਹੀ ਕਰੇਗਾ? ਇਦਾਂ ਨਹੀਂ ਕਰੇਗਾ। ਕਿਉਂ? ਜਾਂ ਉਹ ਸ਼ੀਸ਼ੇ ਨੂੰ ਬਦਲ ਦੇਗਾ, ਦੂਜਾ ਸ਼ੀਸ਼ਾ ਲੱਗਿਆ ਉਹ ਘਰ ਦੇ ਵਿੱਚ, ਉਹ ਨਾ ਸ਼ੀਸ਼ਾ ਬਦਲੇ ਨਾ ਸ਼ੀਸ਼ੇ ਨੂੰ ਤੋੜੇ। ਲੇਕਿਨ ਕੀ ਕਰੇਗਾ? ਸ਼ੀਸ਼ੇ ਨੂੰ ਦੇਖੋ ਆਪਣਾ ਜੋ ਦਾਗ ਹੈ ਉਹ ਦਾਗ ਨੂੰ ਸਾਫ਼ ਕਰ ਲੇਗਾ। ਲੇਕਿਨ ਬਾਈਬਲ ਤਾਂ ਕੀ ਹੈ? ਉਹ ਤਾਂ ਸ਼ੀਸ਼ੇ ਦੇ ਸਮਾਨ ਹੈ। ਇਹਦਾ ਮਤਲਬ ਕਿ ਜਦ ਇਨਸਾਨ ਬਾਈਬਲ ਦੇ ਵਿੱਚ ਆਉਂਦਾ ਗਾ, ਜਦ ਇਨਸਾਨ ਬਾਈਬਲ ਦੇ ਸਾਹਮਣੇ ਆਉਂਦਾ ਗਾ, ਤਾਂ ਬਾਈਬਲ ਕੀ ਕਰਦਾ? ਇਨਸਾਨ ਨੂੰ ਉਹਦਾ ਅਸਲੀ ਸਰੂਪ ਦੱਸ ਦਿੰਦਾ ਗਾ। ਦੇਖ ਤੇਰੇ ਵਿੱਚ ਇਹ ਕਮੀ ਹੈ, ਤੇਰੇ ਵਿੱਚ ਕੀ ਹੈ? ਇਹ ਘਟੀ ਹੈ। ਲੇਕਿਨ ਜ਼ਿਆਦਾਤਰ ਉਦੋਂ ਕੀ ਹੁੰਦਾ? ਇਨਸਾਨ ਬਾਈਬਲ ਨੂੰ ਮੰਨਣਾ ਛੱਡ ਦਿੰਦਾ ਗਾ। ਜਾਂ ਜਿਹੜਾ ਇਨਸਾਨ ਬਾਈਬਲ ਦੀ ਸੱਚਾਈ ਉਸ ਇਨਸਾਨ ਦੇ ਸਾਹਮਣੇ ਲੈ ਕੇ ਆਉਂਦਾ ਗਾ, ਉਸ ਇਨਸਾਨ ਦੇ ਨਾਲ ਬੋਲਚਾਲ ਬੰਦ ਕਰ ਦਿੰਦਾ ਗਾ। ਕਿਉਂ? ਇਹਨੂੰ ਤਾਂ ਬੋਲਣ ਦਾ ਹੀ ਨਹੀਂ ਪਤਾ, ਇਹਨੂੰ ਤਾਂ ਗੱਲ ਕਰਨ ਦਾ ਹੀ ਨਹੀਂ ਪਤਾ, ਇਹਨੂੰ ਤਾਂ ਵਚਨ ਦੱਸਣ ਦਾ ਹੀ ਨਹੀਂ ਪਤਾ। ਕਿਉਂ? ਕਿਉਂਕਿ ਇਨਸਾਨ ਨੂੰ ਗੁੱਸਾ ਆਉਂਦਾ ਗਾ। ਕਿਹਦੇ ਉੱਪਰ? ਵਚਨ ਦੇ ਉੱਪਰ ਗੁੱਸਾ ਆਉਂਦਾ ਗਾ, ਸ਼ੀਸ਼ੇ ਦੇ ਉੱਪਰ ਗੁੱਸਾ ਆਉਂਦਾ ਗਾ। ਸਹੀ ਦੇ ਵਿੱਚ ਜਦ ਇਨਸਾਨ ਆਪਣੇ ਆਪ ਨੂੰ ਦੇਖਦਾ ਸ਼ੀਸ਼ੇ ਦੇ ਵਿੱਚ, ਔਰ ਜਿਆਦਾ ਸ਼ੀਸ਼ਾ ਕੁਝ ਕਹਿ ਦੇਵੇ ਤਾਂ ਜਿਆਦਾ ਇਨਸਾਨ ਨੂੰ ਗੁੱਸਾ ਨਹੀਂ ਆਉਂਦਾ। ਲੇਕਿਨ ਬਾਈਬਲ ਦੇ ਅਨੁਸਾਰ ਅਗਰ ਕੋਈ ਸੇਵਕ, ਅਗਰ ਕੋਈ ਦਾਸ ਉਸ ਨੂੰ ਕੁਝ ਸਿਖਾਉਂਦਾ ਗਾ, ਉਸ ਨੂੰ ਕੁਝ ਸਮਝਾਉਂਦਾ ਗਾ, ਤਾਂ ਫਿਰ ਉਸ ਨੂੰ ਗੁੱਸਾ ਕਿਹਦੇ ਉੱਪਰ ਆਉਂਦਾ ਗਾ? ਉਸ ਦਾਸ ਦੇ ਉੱਪਰ, ਉਸ ਬਾਈਬਲ ਦੇ ਉੱਪਰ। ਇਸ ਲਈ ਕੀ ਕਰਦਾ ਗਾ ਇਨਸਾਨ? ਇਨਸਾਨ ਆਪਣਾ ਸੇਵਕ ਬਦਲ ਦਿੰਦਾ ਗਾ, ਪਾਸਟਰ ਬਦਲ ਦਿੰਦਾ ਗਾ। ਮੈਂ ਉਸ ਪਾਸਟਰ ਦੀ ਗੱਲ ਨਹੀਂ ਕਰਦਾ ਜੋ ਖੁਦ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਨਹੀਂ ਕਰਦਾ। ਮੈਂ ਤਾਂ ਉਸ ਪਰਮੇਸ਼ਵਰ ਦੇ ਦਾਸ ਦੀ ਗੱਲ ਕਰਦਾ ਗਾ ਜੋ ਆਤਮਾ ਸੱਚਾਈ ਨਾਲ ਖੁਦ ਵਚਨਾਂ ਨੂੰ ਮੰਨਦਾ ਗਾ, ਆਤਮਾ ਸੱਚਾਈ ਨਾਲ ਵਚਨਾਂ ਨੂੰ ਸਿਖਾਉਂਦਾ ਗਾ। ਉਸ ਸੇਵਕ ਦੀ ਗੱਲ ਕਰਦਾ ਗਾ। ਨਹੀਂ ਤਾਂ ਇਸ ਧਰਤੀ ਉੱਪਰ ਬਹੁਤ ਸਾਰੇ ਸੇਵਕ ਨੇ, ਔਰ ਸੇਵਕ ਵੀ ਐਸੇ ਨੇ ਕਿ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਚਾਹੇ ਆਪ ਨਾ ਕਰਦੇ ਹੋਣ, ਲੇਕਿਨ ਦੂਜਿਆਂ ਨੂੰ ਕਹਿਣਗੇ ਤੁਸੀਂ ਆਗਿਆਕਾਰੀ ਕਰੋ। ਤਾਂ ਉਸ ਪਰਮੇਸ਼ਵਰ ਦੇ ਸੇਵਕ ਦੀ ਗੱਲ ਨਹੀਂ ਕਰਦਾ ਮੈਂ ਤਾਂ ਉਸ ਸੇਵਕ ਦੀ ਗੱਲ ਕਰਦਾ ਗਾ ਜੋ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰਦਾ ਗਾ, ਔਰ ਵਚਨ ਦੇ ਵਿੱਚੋਂ ਹੀ ਉਸ ਗੱਲ ਨੂੰ ਦੱਸਦਾ ਗਾ ਕਿ ਵਚਨ ਇਹ ਇਸ ਤਰ੍ਹਾਂ ਕਹਿੰਦਾ ਗਾ ਔਰ ਤੈਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਗਾ। ਉਸ ਸੇਵਕ ਦੀ ਗੱਲ ਕਰਦਾ ਗਾ। ਔਰ ਐਸੇ ਹੀ ਸੇਵਕ ਲੋਕਾਂ ਨੂੰ ਬਹੁਤ ਜੋ ਵਿਸ਼ਵਾਸੀ ਲੋਕਾਂ ਨੂੰ ਛੱਡ ਕੇ ਚਲੇ ਜਾਂਦੇ ਨੇ। ਕਿਉਂ? ਸਾਡੇ ਜੀਵਨ ਦੇ ਵਿੱਚ ਕਮੀਆਂ ਦੱਸਦਾ ਸਾਨੂੰ, ਸਾਡੇ ਜੀਵਨ ਦੇ ਵਿੱਚ ਘਟੀ ਦੱਸਦਾ ਗਾ ਸਾਨੂੰ, ਸਾਡੇ ਜੀਵਨ ਦੇ ਸਾਨੂੰ ਨੁਕਸ ਦੱਸਦਾ ਗਾ। ਅਸੀਂ ਇਸ ਪਾਸਟਰ ਕੋਲ ਨਹੀਂ ਜਾਣਾ, ਅਸੀਂ ਇਸ ਸੇਵਕ ਕੋਲ ਨਹੀਂ ਜਾਣਾ। ਇਹਦਾ ਮਤਲਬ ਉਹਨਾਂ ਨੇ ਕੀ ਕੀਤਾ? ਸ਼ੀਸ਼ੇ ਨੂੰ ਦੇਖਣਾ ਬੰਦ ਕਰਤਾ। ਹੁਣ ਕਿਹੜੇ ਲਈ ਜਾਣਗੇ? ਜਿਹੜਾ ਉਹਨਾਂ ਨੂੰ ਉਹਨਾਂ ਦੀ ਗਲਤੀ ਨਾ ਦੱਸੇ, ਜਿਹੜਾ ਕਹੇ ਆ ਜਾਓ ਮੇਰੇ ਲਈ ਬੰਦਗੀ ਦੇ ਵਿੱਚ, ਬੰਦਗੀ ਵਿੱਚ ਆਈ ਜਾਓ, ਆਪਣਾ 10ਵਾਂ ਹਿੱਸਾ ਇੱਥੇ ਪਾਈ ਜਾਓ ਤੇ ਜੈਸਾ ਮਰਜ਼ੀ ਜੀਵਨ ਜੀਓ ਜਾਓ। ਬੰਦਗੀ ਵਿੱਚ ਚਾਹੇ ਮਹੀਨੇ ਵਿੱਚ 1 ਵਾਰ ਆਓ ਚਾਹੇ 2 ਵਾਰ ਆਓ, ਲੇਕਿਨ ਤੁਹਾਡਾ 10ਵਾਂ ਦਾ ਜੋ ਤੁਹਾਡਾ 10ਵਾਂ ਪੈਸਾ ਉਹ ਹੈ, 10ਵਾਂ ਹਿੱਸਾ ਉਹ ਤੁਹਾਡਾ ਹਰ ਵਾਰ ਮੇਰੇ ਘਰੇ ਜਾਂ ਚਰਚ ਵਿੱਚ ਪਹੁੰਚਣਾ ਹੀ ਚਾਹੀਦਾ ਹੈਗਾ। ਤਾਂ ਐਸੇ ਲੋਕ, ਐਸੇ ਸੇਵਕ
ਅੱਜ ਦੇ ਲੋਕਾਂ ਨੂੰ, ਅੱਜ ਦੇ ਵਿਸ਼ਵਾਸੀਆਂ ਨੂੰ ਚਾਹੀਦੇ ਨੇ। ਕਿਉਂ? ਕਿਉਂਕਿ ਉਹ ਇਹੀ ਚਾਹੁੰਦੇ ਨੇ ਕਿ ਸਾਡੀ ਗਲਤੀ ਉਹ ਸਾਨੂੰ ਕੋਈ ਦੱਸਣ ਵਾਲਾ ਨਾ ਹੋਵੇ। ਇੱਕ ਵਾਰ ਕਿਸੇ ਪਰਿਵਾਰ ਦੇ ਵਿੱਚ ਜਾਣਾ ਹੋਇਆ, ਔਰ ਪਰਿਵਾਰ ਦੇ ਵਿੱਚ ਜਾਣਾ ਹੋਇਆ ਤਾਂ ਹੋਇਆ ਕਿ ਉਸ ਪਰਿਵਾਰ ਦੇ ਵਿੱਚ ਉਹ ਪਰਿਵਾਰ ਮਸੀਹ ਨੂੰ ਮੰਨਦਾ ਸੀਗਾ, ਔਰ ਉਹਨਾਂ ਨੇ ਕਿਹਾ ਕਿ ਅੱਜ ਸਾਡੇ ਸਾਹਮਣੇ ਬੰਦਗੀ ਹੈ, ਔਰ ਬੰਦਗੀ ਕਰਨ ਵਾਸਤੇ ਕੋਈ ਹੋਰ ਦਾਸ ਆ ਰਿਹਾ ਸੀਗਾ। ਤੇ ਚਲੋ ਅਸੀਂ ਕਿਹਾ ਚਲੋ ਬਹੁਤ ਚੰਗੀ ਗੱਲ ਹੈ, ਤੁਹਾਡੀ ਬੰਦਗੀ ਹੈ। ਤੇ ਕਹਿੰਦਾ ਹਾਂਜੀ ਸਾਡੇ ਘਰ ਦੇ ਵਿੱਚ ਕੰਮ ਹੋਇਆਗਾ, ਉਸ ਲਈ ਅਸੀਂ ਬੰਦਗੀ ਕਰਾ ਰਹੇ ਹਾਂ। ਤੇ ਚਲੋ ਬੰਦਗੀ ਵਾਸਤੇ ਪੁੱਛਿਆ ਵੀ ਤੁਹਾਡੇ ਘਰ ਦੇ ਵਿੱਚ ਪਰਮੇਸ਼ਰ ਨੇ ਕੀ ਕੰਮ ਕੀਤਾ, ਸਾਨੂੰ ਦੱਸੋ। ਉਹ ਕਹਿੰਦਾ ਵੀ ਸਾਡੇ ਨਾ ਜਿਹੜੀ ਬਹੂ ਸੀ ਘਰ ਦੇ ਵਿੱਚ, ਉਹ ਨਾ ਭੁੱਕੀ ਵੇਚਦੀ ਵੀ ਫੜੀ ਗਈ, ਪੁਲਿਸ ਨੇ ਫੜ ਲਈ, ਔਰ ਪੁਲਿਸ ਵਾਲੇ ਫੜ ਕੇ ਲੈ ਗਏ। ਤੇ ਅਸੀਂ ਆਪਣੇ ਪਾਸਟਰ ਨੂੰ ਬੁਲਾਇਆ, ਔਰ ਅਸੀਂ ਕਿਹਾ ਵੀ ਪਰਮੇਸ਼ਵਰ ਸਾਡੀ ਜੋ ਬਹੂ ਹੈ ਉਹ ਸਹੀ ਸਲਾਮਤ ਘਰੇ ਆ ਜਾਏ, ਅਸੀਂ ਬੰਦਗੀ ਕਰਾਵਾਂਗੇ। ਚਲੋ ਸਾਡੇ ਬਹੂ ਪਰ ਕੋਈ ਕੇਸ ਨਹੀਂ ਪਿਆ, ਤਾਂ ਪੁਲਿਸ ਵਾਲਿਆਂ ਨੇ ਉਹਨੂੰ ਛੱਡਤਾ। ਅੱਜ ਅਸੀਂ ਖੁਸ਼ੀ ਵਿੱਚ ਕੀ ਕਰ ਰਹੇ ਹਾਂ, ਬੰਦਗੀ ਕਰ ਰਹੇ ਹਾਂ ਸ਼ਾਮ ਨੂੰ। ਹੁਣ ਦੇਖੋ ਐਸੇ ਵੀ ਲੋਕ ਸੀਗੇ, ਇਹਦੇ ਵਿੱਚ ਕੀ ਕਰਦੇ ਨੇ, ਪਰਮੇਸ਼ਵਰ ਨੂੰ ਆਪਣਾ ਪਾਰਟਨਰਸ਼ਿਪ ਬਣਾ ਲੈਂਦੇ ਨੇ। ਪ੍ਰਭੂ ਯਿਸੂ ਮਸੀਹ 50-50 ਕਰ ਲਾਂਗੇ। ਪ੍ਰਭੂ ਯਿਸੂ ਮਸੀਹ ਇਹ ਵੈਸੇ ਤੁਹਾਨੂੰ 10% ਦਿੰਦੇ ਹਾਂ, ਹੁਣ 20% ਦੇ ਦਾਂਗੇ, ਲੇਕਿਨ ਸਾਡੇ ਨਾਲ ਹਿੱਸੇਦਾਰੀ ਕਰ ਲਓ। ਮਤਲਬ ਕਿ ਇਨਸਾਨ ਵੀ ਪ੍ਰਭੂ ਯਿਸੂ ਮਸੀਹ ਨੂੰ, ਉਸ ਪਰਮੇਸ਼ਵਰ ਨੂੰ ਆਪਣੇ ਵਰਗਾ ਸਮਝ ਲੈਂਦਾ ਹੈਗਾ, ਲੇਕਿਨ ਉਹ ਸੇਵਕ ਵੀ ਦੇਖੋ ਹੁਣ ਇਸੇ ਲਈ ਉਹ ਬੰਦਗੀ ਕਰਨ ਚਲਾ ਗਿਆ। ਉਹ ਵੀ ਤਾਂ ਸ਼ਾਇਦ ਸੋਚਦਾ ਹੋਵੇ ਕਿ ਅੱਜ ਮੈਨੂੰ ਵੀ ਕੁਝ ਮਿਲ ਜੂਗਾ ਇੱਥੋਂ, ਜਾਂ ਹੋ ਸਕਦਾ ਸੇਵਕ ਨੇ ਗੱਲ ਕਹੀ ਹੋਊਗੀ, ਇਹ ਗੱਲ ਨਹੀਂ ਕਹੀ ਹੋਣੀ ਸੇਵਕ ਨੇ ਗੱਲਾਂ ਤੋਂ ਮਨਾ ਕੀਤਾ ਹੋਊਗਾ ਉਹਨਾਂ ਲੋਕਾਂ ਨੂੰ। ਸੇਵਕ ਨੇ ਐਸੀਆਂ ਗੱਲਾਂ ਤੋਂ ਮਨਾ ਕੀਤਾ ਹੋਊਗਾ, ਭਾਈ ਤੁਸੀਂ ਨਸ਼ਾ ਨਾ ਵੇਚੋ, ਨਸ਼ੇ ਦਾ ਕੰਮ ਨਾ ਕਰੋ, ਲੇਕਿਨ ਹੋ ਸਕਦਾ ਗਾ ਕਿ ਉਹ ਲੋਕ ਨਾ ਮੰਨਦੇ ਹੋਣ, ਕਿਉਂਕਿ ਕੋਈ ਵੀ ਸੇਵਕ ਇੰਨੀ ਵੱਡੀ ਆਫਰ ਨਹੀਂ ਕਿਸੇ ਨੂੰ ਦਿੰਦਾ, ਇੰਨੀ ਵੱਡੀ ਗਲਤੀ ਕਰਨ ਵਾਸਤੇ ਕਿਸੇ ਨੂੰ ਨਹੀਂ ਕਹਿੰਦਾ। ਉਹ ਮਤਲਬ ਸੇਵਕ ਕਿਸੇ ਨੂੰ ਵੀ ਕੁਝ ਨਹੀਂ ਕਹਿੰਦਾ ਕਿ ਗਲਤੀ ਕਰ ਤੂੰ, ਲੇਕਿਨ ਗਲਤੀ ਜੋ ਕਰਦਾ ਗਾ ਉਹ ਵਿਸ਼ਵਾਸੀ ਆਪਣੇ ਹੀ ਦਮ ਦੇ ਉੱਪਰ ਕਰਦਾ ਗਾ। ਲੇਕਿਨ ਲੱਗਿਆ ਕਿ ਚਲੋ ਬੰਦਗੀ ਕਰਾ ਲੈਂਦੇ ਹਾਂ, ਤਾਂ ਬੰਦਗੀ ਕਰਨ ਦੇ ਨਾਲ ਕੀ ਹੋਊਗਾ, ਸਾਡੀ ਬਹੂ ਹੈ ਜੋ ਉਹ ਸਹੀ ਸਲਾਮਤ ਘਰੇ ਆ ਗਈ। ਔਰ ਸਹੀ ਦੇ ਵਿੱਚ ਦੇਖੋ ਲੋਕ ਕੀ ਸੋਚਦੇ ਨੇ ਕਿ ਪਰਮੇਸ਼ਵਰ ਕੀ ਹੈ, ਉਹ ਤਾਂ ਸਾਡੇ ਵਰਗਾ ਹੈ। ਕਿਉਂ? ਕਿਉਂਕਿ ਅਗਰ ਉਹਨਾਂ ਨੂੰ ਸਪਸ਼ਟ ਕਹਿ ਦਿਓ, ਅਗਰ ਉਹਨਾਂ ਨੂੰ ਪਰਮੇਸ਼ਵਰ ਦੇ ਵਚਨ ਦੀ ਸੱਚਾਈ ਦੱਸੋ, ਤਾਂ ਉਹਨਾਂ ਨੂੰ ਕੀ ਲੱਗੇਗਾ, ਉਹਨਾਂ ਨੂੰ ਗੁੱਸਾ ਲੱਗੇਗਾ। ਕਿਉਂ ਲੱਗੇਗਾ? ਕਿਉਂਕਿ ਅਸੀਂ ਐਸੇ ਪਾਸਟਰ ਕੋਲ ਜਾਣਾ ਪਸੰਦ ਹੀ ਨਹੀਂ ਕਰਦੇ, ਅਸੀਂ ਐਸੇ ਸੇਵਕ ਕੋਲ ਜਾਣਾ ਪਸੰਦ ਹੀ ਨਹੀਂ ਕਰਦੇ। ਕਿਉਂ? ਕਿਉਂਕਿ ਸਾਡੀ ਕਮੀਆਂ ਸਾਡੇ ਸਾਹਮਣੇ ਰੱਖ ਦਿੰਦਾ ਗਾ, ਸਾਡੇ ਸਾਹਮਣੇ ਸਾਡੇ ਦਾਗ ਨੇ ਉਹ ਰੱਖ ਦਿੰਦਾ ਗਾ। ਔਰ ਬਹੁਤੇ ਲੋਕ ਕੀ ਕਹਿੰਦੇ ਨੇ ਕਿ ਪਾਸਟਰ ਸਾਡੇ ਤੇ ਤਵਾ ਲਾਉਂਦਾ ਗਾ, ਪਾਸਟਰ ਸਾਡੇ ਉੱਪਰ ਕੀ ਕਰਦਾ ਗਾ, ਤਵਾ ਲਾਉਂਦਾ ਗਾ। ਪਰ ਇਸੇ ਕਰਕੇ ਉਹ ਲੋਕ ਉਸ ਸੇਵਕ ਨੂੰ ਛੱਡ ਦਿੰਦੇ ਨੇ। ਪਰ ਕਿਹੜੇ ਸੇਵਕ ਨੂੰ ਰੱਖਦੇ ਆਪਣੇ ਕੋਲ, ਕਿ ਜਿਹੜਾ ਮਿੱਠੀਆਂ ਗੱਲਾਂ ਕਰੇ, ਜਿਹੜਾ ਲੇਪਾ ਪੋਚੀ ਕਰ ਦੇਵੇ, ਐਸੇ ਸੇਵਕ ਕੋਲ ਉਹ ਲੋਕ ਜਾਣਾ ਚਾਹੁੰਦੇ ਨੇ। ਕਿਉਂਕਿ ਲਿਖਿਆ ਬਾਈਬਲ ਦੇ ਵਿੱਚ 2 ਤਿਮੋਥੀਅਸ ਉਹਦਾ 4 ਅਧਿਆਇ ਉਹਦਾ ਪੜੋ 1 ਤੋਂ। ਮੈਂ ਪਰਮੇਸ਼ਵਰ ਅਤੇ ਮਸੀਹ ਯੀਸ਼ੂ ਨੂੰ ਜਿਹੜਾ ਜਿਉਂਦਿਆਂ ਅਤੇ ਮੋਇਆਂ ਦਾ ਨਿਆਂ ਕਰੇਗਾ ਗਵਾਹ ਕਰਕੇ ਉਹਦੇ ਪ੍ਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਤੈਨੂੰ ਤਕੀਦ ਕਰਦਾ। ਹੁਣ ਦੇਖੋ ਪਰਮੇਸ਼ਵਰ ਦਾ ਦਾਸ ਸੰਤ ਪੌਲਸ ਆਪਣੇ ਸ਼ਾਗਿਰਦ ਨੂੰ, ਆਪਣੇ ਚੇਲੇ ਨੂੰ, ਤਿਮੋਥੀਅਸ ਨੂੰ ਦੱਸ ਰਿਹਾ ਗੱਲ ਇਹ ਕਿ ਮੈਂ ਤੈਨੂੰ ਗੱਲਾਂ ਦੀ ਤਕੀਦ ਕਰਦਾ ਹਾਂ। ਅੱਗੇ ਭਾਈ ਤੂੰ ਵਚਨ ਦਾ ਪ੍ਰਚਾਰ ਕਰ, ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹਿ। ਹਾਂ, ਕੀ ਕਰ ਤੂੰ? ਵਚਨ ਦਾ ਪ੍ਰਚਾਰ ਕਰਦਾ ਰਹਿ, ਵੇਲਾ ਕਵੇਲਾ, ਮਤਲਬ ਕੋਈ ਇਹ ਟਾਈਮ ਨਾ ਸੋਚ ਵੀ ਕਿਹੜਾ ਟਾਈਮ ਆ, ਲੇਕਿਨ ਕੀ ਕਰ ਤੂੰ? ਪਰਮੇਸ਼ਰ ਦਾ ਪ੍ਰਚਾਰ ਕਰਦਾ ਰਹਿ। ਹੈਂ, ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹਿ। ਹਾਂ, ਪੂਰੀ ਧੀਰ ਜੇ ਤੇ ਸਿੱਖਿਆ ਨਾਲ ਝਿੜਕ ਦੇ, ਮਤਲਬ ਝਿੜਕ ਵੀ, ਉਹਨਾਂ ਨੂੰ ਡਾਂਟ ਵੀ, ਕਿਹਦੇ ਨਾਲ? ਧੀਰ ਜੀ ਨਾਲ, ਨਮਰਤਾ ਨਾਲ, ਸਹਿਣਸ਼ੀਲਤਾ ਨਾਲ, ਕਿ ਉਹਨਾਂ ਨੂੰ ਝਿੜਕ ਦੇ, ਡਾਂਟਦੇ ਐਸੇ ਲੋਕਾਂ ਨੂੰ। ਹਾਂ, ਤਾੜਦਾ ਅਤੇ ਤਕੀਦ ਕਰ। ਹਾਂ, ਤਾੜਦੇ ਐਸੇ ਲੋਕਾਂ ਨੂੰ, ਚੇਤਾਵਨੀ ਦੇ ਦੇ ਉਹਨਾਂ ਲੋਕਾਂ ਨੂੰ। ਕਿਉਂ ਜੋ ਉਹ ਸਮਾਂ ਆਵੇਗਾ, ਮਤਲਬ ਦੇਖੋ, ਹਾਲੇਲੂਇਆ, ਉਹ ਸਮਾਂ ਆਏਗਾ ਹਾਂ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਉਹ ਖਰੀ ਸਿੱਖਿਆ ਨੂੰ ਨਹੀਂ ਸਹਿਣਗੇ। ਅੱਜ ਦੇਖੋ ਉਹ ਕੰਮ ਹੋ ਰਿਹਾਗਾ। ਅੱਜ ਜ਼ਿਆਦਾਤਰ ਲੋਕ ਇਹੀ ਕੰਮ ਕਰ ਰਹੇ ਨੇ। ਕੀ ਕੰਮ ਕਰ ਰਹੇ ਨੇ? ਕਿ ਜੋ ਖਰੀ ਸਿੱਖਿਆ ਗਈ, ਕੀ ਲਿਖਿਆ ਉਹਦੇ ਬਾਰੇ ਪੜ੍ਹੋ ਅੱਗੇ। ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪੜ੍ਹੋ ਅੱਗੇ। ਪਰ ਕੰਨਾਂ ਦੀ ਜਲੂਣ ਦੇ ਕਾਰਨ, ਹਾਂ, ਕੰਨਾਂ ਦੀ ਜਲੂਣ ਕਰਕੇ, ਆਪਣੇ ਵਿਸ਼ਿਆਂ ਦੇ ਅਨੁਸਾਰ, ਆਪਣੇ ਵਿਸ਼ਿਆਂ ਦੇ ਅਨੁਸਾਰ। ਹਾਂ, ਕੀ ਲਿਖਿਆ ਬਾਈਬਲ ਦੇ ਵਿੱਚ? ਕਿ ਤੂੰ ਐਸੇ ਲੋਕਾਂ ਨੂੰ ਝਿੜਕ ਦੇ, ਐਸੇ ਲੋਕਾਂ ਨੂੰ ਝਿੜਕ ਦੇ ਕਿ ਕਿਉਂ ਜੋ ਉਹ ਸਮਾਂ ਆਵੇਗਾ ਜਦ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਫਿਰ ਆਪਣੇ ਕੰਨਾਂ ਦੀ ਜਲੂਣ ਦੇ ਕਾਰਨ, ਹਾਂ, ਆਪਣੇ ਵਿਸ਼ਿਆਂ ਦੇ ਅਨੁਸਾਰ
ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ। ਮਤਲਬ ਆਪਣੇ ਵਿਸ਼ਿਆਂ ਦੇ ਅਨੁਸਾਰ, ਕਹਿਣ ਦਾ ਮਤਲਬ ਕਿ ਜੋ ਉਹ ਸੁਣਨਾ ਚਾਹੁੰਦੇ ਨੇ ਉਹੀ ਸੁਣਾਵੇ ਆ, ਉਹੀ ਉਹਨਾਂ ਨੂੰ ਸੁਣਾਇਆ ਜਾਏ। ਮਤਲਬ ਜੈਸਾ ਵਿਸ਼ਵਾਸੀ ਸੁਣਨਾ ਚਾਹੁੰਦਾਗਾ ਐਸਾ ਹੀ ਕੋਈ ਸੇਵਕ ਆ ਕੇ ਉਹਨਾਂ ਨੂੰ ਸੁਣਾਵੇ, ਐਸੀਆਂ ਹੀ ਗੱਲਾਂ ਉਹਨਾਂ ਨੂੰ ਸੁਣਨ ਨੂੰ ਮਿਲਣ। ਤਾਂ ਉਹਦੇ ਲਈ ਕੀ ਕਰਨਗੇ? ਉਹ ਬਹੁਤ ਸਾਰੇ ਕੀ ਕਰਨਗੇ? ਗੁਰੂ ਧਾਰ ਲੈਣਗੇ। ਮਤਲਬ ਬਹੁਤ ਸਾਰੇ ਐਸੇ ਉਸਤਾਦ ਲੈ ਆਉਣਗੇ ਆਪਣੇ ਲਵੇ, ਬਹੁਤ ਸਾਰੇ ਐਸੇ ਲੋਕ ਸੇਵਕ ਲੈ ਕੇ ਆਉਣਗੇ। ਕਿਉਂ? ਕਿਉਂਕਿ ਉਹ ਲੋਕ ਖਰੀ ਸਿੱਖਿਆ ਸੁਣ ਨਹੀਂ ਸਕਦੇ। ਅਗਰ ਖਰੀ ਸਿੱਖਿਆ ਉਹਨਾਂ ਨੂੰ ਸੁਣਾਓ ਤਾਂ ਕੀ ਹੈ? ਉਹਨਾਂ ਦੇ ਕੰਨਾਂ ਵਿੱਚ ਕੀ ਹੁੰਦੀ ਹੈ? ਖੁਜਲੀ ਹੁੰਦੀ ਹੈ। ਉਹਨਾਂ ਦੇ ਕੰਨ ਨੇ ਜੋ ਹੁਣ ਉਹ ਸੱਚਾਈ ਨੂੰ ਸੁਣ ਨਹੀਂ ਸਕਦੇ, ਉਹਨਾਂ ਦੇ ਕੰਨਾਂ ਵਿੱਚ ਕੀ ਹੁੰਦੀ ਹੈ? ਹੁਣ ਖੁਜਲੀ ਹੋਣ ਲੱਗ ਗਈ। ਇਸ ਕਰਕੇ ਉਹ ਪਰਮੇਸ਼ਵਰ ਦੇ ਵਚਨਾਂ ਨੂੰ ਸੁਣ ਨਹੀਂ ਸਕਦੇ। ਹੁਣ ਕੀ ਕਰਦੇ ਨੇ? ਉਹ ਬਦਲ ਦਿੰਦੇ ਨੇ, ਇਹ ਸਹੀ ਨਹੀਂ ਹੈ, ਇਹ ਤਾਂ ਇਸ ਤਰ੍ਹਾਂ ਬੋਲਦਾਗਾ, ਇਹਨੂੰ ਤਾਂ ਬੋਲਣ ਦਾ ਨਹੀਂ ਪਤਾ, ਇਹਨੂੰ ਤਾਂ ਬੋਲਣ ਦਾ ਹੀ ਨਹੀਂ ਪਤਾ, ਇਹ ਤਾਂ ਸਾਰਿਆਂ ਦੇ ਸਾਹਮਣੇ ਇਸ ਤਰ੍ਹਾਂ ਬੋਲ ਦਿੰਦਾਗਾ। ਸਹੀ ਬਾਤ ਹੈ ਕਿ ਸਾਰਿਆਂ ਦੇ ਸਾਹਮਣੇ ਨਹੀਂ ਬੋਲਣਾ ਚਾਹੀਦਾ, ਲੇਕਿਨ ਫਿਰ ਵੀ ਕੁਝ ਸਮਾਂ ਹੁੰਦਾਗਾ ਕਿਤੇ ਬੋਲਣ ਦਾ। ਲੇਕਿਨ ਕੀ ਹੈ? ਪਹਿਲਾਂ ਉਹਨਾਂ ਨੂੰ ਸਮਝਾ, ਉਹਨਾਂ ਨੂੰ ਚੇਤਾਵਨੀ ਦੇ ਦੇ, ਉਹਨਾਂ ਨੂੰ ਦੱਸ ਦੇ ਸਾਰੀਆਂ ਗੱਲਾਂ। ਲੇਕਿਨ ਜਦ ਉਹ ਨਾ ਮੰਨਣ ਫਿਰ ਉਹਨਾਂ ਨੂੰ ਘੂਰ ਦੇ, ਫਿਰ ਘੂਰ ਦੇ। ਕੀ ਹੋਗਾ? ਇੱਕ ਵਾਰ ਫਿਰ ਪੜੋ 3 ਅਧਿਆਏ। ਕਿਉਂ ਜੋ ਉਹ ਸਮਾਂ ਆਵੇਗਾ, ਹਾਂ, ਉਹ ਸਮਾਂ ਆਵੇਗਾ। ਫਿਰ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ। ਹੁਣ ਦੇਖੋ ਅੱਜ ਜ਼ਿਆਦਾਤਰ ਉਹ ਸਮਾਂ ਆ ਚੁੱਕਿਆਗਾ। ਅੱਜ ਜ਼ਿਆਦਾਤਰ ਲੋਕ ਇਹੀ ਕੰਮ ਕਰਦੇ ਨੇ ਕਿ ਅੱਜ ਅਗਰ ਕਿਸੇ ਨੂੰ ਖਰਾ ਉਪਦੇਸ਼ ਦੇ ਦਿਓ, ਅੱਜ ਕਿਸੇ ਨੂੰ ਖਰੀ ਗੱਲ ਕਹਿ ਦਿਓ, ਅੱਜ ਖਰੇ ਬਚਨ ਦੇ ਦਿਓ ਕਿਸੇ ਨੂੰ, ਤਾਂ ਇਨਸਾਨ ਨੂੰ ਪਹਿਲਾਂ ਤਾਂ ਹਜਮ ਹੀ ਨਹੀਂ ਹੋਣੇ। ਇਨਸਾਨ ਨੂੰ ਹਜਮ ਹੀ ਨਹੀਂ ਹੋਣੇ। ਕਿਉਂ ਨਹੀਂ ਹੋਣੇ? ਨਹੀਂ ਜੀ ਮੈਂ ਨਹੀਂ ਕਰ ਸਕਦਾ ਕੰਮ। ਬਾਈਬਲ ਦੇ ਵਿੱਚ ਇਹ ਗੱਲ ਤਾਂ ਕਦੇ ਸੁਣੀ ਹੋਈ ਨਹੀਂ ਜੋ ਤੁਸੀਂ ਸੁਣਾਉਣ ਲੱਗ ਗਏ। ਬਾਈਬਲ ਦੇ ਵਿੱਚ ਤਾਂ ਕਦੇ ਇਹ ਗੱਲਾਂ ਮੈਂ ਅਸੀਂ ਪੜ੍ਹੀਆਂ ਹੀ ਨਹੀਂ, ਅਸੀਂ ਕਦੇ ਪੜ੍ਹੀ ਨਹੀਂ ਬਾਈਬਲ ਦੇ ਵਿੱਚ, ਨਾ ਹੀ ਸਾਨੂੰ ਕਦੇ ਗੱਲਾਂ ਸਿਖਾਈਆਂ ਗਈਆਂ ਨੇ। ਕਹਿਣ ਦਾ ਮਤਲਬ ਕਿ ਉਹ ਸਮਾਂ ਆਵੇਗਾ, ਹਾਂ, ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ। ਮਤਲਬ ਖਰੀ ਸਿੱਖਿਆ ਸੁਣਾਓਗੇ ਤਾਂ ਖਰੀ ਸਿੱਖਿਆ ਨੂੰ ਉਹ ਲੋਕ ਸਹਿਣ ਨਹੀਂ ਕਰ ਸਕਣਗੇ। ਸੋ ਸੁਣ ਲੈਣਾ ਲੇਕਿਨ ਸਹਿਣ ਨਹੀਂ ਕਰ ਸਕਣਗੇ ਉਹਨੂੰ, ਔਰ ਸਹਿਣ ਨਹੀਂ ਕਰਨਗੇ ਫਿਰ ਕੀ ਹੋਏਗਾ? ਪਰ ਕੰਨਾਂ ਦੇ ਜਲੂਨ ਦੇ ਕਾਰਨ ਆਪਣੇ ਵਿਸ਼ਾ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ। ਫਿਰ ਉਹਨਾਂ ਦੇ ਕੰਨਾਂ ਦੇ ਵਿੱਚ ਖੁਜਲੀ ਹੋਣੀ ਸ਼ੁਰੂ ਹੋ ਜਾਂਦੀ ਹੈ, ਕੰਨਾਂ ਵਿੱਚ ਖਾਜ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਇਹਦੇ ਕੋਲ ਕਦੇ ਜਾਣਾ ਹੀ ਨਹੀਂ, ਇਸ ਸੇਵਕ ਨੂੰ ਕਦੇ ਬੁਲਾਉਣਾ ਹੀ ਨਹੀਂ। ਇਹਦੇ ਲਈ ਫਿਰ ਉਹ ਆਪਣੇ ਮਨ ਦੇ ਵਿਸ਼ਿਆਂ ਦੇ ਅਨੁਸਾਰ ਮਤਲਬ ਬਹੁਤ ਸਾਰੇ ਗੁਰੂ ਧਾਰ ਲੈਣਗੇ। ਕਹਿਣ ਦਾ ਮਤਲਬ ਕਿ ਜੋ ਉਹ ਸੁਣਨਾ ਚਾਹੁੰਦੇ ਨੇ ਐਸਾ ਹੀ ਕੋਈ ਇਹਨਾਂ ਨੂੰ ਸੁਣਾਉਣ ਵਾਲਾ ਮਿਲ ਜਾਏ। ਅਗਰ ਉਹ ਚਾਹੁੰਦੇ ਨੇ ਆਸ਼ੀਸ਼ ਮਿਲੇ ਸਾਨੂੰ, ਅਗਰ ਉਹ ਚਾਹੁੰਦੇ ਨੇ ਸਾਨੂੰ ਚੰਗਾਈ ਮਿਲ ਜਾਏ, ਸਾਨੂੰ ਛੁਟਕਾਰਾ ਮਿਲ ਜਾਏ, ਤੇ ਸਾਡੇ ਬੱਚੇ ਚੰਗੀ ਪੜ੍ਹਾਈ ਲਿਖਾਈ ਕਰਨ, ਸਾਡਾ ਵੀਜ਼ਾ ਲੱਗ ਜਾਏ, ਸਾਨੂੰ ਨੌਕਰੀ ਮਿਲ ਜਾਏ, ਸਾਨੂੰ ਚੰਗੀ ਗੱਡੀ ਮਿਲ ਜਾਏ, ਚੰਗਾ ਘਰ ਮਿਲ ਜਾਏ, ਚੰਗੇ ਕੱਪੜੇ ਮਿਲ ਜਾਣ, ਸੋਨਾ ਮਿਲ ਜਾਏ, ਚਾਂਦੀ ਮਿਲ ਜਾਏ, ਅਗਰ ਐਸਾ ਕੋਈ ਸੇਵਕ ਹੈ ਤਾਂ ਉਹ ਸਾਨੂੰ ਆ ਕੇ ਸੁਣਾਏ। ਤਾਂ ਇਸ ਧਰਤੀ ਉੱਪਰ ਬਹੁਤ ਸਾਰੇ ਐਸੇ ਸੇਵਕ ਨੇ ਜਿਨ੍ਹਾਂ ਦਾ ਕੰਮ ਹੀ ਹੁਣ ਇਹੀ ਹੈ, ਇਹੀ ਪ੍ਰਚਾਰ ਕਰਦੇ ਨੇ, ਮੇਰੇ ਕੋਲ ਆਓ, ਮੈਂ ਤੁਹਾਡਾ 3 ਮਹੀਨੇ ਦੇ ਵਿੱਚ ਵੀਜ਼ਾ ਲਵਾ ਕੇ ਤੁਹਾਨੂੰ ਬਾਹਰ ਭੇਜ ਦਿਆਂਗਾ, ਮੇਰੇ ਕੋਲ ਆਓ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਔਰ ਤੁਹਾਨੂੰ ਬੇਟਾ ਹੀ ਮਿਲੇਗਾ, ਮੇਰੇ ਕੋਲ ਆਓ ਤੇ ਮਤਲਬ ਤੁਹਾਡੇ ਉੱਪਰੋਂ ਸਾਰਾ ਕਰਜ਼ਾ ਚਲਾ ਜਾਏਗਾ। ਅੱਜ ਐਸੇ ਹੀ ਜ਼ਿਆਦਾਤਰ ਸੇਵਕ ਲੋਕਾਂ ਦਾ ਕੰਮ ਹੈ। ਔਰ ਉਹ ਲੋਕ ਕੀ ਕਰਦੇ ਨੇ? ਐਸੇ ਬਹੁਤ ਸਾਰੇ ਪ੍ਰਚਾਰ ਕਰਕੇ ਬਹੁਤ ਸਾਰੀਆਂ ਭੀੜਾਂ ਇਕੱਠੀਆਂ ਕਰ ਰਹੇ ਨੇ, ਲੇਕਿਨ ਜੋ ਪਰਮੇਸ਼ਵਰ ਦੀ ਸੱਚਾਈ ਹੈ ਉਹ ਇਨਸਾਨ ਨੂੰ ਉਹ ਵੀ ਨਹੀਂ ਦੱਸ ਰਹੇ। ਇਸੇ ਕਰਕੇ ਕੀ ਹੈ ਕਿ ਬਹੁਤ ਸਾਰੇ ਲੋਕ ਆਪਣੇ ਸੇਵਕ ਲੋਕਾਂ ਨੂੰ ਜੋ ਆਤਮਾ ਸੱਚਾਈ ਨਾਲ ਸਿੱਖਦੇ ਨੇ, ਆਤਮਾ ਸੱਚਾਈ ਨਾਲ ਸਿਖਾਉਂਦੇ ਨੇ, ਐਸੇ ਲੋਕਾਂ ਨੂੰ ਛੱਡ ਕੇ ਉਹ ਦੂਜਿਆਂ ਕੋਲ ਜਾਣਾ ਸ਼ੁਰੂ ਕਰ ਦਿੰਦੇ ਨੇ। ਕਿਉਂ? ਕਿਉਂਕਿ ਇਹ ਸੇਵਕ ਸਾਡੇ ਉੱਪਰ ਜਦ ਵੀ ਦੇਖੋ ਇੱਕ ਹੀ ਗੱਲ, ਤੁਸੀਂ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰੋ। ਅਗਰ ਤੁਸੀਂ ਆਗਿਆਕਾਰੀ ਨਹੀਂ ਕਰੋਗੇ ਤਾਂ ਤੁਸੀਂ ਨਰਕ ਵਿੱਚ ਚਲੇ ਜਾਓਗੇ। ਅਗਰ ਆਗਿਆਕਾਰੀ ਨਹੀਂ ਕਰੋਗੇ ਤਾਂ ਤੁਹਾਡਾ ਕੋਈ ਰਿਸ਼ਤਾ ਨਹੀਂ ਮਸੀਹ ਦੇ ਨਾਲ। ਅਗਰ ਤੁਸੀਂ ਪ੍ਰਭੂ ਭੋਜ ਨਹੀਂ ਕਰਦੇ ਤਾਂ ਤੁਹਾਡਾ ਕੋਈ ਰਿਸ਼ਤਾ ਨਹੀਂ ਮਸੀਹ ਦੇ ਨਾਲ। ਜਦ ਦੇਖੋ ਆਗਿਆਕਾਰੀ ਦੀ ਗੱਲਾਂ, ਜਦ ਦੇਖੋ ਆਗਿਆਕਾਰੀ ਦੀ ਗੱਲਾਂ, ਲੇਕਿਨ ਕੋਈ ਵੀ ਆਸ਼ੀਸ਼ ਵਾਲੀ ਗੱਲ, ਕੋਈ ਵੀ ਐਸੀ ਗੱਲ ਇਹਦੇ ਮੂੰਹ ਦੇ ਵਿੱਚੋਂ ਨਿਕਲਦੀ ਨਹੀਂ। ਲੇਕਿਨ ਜਦ ਵੀ ਦੇਖੋ ਸਵਰਗ ਦੀਆਂ ਗੱਲਾਂ ਕਰਦੇ ਨੇ, ਜਦ ਵੀ ਦੇਖੋ ਮਤਲਬ ਪ੍ਰਭੂ ਯਿਸੂ ਮਸੀਹ ਦੇ ਆਉਣ ਦੀਆਂ ਗੱਲਾਂ ਕਰਦੇ ਨੇ, ਲੇਕਿਨ ਕਦੇ ਵੀ ਦੱਸਿਆ ਨਹੀਂ ਕਿ ਤੁਸੀਂ ਅਮੀਰ ਕਿਵੇਂ ਬਣੋਗੇ ਜਾਂ ਤੁਸੀਂ ਕਿਵੇਂ ਧਰਤੀ ਉੱਪਰ ਆਸ਼ੀਸ਼ਿਤ ਹੋਵੋਗੇ। ਐਸੀਆਂ ਗੱਲਾਂ ਕਦੇ ਵੀ ਉਹ ਦੱਸਦੇ ਹੀ ਨਹੀਂ, ਲੇਕਿਨ ਜਦ ਦੇਖੋ ਇਹੀ ਗੱਲਾਂ ਸਾਨੂੰ ਦੱਸਦੇ ਨੇ। ਇਸ ਕਰਕੇ ਉਹ ਲੋਕਾਂ ਦੇ ਜੋ ਕੰਨ ਨੇ ਉਹ ਖਰੀ ਸਿੱਖਿਆ ਨੂੰ ਸੁਣ ਨਹੀਂ ਸਕਦੇ। ਉਹਨਾਂ ਦੇ ਕੰਨਾਂ ਵਿੱਚ ਕੀ ਹੁੰਦੀ ਹੈ? ਖਾਜ ਹੋਣੀ ਸ਼ੁਰੂ ਹੋ ਜਾਂਦੀ ਹੈ, ਖੁਜਲੀ ਸ਼ੁਰੂ ਹੋ ਜਾਂਦੀ ਹੈ, ਜਲੂਣ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਜਿਹਦੇ ਕਰਕੇ ਉਹ ਲੋਕੀ ਚਾਹੁੰਦੇ ਨੇ ਕਿ ਸਾਨੂੰ ਤਾਂ ਐਸਾ ਸੇਵਕ ਮਿਲੇ, ਐਸਾ ਦਾਸ ਮਿਲੇ ਕਿ ਜੈਸਾ ਅਸੀਂ ਚਾਹੁੰਦੇ ਹਾਂ, ਸਾਨੂੰ ਐਸੇ ਹੀ ਵਚਨ ਸੁਣਨ ਨੂੰ ਮਿਲਣ। ਔਰ ਐਸੇ ਸੇਵਕ ਉਹਨਾਂ ਨੂੰ ਮਿਲ ਵੀ ਜਾਂਦੇ ਨੇ। ਅੱਗੇ ਕੀ ਲਿਖਿਆ ਬਾਈਬਲ ਦੇ ਵਿੱਚ? ਅਤੇ ਸੱਚਾਈ ਤੋਂ ਕੰਨਾਂ ਨੂੰ ਫੇਰ ਕੇ
ਖਿਆਲੀ ਕਹਾਣੀਆਂ ਦੀ ਵੱਲ ਫਿਰਨਗੇ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਪਰ ਬਾਈਬਲ ਦੇ ਵਿੱਚ ਲਿਖਿਆ ਗਾ ਕਿ ਖਿਆਲੀ ਕਹਾਣੀਆਂ ਦੇ ਉੱਪਰ ਕੀ ਕਰਨਗੇ? ਉਹ ਧਿਆਨ ਲਾਉਣਗੇ। ਲੇਕਿਨ ਕਿੱਥੋਂ ਫਿਰ ਜਾਣਗੇ? ਸੱਚਾਈ ਤੋਂ ਫਿਰ ਜਾਣਗੇ। ਉਹ ਲੋਕ ਸੱਚਾਈ ਤੋਂ ਫਿਰ ਕੇ ਕਿੱਥੇ ਧਿਆਨ ਲਾਉਣਗੇ? ਆਪਣਾ ਖਿਆਲੀ ਕਹਾਣੀਆਂ ਦੇ ਉੱਪਰ। ਅੱਜ ਜ਼ਿਆਦਾਤਰ ਇਹੀ ਕੰਮ ਹੋ ਰਿਹਾ ਗਾ। ਅੱਜ ਇਨਸਾਨ ਇਹੀ ਕੰਮ ਕਰ ਰਿਹਾ ਗਾ ਕਿ ਅੱਜ ਪਰਮੇਸ਼ਵਰ ਦੇ ਵਚਨਾਂ ਨੂੰ ਛੱਡ ਕੇ ਅੱਜ ਇਨਸਾਨ ਇੱਧਰ ਉੱਧਰ ਦੌੜ ਰਿਹਾ ਗਾ। ਔਰ ਜੋ ਰੱਬ ਦਾ ਦਾਸ, ਰੱਬ ਦਾ ਸੇਵਕ ਉਸ ਇਨਸਾਨ ਨੂੰ ਸਵਰਗ ਤੱਕ ਲੈ ਕੇ ਜਾ ਸਕਦਾ ਗਾ, ਅੱਜ ਇਨਸਾਨ ਉਸੇ ਸੇਵਕ ਨੂੰ ਛੱਡ ਕੇ, ਉਸੇ ਰੱਬ ਦੇ ਦਾਸ ਨੂੰ ਛੱਡ ਕੇ ਇੱਧਰ ਉੱਧਰ ਦੌੜ ਰਿਹਾ ਗਾ। ਕਿਉਂ? ਕਿਉਂਕਿ ਉਹ ਜੋ ਸੇਵਕ ਹੈ ਸਹੀ ਦੇ ਵਿੱਚ ਅਗਰ ਉਹ ਆਗਿਆਕਾਰੀ ਖੁਦ ਕਰਦਾ ਗਾ ਤਦੇ ਉਹ ਕਿਸੇ ਨੂੰ ਆਗਿਆਕਾਰੀ ਦੇ ਲਈ ਕਹੇਗਾ। ਅਗਰ ਉਹ ਖੁਦ ਆਗਿਆਕਾਰੀ ਨਹੀਂ ਕਰਦਾ ਤਾਂ ਫਿਰ ਉਹ ਵੀ ਤਾਂ ਕਿਸੇ ਨੂੰ ਨਹੀਂ ਕਹੇਗਾ। ਇਸੇ ਕਰਕੇ ਕੀ ਹੈ ਕਿ ਜਿਹੜਾ ਇਨਸਾਨ ਆਗਿਆਕਾਰੀ ਵਾਸਤੇ ਕਹਿੰਦਾ ਗਾ, ਜਿਹੜਾ ਇਨਸਾਨ ਕਹਿੰਦਾ ਗਾ ਵੀ ਤੁਸੀਂ ਤੋਬਾ ਕਰੋ, ਸੱਚਾ ਬਪਤਿਸਮਾ ਲਓ, ਚੱਲਦੇ ਪਾਣੀ ਵਿੱਚ ਆਪਣੇ ਪਾਪਾਂ ਦੀ ਮਾਫੀ ਲਈ ਡੁੱਬ ਜਾਓ, ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਤੁਹਾਡੇ ਪਾਪਾਂ ਦੀ ਮਾਫੀ ਦੇਣਗੇ, ਔਰ ਉਸ ਤੋਂ ਬਾਅਦ ਕੀ ਕਰੋ? ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓ। ਹੁਣ ਜਿਹੜਾ ਇਨਸਾਨ ਇਹ ਗੱਲ ਕਹਿੰਦਾ ਗਾ ਔਰ ਇਹ ਕਰਦਾ ਵੀ ਹੈ ਤਾਂ ਸਹੀ ਦੇ ਵਿੱਚ ਐਸੇ ਇਨਸਾਨ ਦੇ ਕੋਲ, ਐਸੇ ਸੇਵਕ ਦੇ ਕੋਲ ਬਹੁਤ ਘੱਟ ਲੋਕ ਜਾਂਦੇ ਨੇ। ਕਿਉਂਕਿ ਜੋ ਪਾਪਾਂ ਦੀ ਮਾਫੀ ਹੈ ਉਹ ਇਨਸਾਨ ਨੂੰ ਮਿਲਦੀ ਹੈ, ਔਰ ਉਸ ਤੋਂ ਬਾਅਦ ਕੋਈ ਪਾਪ ਨਹੀਂ ਕਰਨਾ, ਔਰ ਉਸ ਤੋਂ ਬਾਅਦ ਕੀ ਕਰਨਾ ਗਾ? ਪ੍ਰਭੂ ਭੋਜ ਕਰਨਾ ਗਾ, ਪਰਮੇਸ਼ਰ ਨਾਲ ਲਗਾਤਾਰ ਸੰਗਤੀ ਕਰਦੇ ਰਹਿਣਾ ਗਾ। ਹੁਣ ਜਿਹੜਾ ਇਨਸਾਨ ਇਹ ਗੱਲਾਂ ਸਿਖਾਉਂਦਾ ਗਾ ਤਾਂ ਉਸ ਦੇ ਕੋਲ ਇਨਸਾਨ ਕਦੇ ਟਿਕਦਾ ਹੀ ਨਹੀਂ। ਲੇਕਿਨ ਜਿਹੜਾ ਇਨਸਾਨ ਕਹਿੰਦਾ ਭਾਈ ਕੋਈ ਗੱਲ ਨਹੀਂ, ਤੁਸੀਂ ਕਦੇ ਕਦੇ ਬੰਦਗੀ ਵਿੱਚ ਵੀ ਆ ਸਕਦੇ ਹੋ, ਅਗਰ ਐਤਵਾਰ ਨੂੰ ਤੁਹਾਨੂੰ ਕੋਈ ਵਿਆਹ ਆ ਗਿਆ ਤਾਂ ਕੋਈ ਗੱਲ ਨਹੀਂ, ਬੰਦਗੀ ਛੱਡ ਕੇ ਵਿਆਹ ਤੇ ਚਲੇ ਜਾਇਓ, ਅਗਰ ਐਤਵਾਰ ਨੂੰ ਤੁਹਾਨੂੰ ਭੋਗ ਆ ਗਿਆ ਤਾਂ ਕੋਈ ਗੱਲ ਨਹੀਂ, ਇੱਕ ਐਤਵਾਰ ਛੱਡ ਕੇ ਤੁਸੀਂ ਭੋਗ ਤੇ ਵੀ ਜਾ ਸਕਦੇ ਹੋ। ਲੇਕਿਨ ਜੋ 10ਵਾਂ ਹਿੱਸਾ ਭਾਈ ਕਮਾਈ ਦਾ 10ਵਾਂ ਹਿੱਸਾ ਗਾ, ਤੁਹਾਡੇ ਪੈਸੇ ਦਾ 10ਵਾਂ ਹਿੱਸਾ ਗਾ, ਉਹ ਤੁਸੀਂ ਜ਼ਰੂਰ ਦਿੰਦੇ ਰਹੋ। ਮਤਲਬ ਐਸੇ ਇਨਸਾਨ, ਐਸੇ ਹੀ ਸੇਵਕਾਂ ਨੂੰ, ਮਤਲਬ ਐਸੇ ਹੀ ਵਿਸ਼ਵਾਸੀ ਲੋਕ ਚਾਹੀਦੇ ਨੇ, ਔਰ ਐਸੇ ਹੀ ਵਿਸ਼ਵਾਸੀ ਲੋਕਾਂ ਨੂੰ ਐਸੇ ਹੀ ਸੇਵਕ ਲੋਕ ਚਾਹੀਦੇ ਨੇ। ਸਾਰੇ ਬੋਲੋ ਹਾਲੇਲੂਇਆ। ਮਤਲਬ ਜੋ ਸੱਚਾਈ ਹੈ, ਅੱਜ ਉਹ ਸੱਚਾਈ ਇਨਸਾਨ ਸੁਣਨਾ ਨਹੀਂ ਚਾਹੁੰਦਾ, ਔਰ ਸੁਣ ਕੇ ਉਸ ਨੂੰ ਮੰਨਣਾ ਨਹੀਂ ਚਾਹੁੰਦਾ। ਔਰ ਅੱਜ ਆਪਾਂ ਜੋ ਵਚਨ ਪੜ੍ਹਿਆ ਬਾਈਬਲ ਦੇ ਵਿੱਚ, ਰਸੂਲਾਂ ਦੀ ਕਿਤਾਬ ਉਹਦਾ 17 ਦੇ ਆਪਾਂ ਪੜ੍ਹਿਆ 16 ਤੋਂ ਲੈ ਕੇ 23 ਤੱਕ, ਉੱਥੇ ਇਹੀ ਗੱਲ ਹੋਈ ਕਿ ਜੋ ਪੌਲਸ ਸੀਗਾ ਪਰਮੇਸ਼ਵਰ ਦਾ ਦਾਸ, ਉਹ ਇੱਕ ਜਗ੍ਹਾ ਸੀ ਐਥੇਨੇ, ਉੱਥੇ ਆਪਣੇ ਸਾਥੀਆਂ ਦਾ ਇੰਤਜ਼ਾਰ ਕਰ ਰਿਹਾ ਸੀਗਾ। ਕਿਉਂਕਿ ਉਹਦੇ ਸਾਥੀ ਕਿਸੇ ਜਗ੍ਹਾ ਰੁਕੇ ਹੋਏ ਸੀਗੇ, ਪਿੱਛੇ ਰੁਕੇ ਹੋਏ ਸੀਗੇ, ਔਰ ਉੱਥੇ ਰੁਕਿਆ ਸੀਗਾ ਆਪਣਾ ਐਥੇਨੇ ਦੇ ਵਿੱਚ ਪੌਲਸ। ਔਰ ਪੌਲਸ ਨੇ ਜਦ ਉਸ ਜਗ੍ਹਾ ਕੇ ਦੇਖਿਆ ਤਾਂ ਉਹ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਮੂਰਤਾਂ ਸੀ, ਬਹੁਤ ਸਾਰੀਆਂ ਮੂਰਤਾਂ ਸੀਗਾ। ਔਰ ਜੋ ਇਹ ਪਰਮੇਸ਼ਰ ਦਾ ਦਾਸ ਸੀਗਾ ਸੰਤ ਪੌਲਸ, ਇਹ ਤਾਂ ਸੱਚੇ ਰੱਬ ਨੂੰ ਮੰਨਦਾ, ਸੱਚੇ ਰੱਬ ਦੇ ਉੱਪਰ ਵਿਸ਼ਵਾਸ ਕਰਦਾ ਗਾ। ਲੇਕਿਨ ਜਦ ਇਹ ਕਿਸੇ ਨੇ ਦੇਖਿਆ ਤਾਂ ਇਸਦਾ ਬਾਈਬਲ ਵਿੱਚ ਲਿਖਿਆ ਇਹਦਾ ਜੋ ਮਨ ਸੀਗਾ ਉਹ ਜਲ ਗਿਆ, ਮਤਲਬ ਬਹੁਤ ਦੁਖੀ ਹੋਇਆ, ਬਹੁਤ ਦੁਖੀ ਹੋਇਆ। ਤਾਂ ਇਸਨੇ ਲੋਕਾਂ ਨਾਲ ਗੱਲਬਾਤ ਕੀਤੀ, ਔਰ ਲੋਕਾਂ ਦੇ ਨਾਲ ਗੱਲਬਾਤ ਕੀਤੀ, ਔਰ ਗੱਲਬਾਤ ਕਰਨ ਤੋਂ ਬਾਅਦ ਉੱਥੇ ਦੇ ਲੋਕਾਂ ਨੇ ਕਾਫੀ ਵਾਦ ਵਿਵਾਦ ਕੀਤਾ ਇਹਦੇ ਨਾਲ। ਜਦ ਵਾਦ ਵਿਵਾਦ ਕੀਤਾ ਤਾਂ ਆਪਾਂ ਪੜਾਂਗੇ ਬਾਈਬਲ ਦੇ ਵਿੱਚ ਇਸ ਦਾ 17 ਦਾ, ਰਸੂਲਾਂ ਦੀ ਕਿਤਾਬ ਉਹਦਾ 17 ਦੇ ਆਏ, ਉਹਦਾ ਪੜਾਂਗੇ ਆਪਾਂ 19, 20, 21 ਸ਼ਾਂਤੀ ਨਾਲ ਪੜਿਓ। ਉਸ ਨੂੰ ਫੜ ਕੇ ਅਰੇ ਯੂਪਗੁਸ ਉੱਤੇ ਲੈ ਗਏ, ਔਰ ਬੋਲੇ ਕੀ ਅਸੀਂ ਪੁੱਛ ਸਕਦੇ ਹਾਂ ਭਈ ਉਹ ਨਵੀਂ ਸਿੱਖਿਆ ਜੋ ਤੂੰ ਦਿੰਦਾ ਹੈ ਕੀ ਹੈ? ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹੁਣ ਦੇਖੋ ਇਹ ਲੋਕ ਕਿਸੇ ਜਗ੍ਹਾ ਤੇ ਰਹਿ ਰਹੇ ਨੇ। ਜਦ ਪੌਲਸ ਨੇ ਗੱਲਾਂ ਕੀਤੀਆਂ ਤਾਂ ਜਦ ਗੱਲਾਂ ਕੀਤੀਆਂ ਤਾਂ ਉਹਨਾਂ ਨੇ ਕੀ ਕਿਹਾ? ਭਾਈ ਜਿਹੜੀ ਤੂੰ ਗੱਲਾਂ ਤੁਹਾਨੂੰ ਦੱਸ ਦਾਂਗਾ ਇਹ ਕਿਹੜੀਆਂ ਨੇ? ਨਵੀਆਂ ਸਿੱਖਿਆ। ਤੂੰ ਕਿੱਥੋਂ ਲੈ ਗਿਆ ਨਵੀਂ ਸਿੱਖਿਆ? ਭਾਈ ਤੈਨੂੰ ਨਵੀਂ ਸਿੱਖਿਆ ਕਿੱਥੋਂ ਮਿਲ ਗਈ? ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਹੋਈਆਂ ਉਹਦੇ ਨਾਲ। ਫਿਰ ਕੀ ਹੋਇਆ ਕਿ ਤੂੰ ਤਾਂ ਸਾਡੇ ਕੰਨੀ ਅਨੋਖੀਆਂ ਗੱਲਾਂ ਪਾਉਂਦਾ ਹੈ। ਦੇਖੋ, ਤੂੰ ਤਾਂ ਸਾਡੇ ਕੰਨਾਂ ਦੇ ਵਿੱਚ ਅਨੋਖੀਆਂ ਗੱਲਾਂ, ਅਨੋਖੀਆਂ ਮਤਲਬ ਕਿ ਜਿਹੜੀਆਂ ਕਦੇ ਅਸੀਂ ਸੁਣੀਆਂ ਹੀ ਨਹੀਂ, ਅਜਿਹੀਆਂ ਗੱਲਾਂ ਪਾ ਰਿਆਂਗਾ, ਅਜਿਹੀਆਂ ਗੱਲਾਂ ਤੂੰ ਪਾ ਰਿਆਂਗਾ। ਫਿਰ ਸੋ ਅਸੀਂ ਉਹਨਾਂ ਦਾ ਅਰਥ ਜਾਣਿਆ ਚਾਹੁੰਦੇ ਹਾਂ। ਮਤਲਬ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜੋ ਤੂੰ ਕੀ 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 ਕਹਿ ਰਿਹਾ ਸਾਨੂੰ, ਮਤਲਬ ਤੇਰਾ ਕਹਿਣ ਦਾ ਮਤਲਬ ਕੀ ਹੈ ਸਾਨੂੰ? ਕਿਉਂਕਿ ਇਹ ਲੋਕ ਐਸੇ ਸੀਗੇ, ਇਹਨਾਂ ਦੇ ਮਤਲਬ ਜੋ ਸ਼ਹਿਰ ਸੀਗਾ, ਜਿਸ ਜਗ੍ਹਾ ਰਹਿੰਦੇ ਸੀਗੇ, ਉੱਥੇ ਜੋ ਬਹੁਤ ਸਾਰੀਆਂ ਮੂਰਤੀਆਂ ਸੀਗੀਆਂ। ਤਾਂ ਇਸ ਪਰਮੇਸ਼ਰ ਦਾਸ ਨੇ ਉੱਥੇ ਦੇਖਿਆ ਕਿ ਜੋ ਇੱਕ ਮੂਰਤ ਸੀ, ਇੱਕ ਵੇਦੀ ਬਣੀ ਹੋਈ ਸੀ, ਉਹਦੇ ਉੱਪਰ ਲਿਖਿਆ ਸੀਗਾ ਅਣਜਾਣਾ, ਹਾਂ ਅਣਜਾਣ, ਇਹ ਅਣਜਾਤੇ ਦੇਵ ਲਈ। ਮਤਲਬ ਇਹ ਉਸ ਦੀ ਭਗਤੀ ਕਰਦੇ ਸੀਗੇ ਜਿਸ ਨੂੰ ਇਹ ਜਾਣਦੇ ਨਹੀਂ ਸੀਗੇ, ਜਿਸ ਨੂੰ ਇਹ ਜਾਣਦੇ ਨਹੀਂ ਸੀਗੇ। ਪੜ੍ਹੋ ਇੱਕ ਵਾਰ ਫਿਰ 21 ਰਹੇ। ਸਾਰੇ ਅਥੇਨੀ ਲੋਕ ਅਤੇ ਜਿਹੜੇ ਪਰਦੇਸੀ ਉੱਥੇ ਰਹਿੰਦੇ ਸਨ ਨਵੀਆਂ ਨਵੀਆਂ ਗੱਲਾਂ ਸੁਣਨ ਅਥਵਾ ਸੁਣਾਉਣ ਤੋਂ ਬਿਨਾਂ ਆਪਣਾ ਵੇਲਾ ਹੋਰ ਕਿਸੇ ਕੰਮ ਵਿੱਚ ਨਹੀਂ ਕੱਟਦੇ ਸਨ। ਹੁਣ ਦੇਖੋ ਇਹ ਲੋਕ ਐਸੇ ਲੋਕ ਸੀਗੇ ਉੱਥੇ, ਐਥੇਨੀ ਲੋਕ ਮਤਲਬ ਜੋ ਐਸੇ ਸੀਗੇ ਕਿ ਇਹ ਲੋਕ ਨਵੀਆਂ ਨਵੀਆਂ ਗੱਲਾਂ ਸੁਣਦੇ ਸੀਗੇ ਤੇ ਨਵੀਆਂ ਨਵੀਆਂ ਗੱਲਾਂ ਲੋਕਾਂ ਨੂੰ ਸੁਣਾਉਂਦੇ ਸੀਗੇ। ਇਸ ਤੋਂ ਇਲਾਵਾ ਇਹਨਾਂ ਨਾਲ ਕੋਈ ਹੋਰ ਕੰਮ ਹੀ ਨਹੀਂ ਸੀਗਾ। ਇਹ ਜਿੱਥੇ ਵੀ ਮਤਲਬ ਜੇ ਅੱਜ ਲੋਕ ਦੇਖਦੇ ਆਪਾਂ, ਅੱਜ ਲੋਕ ਕਈ ਪਿੰਡਾਂ ਦੇ ਵਿੱਚ
ਕਈ ਜਗ੍ਹਾ ਦੇ ਵਿੱਚ ਕੀ ਕਰਦੇ ਨੇ ਕਿ ਬਹੁਤ ਸਾਰੇ ਲੋਕ ਇੱਕ ਜਗ੍ਹਾ ਤੇ ਇਕੱਠੇ ਹੋਏ ਬੈਠੇ ਹੁੰਦੇ ਨੇ ਔਰ ਉਹ ਦੇਖਦੇ ਨੇ ਇਹ ਫਲਾਣਾ ਰਿਸ਼ਤੇਦਾਰ ਜਾ ਰਿਹਾ ਹੈਗਾ, ਕਿਹਦੇ ਘਰੇ ਜਾ ਰਿਹਾ ਹੈਗਾ, ਇਹ ਫਲਾਣਾ ਜਾ ਰਿਹਾ ਅੱਜ ਬਾਜ਼ਾਰ ਜਾ ਰਿਹਾ ਹੈਗਾ, ਇਹ ਕੱਲ ਤਾਂ ਬਾਜ਼ਾਰ ਜਾ ਕੇ ਆਇਆ ਹੈਗਾ। ਮਤਲਬ ਇਹਨਾਂ ਕੋਲ ਕੋਈ ਗੱਲ ਹੀ ਨਹੀਂ, ਇਹਨਾਂ ਕੋਲ ਕੋਈ ਹੋਰ ਕੰਮ ਹੀ ਨਹੀਂ। ਹੁਣ ਇਹ ਲੋਕ ਕੈਸੇ ਸੀਗੇ ਕਿ ਇਹ ਲੋਕ ਵੀ ਐਸੇ ਸੀਗੇ ਕਿ ਇਹ ਹਰ ਵਾਰ ਜਦ ਬੈਠਦੇ ਸੀਗੇ ਨਵੀਆਂ ਨਵੀਆਂ ਗੱਲਾਂ ਸੁਣਨ ਦੇ ਲਈ ਜਾਂ ਕੋਈ ਐਸੀਆਂ ਗੱਲਾਂ ਸੁਣਾਉਣ ਦੇ ਲਈ ਬੈਠਦੇ ਸੀਗੇ। ਇਸ ਤੋਂ ਇਲਾਵਾ ਇਹਨਾਂ ਨਾਲ ਕੋਈ ਹੋਰ ਕੰਮ ਹੀ ਨਹੀਂ ਸੀਗਾ, ਹੋਰ ਕੋਈ ਸਮਾਂ ਹੀ ਨਹੀਂ ਸੀਗਾ। ਔਰ ਫਿਰ ਕੀ ਹੋਇਆ, ਪੜੋ ਇਹਦੇ 23 ਦੇ ਵਿੱਚ, ਕਿਉਂ ਜੋ ਮੈਂ ਤੁਰਦੇ ਫਿਰਦੇ ਤੇ ਤੁਹਾਡੇ ਠਾਕਰਾਂ ਤੇ ਨਿਗਾਹ ਮਾਰਦਾ ਇੱਕ ਵੇਦੀ ਵੀ ਵੇਖੀ, ਹਾਂ ਜਿਹਦੇ ਉੱਤੇ ਲਿਖਿਆ ਹੋਇਆ ਸੀ ਅਣਜਾਤੇ ਦੇਵ ਲਈ। ਦੇਖੋ ਮੈਂ ਜਦ ਚੱਕਰ ਮਾਰ ਕੇ ਦੇਖਿਆ ਤੁਹਾਡੇ ਪਿੰਡ ਦੇ ਵਿੱਚ ਜਾਂ ਤੁਹਾਡੇ ਸ਼ਹਿਰ ਦੇ ਵਿੱਚ, ਔਰ ਮੈਂ ਕੀ ਦੇਖਿਆ, ਇੱਕ ਵੇਦੀ ਦੇਖੀ ਜਿਹਦੇ ਉੱਪਰ ਲਿਖਿਆ ਸੀਗਾ ਅਣਜਾਤੇ ਦੇਵ ਲਈ। ਮਤਲਬ ਜਿਸ ਦੇਵ ਨੂੰ, ਜਿਸ ਪਰਮੇਸ਼ਵਰ ਨੂੰ ਜਾਂ ਜਿਸ ਰੱਬ ਨੂੰ ਜਾਂ ਜਿਸ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਹਨੂੰ ਤੁਸੀਂ ਜਾਣਦੇ ਹੀ ਨਹੀਂ, ਤੁਸੀਂ ਤਾਂ ਬਿਨਾਂ ਜਾਣੇ ਉਹਨੂੰ ਮੰਨ ਰਹੇ ਹੋ। ਮਤਲਬ ਜਦ ਇਸਨੇ ਇਹ ਗੱਲਾਂ ਕੀਤੀਆਂ ਤਾਂ ਨਾ ਲੋਕਾਂ ਨੇ ਇੱਕ ਗੱਲ ਕਰੀ ਤੂੰ ਇਦਾਂ ਕਰ, ਸਾਡੇ ਨਾਲ ਟਾਈਮ ਬਣ ਲੈ, ਆਪਾਂ ਟਾਈਮ ਦੇ ਉੱਪਰ ਇਕੱਠੇ ਹੋ ਜਾਂਦੇ ਆ, ਫਿਰ ਤੂੰ ਸਾਨੂੰ ਆਪਣੀਆਂ ਗੱਲਾਂ ਦੱਸ, ਤੂੰ ਸਾਨੂੰ ਕੀ ਕਹਿਣਾ ਚਾਹੁੰਦਾਗਾ। ਫਿਰ ਜਦ ਉਹ ਲੋਕ ਇਦਾਂ ਹੋਈ ਗੱਲਬਾਤ ਉਹਦੇ ਨਾਲ, ਤਾਂ ਉਹ ਸਮਾਂ ਜਦ ਹੋਇਆ ਤਾਂ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਔਰ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਤਾਂ ਸੰਤ ਪੌਲਸ ਨੇ ਕੀ ਕੀਤਾ, ਉੱਥੇ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ। ਦੇਖੋ ਜਿਸ ਰੱਬ ਨੂੰ ਤੁਸੀਂ ਮੰਨਦੇ ਹੋ ਜਾਂ ਜਿਸ ਵੇਦੀ ਨੂੰ ਤੁਸੀਂ ਮੰਨਦੇ ਹੋ, ਤੁਸੀਂ ਲਿਖਿਆ ਦੇ ਉੱਪਰ ਅਣਜਾਤੇ, ਮਤਲਬ ਜਿਹਨੂੰ ਤੁਸੀਂ ਜਾਣਦੇ ਹੀ ਨਹੀਂ। ਲੇਕਿਨ ਉਹ ਪਰਮੇਸ਼ਵਰ ਕੌਣ ਹੈ? ਉਹ ਪਰਮੇਸ਼ਵਰ ਉਹ ਹੈ ਕਿ ਜੋ ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਵਸਦਾ, ਔਰ ਜਿਸ ਨੂੰ ਇਨਸਾਨ ਦੇ ਹੱਥਾਂ ਦੇ ਕੰਮਾਂ ਦੀ ਮਤਲਬ ਜ਼ਰੂਰਤ ਵੀ ਨਹੀਂ ਹੈ, ਹੱਥਾਂ ਦੇ ਸੇਵਾ ਦੀ ਜ਼ਰੂਰਤ ਨਹੀਂ ਹੈ। ਮਤਲਬ ਉਹ ਪਰਮੇਸ਼ਵਰ ਜਿਸ ਨੇ ਆਕਾਸ਼ ਬਣਾਇਆ ਗਾ, ਧਰਤੀ ਬਣਾਈ ਹੈ, ਔਰ ਜੋ ਕੁਝ ਇਹਦੇ ਵਿੱਚ ਹੈ ਉਹ ਸਭ ਕੁਝ ਬਣਾਉਣ ਵਾਲਾ ਉਹ ਪਰਮੇਸ਼ਵਰ ਹੈ। ਉਸ ਨੂੰ ਇਨਸਾਨ ਦੇ ਹੱਥਾਂ ਦੀ ਸੇਵਾ ਦੀ ਜ਼ਰੂਰਤ ਨਹੀਂ ਹੈ। ਮਤਲਬ ਜਦ ਇਹ ਗੱਲਾਂ ਦੱਸੀਆਂ ਤਾਂ ਉਸਨੇ ਦੱਸਿਆ ਕਿ ਦੇਖੋ ਉਹ ਪਰਮੇਸ਼ਵਰ ਸਭ ਨੂੰ ਪਿਆਰ ਕਰਦੇ ਨੇ, ਔਰ ਉਸਨੇ ਆਪਣਾ ਬੇਟਾ ਪ੍ਰਭੂ ਯਿਸੂ ਮਸੀਹ ਸੰਸਾਰ ਦੇ ਵਿੱਚ ਭੇਜਿਆਗਾ। ਔਰ ਸੰਸਾਰ ਦੇ ਵਿੱਚ ਭੇਜਣ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਸਾਰੇ ਜਗਤ ਦਾ ਪਾਪ ਆਪਣੇ ਉੱਪਰ ਰੱਖ ਲਿਆ। ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਮਾਰੇ ਗਏ। ਪ੍ਰਭੂ ਯਿਸੂ ਮਸੀਹ ਤੀਜੇ ਦਿਨ ਜਿੰਦਾ ਹੋ ਗਏ। ਔਰ ਜਿੰਦਾ ਹੋਣ ਤੋਂ ਬਾਅਦ ਹੁਣ ਉਸੇ ਪਰਮੇਸ਼ਵਰ ਨੇ ਉਸ ਪ੍ਰਭੂ ਯਿਸੂ ਮਸੀਹ ਨੂੰ ਇਹ ਅਧਿਕਾਰ ਦਿੱਤਾਗਾ ਕਿ ਉਹ ਕੀ ਕਰੇ, ਇਹ ਸਾਰੀ ਧਰਤੀ ਦਾ ਨਿਆਂ ਕਰੇ। ਕਿਉਂ ਨਿਆਂ ਕਰੇ? ਕਿਉਂਕਿ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜਿੰਦਾ ਹੋ ਚੁੱਕੇ ਨੇ। ਜਦ ਇਹ ਸਾਰੀਆਂ ਗੱਲਾਂ ਉਹਨਾਂ ਨੇ ਸੁਣੀਆਂ, ਔਰ ਸੁਣਨ ਤੋਂ ਬਾਅਦ ਉਹਨਾਂ ਨੇ ਕੀ ਕਿਹਾ, ਪੜਾਂਗੇ ਆਪਾਂ 32 ਦੇ ਵਿੱਚ, ਜਾਂ ਉਹਨਾਂ ਨੇ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਸੁਣੀ। ਹੁਣ ਦੇਖੋ ਸਾਰੇ ਬੋਲੋ ਹਾਲੇਲੂਇਆ। ਇੱਕ ਵਾਰ ਫਿਰ ਪੜੋ ਜੀ। ਜਾਂ ਉਹਨਾਂ ਨੇ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਸੁਣੀ। ਜਾਂ ਉਹਨਾਂ ਲੋਕਾਂ ਨੇ ਸੰਤ ਪੌਲਸ ਦੇ ਮੂੰਹੋਂ ਪ੍ਰਭੂ ਯਿਸੂ ਮਸੀਹ ਦੇ ਜੀ ਉੱਠਣ ਦੀ ਗੱਲ ਸੁਣੀ ਤਾਂ ਕਈ ਮਖੌਲ ਕਰਨ ਲੱਗੇ। ਫਿਰ ਉੱਥੇ ਜਿਹੜੇ ਬਹੁਤ ਸਾਰੇ ਲੋਕ ਸੀਗੇ ਉਹ ਕੀ ਕਰਨ ਲੱਗੇ, ਮਖੌਲ ਕਰਨ ਲੱਗੇ। ਕੀ ਗੱਲ ਕਰਨ ਕਹਿੰਦੇ ਹੋਣਗੇ, ਲੈ ਅਸੀਂ ਤਾਂ ਕਦੇ ਸੁਣਿਆ ਨਹੀਂ ਕਿ ਕਦੇ ਕੋਈ ਮੁਰਦਿਆਂ ਵਿੱਚ ਜਿੰਦਾ ਹੋਇਆ ਹੋਵੇ, ਤੂੰ ਸਾਨੂੰ ਅਨੋਖੀਆਂ ਗੱਲਾਂ ਦੱਸਣ ਲੱਗ ਗਿਆ, ਅਸੀਂ ਕਦੇ ਐਸੀ ਗੱਲਾਂ ਸੁਣੀਆਂ ਤਾਂ ਹੈ ਨਹੀਂ। ਅੱਜ ਵੀ ਦੇਖੋ ਹੀ ਗੱਲ ਹੈ, ਅਗਰ ਕਿਸੇ ਵਿਸ਼ਵਾਸੀ ਨੂੰ ਜਾ ਕੇ ਪਰਮੇਸ਼ਵਰ ਦੇ ਵਚਨ ਦੀ ਸਚਾਈ ਦੱਸੋ, ਉਹ ਕੀ ਕਹੇਗਾ, ਅਸੀਂ ਤਾਂ ਕਦੇ ਸੁਣੀਆਂ ਨਹੀਂ ਇਹ ਗੱਲਾਂ, ਸਾਡੇ ਪਾਸਟਰ ਨੇ, ਸਾਡੇ ਸੇਵਕ ਨੇ ਸਾਨੂੰ ਤਾਂ ਕਦੇ ਦੱਸਿਆ ਨਹੀਂ। ਲੇਕਿਨ ਤੁਸੀਂ ਭਾਈ ਤੁਹਾਡੀ ਸਿੱਖਿਆ ਹੀ ਹੋਰ ਹੈ, ਤੁਹਾਡੀ ਸਿੱਖਿਆ ਹੀ ਹੋਰ ਹੈ। ਇਹਨਾਂ ਨੇ ਕੀ ਕਿਹਾ, ਜਾਂ ਉਹਨਾਂ ਨੇ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਸੁਣੀ, ਹਾਂ, ਤਾਂ ਉਹ ਮਖੌਲ ਕਰਨ ਲੱਗੇ। ਤਾਂ ਕਈ ਮਖੌਲ ਕਰਨ ਲੱਗੇ। ਉੱਥੇ ਕੀ ਲਿਖਿਆ, ਉੱਥੇ ਕਈ ਮਖੌਲ ਕਰਨ ਲੱਗੇ, ਹਾਂ, ਅਤੇ ਪਰ ਹੋਰ ਨਾ ਆਖਿਆ, ਅਸੀਂ ਇਹ ਗੱਲ ਤੈਥੋਂ ਕਦੇ ਫੇਰ ਸੁਣਾਂਗੇ। ਦੇਖੋ ਕੀ ਕਿਹਾ ਭਾਈ, ਇਹ ਗੱਲ ਤੈਥੋਂ ਕਦੇ ਫੇਰ ਸੁਣਾਂਗੇ। ਹੱਸਦੇ ਸੀਗੇ, ਮਜ਼ਾਕ ਕਰਦੇ ਸੀਗੇ, ਮਖੌਲ ਕਰਦੇ ਸੀਗੇ, ਮੁਰਦਿਆਂ ਵਿੱਚ ਜਿੰਦਾ ਹੋਣਾ, ਅਨੋਖੀਆਂ ਗੱਲਾਂ ਸਾਨੂੰ ਦੱਸ ਰਿਹਾ ਤੂੰ। ਯਿਸੂ ਮਸੀਹ ਮਰ ਕੇ ਜਿੰਦਾ ਹੋ ਗਿਆ, ਉਸ ਤੋਂ ਬਾਅਦ ਫੇਰ ਆਏਗਾ, ਫੇਰ ਆ ਕੇ ਨਿਆਂ ਕਰੇਗਾ, ਔਰ ਜਿਹੜੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਨੂੰ ਨਰਕ ਵਿੱਚ ਸੁੱਟ ਦੇਗਾ। ਐਸੀਆਂ ਗੱਲਾਂ ਅਸੀਂ ਤਾਂ ਕਦੇ ਸੁਣੀਆਂ ਹੀ ਨਹੀਂ। ਅੱਜ ਵੀ ਤਾਂ ਜ਼ਿਆਦਾਤਰ ਐਸਾ ਹੀ ਹੋ ਰਿਹਾਗਾ। ਅੱਜ ਜਿਹੜੇ ਲੋਕ ਮਤਲਬ ਮਸੀਹ ਨੂੰ ਜਾਣ ਚੁੱਕੇ ਨੇ, ਅਗਰ ਉਹਨਾਂ ਨੂੰ ਕੁਛ ਐਸੀ ਗੱਲਾਂ ਦੱਸੋ ਵਚਨ ਦੀਆਂ, ਉਹਨਾਂ ਨੂੰ ਦੱਸੋ ਭਾਈ ਸੱਚਾ ਵਿਸ਼ਵਾਸ ਕਰੋ, ਸੱਚੀ ਤੋਬਾ ਕਰੋ, ਸੱਚਾ ਬਪਤਿਸਮਾ ਲਓ, ਔਰ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਲਹੂ ਨਾਲ ਸ਼ੁੱਧ ਹੋ ਜਾਓ, ਪਵਿੱਤਰ ਆਤਮਾ ਦਾਨ ਪਾਓ। ਉਹ ਲੋਕ ਕਹਿਣਗੇ ਇੰਨਾ ਕੁਛ, ਲੇਕਿਨ ਸਾਨੂੰ ਤਾਂ ਕਦੇ ਦੱਸਿਆ ਨਹੀਂ। ਅਸੀਂ ਤਾਂ ਗਏ ਸਿੱਧਾ ਪਾਣੀ ਵਿੱਚ ਡੁੱਬ ਕੇ ਬਾਹਰ ਆ ਗਏ। ਸਾਨੂੰ ਤਾਂ ਇੱਕ ਹਫ਼ਤਾ ਪਹਿਲਾਂ ਦੱਸਿਆ ਸੀਗਾ ਭਾਈ ਅਗਲੇ ਐਤਵਾਰ ਨੂੰ ਬਪਤਿਸਮੇ ਨੇ, ਆਪਣੇ ਕੱਪੜੇ ਨਾਲ ਲੈ ਕੇ ਆ ਜਾਓ। ਸਾਨੂੰ ਤਾਂ ਕੁਛ ਦੱਸਿਆ ਹੀ ਨਹੀਂ, ਤੁਸੀਂ ਸਾਨੂੰ ਨਵੀਆਂ ਗੱਲਾਂ ਦੱਸ ਰਹੇ ਹੋ। ਜ਼ਿਆਦਾਤਰ ਇਨਸਾਨ ਦੇ ਜੀਵਨ ਦੇ ਵਿੱਚ ਇਹੀ ਗੱਲ ਹੁੰਦੀ ਹੈ, ਜ਼ਿਆਦਾਤਰ ਇਨਸਾਨ ਦੇ ਜੀਵਨ ਦੇ ਵਿੱਚ ਇਹੀ ਗੱਲ ਹੁੰਦੀ ਹੈ। ਔਰ ਇਹਨਾਂ ਨੇ ਕੀ ਕਿਹਾ ਸੀਗਾ, ਬਸ ਠੀਕ ਆ, ਹੁਣ ਕਦੇ ਫੇਰ ਆਈ ਸਾਡੇ ਲਵੇ, ਕਦੇ ਫੇਰ ਸਮਾਂ ਕੱਢੀ, ਅਸੀਂ ਫੇਰ ਤੇਰੀ ਸੁਣਾਂਗੇ, ਅਸੀਂ ਫੇਰ ਤੇਰੀ ਸੁਣਾਂਗੇ। ਤੇ ਫਿਰ ਕੀ ਹੋਇਆ, ਪੌਲਸ ਉੱਥੋਂ ਚਲਾ ਗਿਆ। ਔਰ ਬਾਈਬਲ ਦੇ ਵਿੱਚ ਲਿਖਿਆ ਗਾ ਕਿ ਉੱਥੇ ਕਈ ਲੋਕ ਸੀਗੇ,
ਕਈ ਔਰਤਾਂ ਨੇ ਉਹਦੇ ਉੱਪਰ ਕੀ ਕੀਤਾ? ਵਿਸ਼ਵਾਸ ਕੀਤਾ। ਵਿਸ਼ਵਾਸ ਕੀਤਾ। ਦੇਖੋ ਸਾਰੇ ਲੋਕ ਪਰਮੇਸ਼ਵਰ ਦੇ ਵਚਨ ਨੂੰ ਸੁਣ ਕੇ ਅਣਸੁਣਿਆ ਨਹੀਂ ਕਰਦੇ, ਲੇਕਿਨ ਬਹੁਤੇ ਲੋਕ ਇਸ ਵਚਨ ਦੇ ਉੱਪਰ ਵਿਸ਼ਵਾਸ ਵੀ ਕਰਦੇ ਨੇ। ਲੇਕਿਨ ਬਹੁਤੇ ਲੋਕ ਐਸੇ ਨੇ ਕਿ ਉਹ ਪਰਮੇਸ਼ਵਰ ਦੇ ਵਚਨ ਨੂੰ ਸੁਣ ਕੇ ਉਸ ਦਾ ਮਜ਼ਾਕ ਕਰਦੇ ਨੇ, ਉਸ ਦਾ ਠੱਠਾ ਕਰਦੇ ਨੇ। ਪਰ ਲਿਖਿਆ ਬਾਈਬਲ ਦੇ ਵਿੱਚ ਰਸੂਲਾਂ ਦੇ ਕਰਤੱਵ ਉਹਦਾ 24 ਅਧਿਆਇ, ਸਾਰੇ ਬੋਲੋ ਹਾਲੇਲੂਇਆ। ਇੱਥੇ ਕੀ ਹੋਇਆ ਕਿ ਸੰਤ ਪੌਲਸ ਸੀ, ਉਹ ਤਾਂ ਜੇਲ੍ਹ ਦੇ ਵਿੱਚ ਬੰਦੀ ਬਣਿਆ ਹੋਇਆ ਸੀਗਾ, ਕੈਦੀ ਬਣਿਆ ਸੀਗਾ, ਲੇਕਿਨ ਉੱਥੇ ਇੱਕ ਇਨਸਾਨ ਸੀਗਾ ਫੇਲਿਕਸ, ਜੋ ਸੰਤ ਪੌਲਸ ਦੀ ਨਿਗਰਾਨੀ ਦੇ ਵਿੱਚ ਸੀਗਾ। ਪਰ ਜਦੋਂ ਨਿਗਰਾਨੀ ਦੇ ਵਿੱਚ ਸੀਗਾ ਤਾਂ ਸੰਤ ਪੌਲਸ ਜਦ ਜੇਲ੍ਹ ਦੇ ਵਿੱਚ ਹੈ, ਜਦ ਬੰਦੀਖਾਨੇ ਦੇ ਵਿੱਚ ਹੈ, ਤਾਂ ਜੋ ਫੇਲਿਕਸ ਨਾਮ ਦਾ ਇਨਸਾਨ ਸੀਗਾ, ਜੋ ਉਸ ਟਾਈਮ ਉਹਦੀ ਨਿਗਰਾਨੀ ਕਰਦਾ ਸੀਗਾ, ਔਰ ਉਹ ਕੀ ਹੋਇਆ, ਉਹਦੇ ਕੋਲ ਆਇਆ। ਪਰ ਕਿਵੇਂ ਆਇਆ ਆਪਾਂ ਦੇਖਾਂਗੇ ਰਸੂਲਾਂ ਦੇ ਕਰਤੱਵ ਉਹਦਾ 24 ਦੇ ਉਹਦਾ 24 ਤੇ 25। ਪਰ ਕਈਆਂ ਦਿਨਾਂ ਪਿੱਛੋਂ ਫੇਲਿਕਸ ਆਪਣੀ ਪਤਨੀ ਦਰੂਸਿਲਸ ਨੇ ਜਿਹੜੇ ਯਹੂਦਨ ਸੀ ਆਇਆ ਅਤੇ ਪੌਲਸ ਨੂੰ ਬੁਲਵਾ ਕੇ ਮਸੀਹ ਯੀਸ਼ੂ ਦੇ ਉੱਤੇ ਨਿਹਚਾ ਕਰਨ ਦੇ ਵਿਖੇ ਉਸ ਤੋਂ ਸੁਣਿਆ। ਦੇਖੋ ਇਹ ਹੁਣ ਜਦ ਜੇਲਰ ਹੈ, ਜਦ ਕੋਈ ਐਸਾ ਅਫਸਰ ਹੈ, ਉਸ ਨੇ ਕੀ ਕੀਤਾ? ਉਹ ਤਾਂ ਜਾਣਦਾ ਸੀਗਾ ਪੌਲਸ ਬਾਰੇ। ਪੌਲਸ ਉਹਦੀ ਜੇਲ੍ਹ ਦੇ ਵਿੱਚ ਸੀਗਾ, ਉਹਦੇ ਥੱਲੇ ਸੀਗਾ, ਬੰਦੀਖਾਨੇ ਵਿੱਚ ਸੀਗਾ। ਔਰ ਉਸ ਫੇਲਿਕਸ ਇਨਸਾਨ ਨੇ ਕੀ ਕਰਿਆ? ਆਪਣੀ ਪਤਨੀ ਨੂੰ ਬੁਲਾਇਆ ਔਰ ਉਸ ਨੂੰ ਲੈ ਕੇ ਪੌਲਸ ਕੋਲ ਚਲਾ ਗਿਆ। ਔਰ ਪੌਲਸ ਨੂੰ ਕੀ ਕਿਹਾ? ਭਰਾਵਾ, ਅਸੀਂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਾਂਗੇ, ਲੇਕਿਨ ਸਾਨੂੰ ਕੁਝ ਦੱਸ, ਸਾਨੂੰ ਕੁਝ ਦੱਸ। ਔਰ ਕੀ ਹੋਇਆ ਫਿਰ? ਜਾਂ ਉਹ ਧਰਮ ਅਤੇ ਸੰਜਮ ਅਤੇ ਹੋਣ ਵਾਲੀ ਅਦਾਲਤ ਦੇ ਵਿਖੇ। ਹਾਂ ਦੇਖੋ, ਜਾਂ ਪੌਲਸ ਨੇ ਗੱਲ ਕਰਨੀ ਸ਼ੁਰੂ ਕੀਤੀ। ਕਿਹੜੀ ਗੱਲ? ਧਰਮ ਮਤਲਬ ਆਗਿਆਕਾਰੀ ਦੀ ਗੱਲ, ਸੰਯਮ ਮਤਲਬ ਸਹਿਨਸ਼ੀਲਤਾ ਆ ਗਈ। ਫਿਰ ਤੇ ਹੋਣ ਵਾਲੀ ਅਦਾਲਤ ਦੇ ਵਿਖੇ। ਹੋਣ ਵਾਲੀ ਅਦਾਲਤ ਮਤਲਬ ਕਿਹੜੀ? ਕਿ ਜਦ ਪ੍ਰਭੂ ਯਿਸੂ ਮਸੀਹ ਨੇ ਇਹ ਸਾਰੇ ਜਗਤ ਦਾ ਨਿਆਂ ਕਰਨਾਗਾ, ਜਦ ਉਹ ਗੱਲ ਕਰਨੀ ਸ਼ੁਰੂ ਪ੍ਰਭੂ ਯਿਸੂ ਮਸੀਹ ਦੇ ਬਾਰੇ ਕੀਤੀ ਉਹਨੇ, ਸੰਤ ਪੌਲਸ ਨੇ ਕਿਹੜੀ ਕਿਹੜੀ ਗੱਲ ਸੀ? ਇੱਕ ਧਰਮ ਮਤਲਬ ਆਗਿਆਕਾਰੀ ਦੀ ਗੱਲ, ਫਿਰ ਸੰਯਮ ਮਤਲਬ ਸਹਿਨਸ਼ੀਲਤਾ ਬਾਰੇ ਜੋ ਮਤਲਬ ਦੱਸਿਆ ਬਾਈਬਲ ਦੇ ਵਿੱਚ, ਉਹਦੇ ਬਾਰੇ ਦੱਸਣੀ ਸ਼ੁਰੂ ਕੀਤੀ। ਫਿਰ ਕੀ ਲਿਖਿਆਗਾ? ਅਤੇ ਹੋਣ ਵਾਲੀ ਅਦਾਲਤ ਦੇ ਵਿਖੇ ਵਚਨ ਸੁਣਾ ਰਿਹਾ। ਹਾਂ, ਹੋਣ ਵਾਲੀ ਅਦਾਲਤ ਮਤਲਬ ਪ੍ਰਭੂ ਯਿਸੂ ਮਸੀਹ ਆਣਗੇ ਔਰ ਉਹ ਕੀ ਕਰਨਗੇ? ਕਿ ਨਿਆਂ ਕਰਨਗੇ। ਮਤਲਬ ਪ੍ਰਭੂ ਯਿਸੂ ਮਸੀਹ ਇੱਕ ਆਪਣੀ ਅਦਾਲਤ ਲਾਉਣਗੇ, ਜਿਹਦੇ ਵਿੱਚ ਅਦਾਲਤ ਵਿੱਚ ਸਾਰੇ ਲੋਕ, ਗੁਨੇਗਾਰ ਲੋਕ, ਧਰਮੀ ਲੋਕ ਖੜੇ ਹੋ ਜਾਣਗੇ। ਇਹ ਅਦਾਲਤ ਬਾਰੇ ਜਦ ਉਹ ਦੱਸ ਰਿਹਾਗਾ, ਉਹ ਵਚਨ ਦੱਸ ਰਿਹਾਗਾ, ਫਿਰ ਕੀ ਹੋਇਆ? ਤਾਂ ਫੇਲਿਕਸ ਨੇ ਭੈ ਖਾਧਾ। ਦੇਖੋ ਫੇਲਿਕਸ ਨਾਮ ਦਾ ਇਨਸਾਨ ਸੀ ਜੋ ਡਰ ਗਿਆ ਸੁਣ ਕੇ। ਹੈ ਆਗਿਆਕਾਰੀ ਕਰਨੀ ਪੈਂਦੀ ਹੈ। ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਾਂਗਾ ਤਾਂ ਆਗਿਆਕਾਰੀ ਕਰਨੀ ਪਊਗੀ। ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਾਂਗਾ ਤੇ ਸਹਿਨਸ਼ੀਲਤਾ ਰੱਖਣੀ ਪਊਗੀ। ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਾਂਗਾ ਮਤਲਬ ਪ੍ਰਭੂ ਯਿਸੂ ਮਸੀਹ ਦਾ ਨਿਆਂ ਕਰਨਗੇ। ਜਦ ਇਹ ਗੱਲਾਂ ਸੁਣੀਆਂ ਤਾਂ ਕੀ ਹੋਗਾ? ਉਹ ਤਾਂ ਭੈ ਖਾਧਾ, ਮਤਲਬ ਡਰ ਗਿਆ ਉਹ ਤਾਂ। ਅੱਛਾ ਡਰਿਆ, ਫਿਰ ਕੀ ਹੋਇਆ? ਅਤੇ ਉੱਤਰ ਦਿੱਤਾ, ਉਹਨੇ ਉੱਤਰ ਦਿੱਤਾ, ਭਾਈ ਐਤਕੀ ਤੂੰ ਜਾ, ਹਾਂ, ਫੇਰ ਵੇਲ ਪਾ ਕੇ ਤੈਨੂੰ ਬੁਲਾਵਾਂਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਕੀ ਕਿਹਾ? ਭਾਈ ਐਤਕੀ ਤੂੰ ਜਾ, ਫਿਰ ਵੇਲ ਪਾ ਕੇ ਤੈਨੂੰ ਬੁਲਾਵਾਂਗਾ। ਹੁਣ ਦੇਖੋ ਇਹ ਕੀ ਚਾਹੁੰਦਾ ਸੀਗਾ? ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ, ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ ਚਾਹੁੰਦਾ ਸੀਗਾ। ਲੇਕਿਨ ਦੇਖੋ ਕੀ ਕਿਹਾ ਕਿ ਜਦ ਪਰਮੇਸ਼ਵਰ ਦੇ ਦਾਸ ਨੇ ਉਹ ਸੱਚਾਈ ਦੇ ਬਚਨ ਇਸ ਨੂੰ ਸੁਣਾਉਣੇ ਸ਼ੁਰੂ ਕੀਤੇ, ਜਦ ਸੱਚਾਈ ਦੇ ਬਚਨ ਇਸ ਨੂੰ ਦੱਸਣੇ ਸ਼ੁਰੂ ਕੀਤੇ ਤਾਂ ਕੀ ਹੋਇਆ? ਜਦ ਸੁਣਿਆ ਆਗਿਆਕਾਰੀ, ਜਦ ਸੁਣਿਆ ਸਹਿਨਸ਼ੀਲਤਾ, ਜਦ ਸੁਣਿਆ ਕਿ ਪ੍ਰਭੂ ਯਿਸੂ ਮਸੀਹ ਆਪਣੀ ਅਦਾਲਤ ਲਾਉਣਗੇ ਔਰ ਅਦਾਲਤ ਵਿੱਚ ਜਿੰਨੇ ਵੀ ਮਤਲਬ ਲੋਕ ਨੇ ਉਹ ਸਾਰੇ ਲੋਕ ਅਦਾਲਤ ਵਿੱਚ ਖੜੇ ਹੋ ਜਾਣਗੇ, ਤਾਂ ਫੇਲਿਕਸ ਦਾ ਨਾਮ ਦਾ ਇਨਸਾਨ ਕੀ ਹੋਗਾ? ਡਰ ਗਿਆ। ਔਰ ਡਰ ਗਿਆ ਤਾਂ ਕੀ ਕਹਿ ਰਿਹਾਗਾ? ਭਾਈ ਐਤਕੀ ਤੂੰ ਜਾ, ਮੈਂ ਫਿਰ ਸਮਾਂ ਕੱਢਾਂਗਾ, ਵਿਹਲਾ ਹੋ ਕੇ ਤੈਨੂੰ ਬੁਲਾਊਂਗਾ ਮੈਂ। ਦੇਖੋ ਪਰਮੇਸ਼ਵਰ ਦੇ ਵਚਨ ਸੁਣਨ ਦੇ ਵਿੱਚ ਕੀ ਲੱਗੇ? ਉਹਨੂੰ ਕੰਨਾਂ ਦੇ ਵਿੱਚ ਖੁਜਲੀ ਸ਼ੁਰੂ ਹੋ ਗਈ। ਆਗਿਆਕਾਰੀ ਕਰਨੀ ਪੈਂਦੀ ਹੈ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣ ਦੇ ਲਈ। ਮਤਲਬ ਸਭ ਕੁਝ ਛੱਡਣਾ ਪੈਂਦਾ ਹੈਗਾ, ਸੰਸਾਰ ਛੱਡਣਾ ਪੈਂਦਾ ਹੈਗਾ, ਰਿਸ਼ਤੇਦਾਰੀ ਛੱਡਣੀ ਪੈਂਦੀ ਹੈ, ਬਰਾਦਰੀ ਛੱਡਣੀ ਪੈਂਦੀ ਹੈ, ਸਮਾਜ ਛੱਡਣਾ ਪੈਂਦਾ ਹੈਗਾ, ਗੰਦੇ ਗੀਤਾਂ ਉੱਪਰ ਨੱਚਣਾ ਛੱਡਣਾ ਪੈਂਦਾ ਹੈਗਾ, ਗੰਦੀਆਂ ਫਿਲਮਾਂ ਦੇ ਉੱਪਰ ਮਤਲਬ ਡਾਂਸ ਕਰਨਾ ਉਹ ਛੱਡਣਾ ਪੈਂਦਾ ਹੈਗਾ, ਟੀਵੀ ਦੇਖਣੇ ਬੰਦ ਕਰਨੇ ਪੈਂਦੇ ਨੇ। ਇਹ ਸਾਰੀਆਂ ਗੱਲਾਂ ਮੰਨਣੀਆਂ ਪੈਣਗੀਆਂ। ਤਾਂ ਕੀ ਹੋਇਆ? ਕੰਨਾਂ ਵਿੱਚ ਖੁਜਲੀ ਸ਼ੁਰੂ ਹੋ ਗਈ, ਕੰਨਾਂ ਵਿੱਚ ਖੁਜਲੀ ਸ਼ੁਰੂ ਹੋ ਗਈ। ਇਸ ਕਰਕੇ ਭਰਾਵਾ ਤੂੰ ਜਾ, ਤੂੰ ਜਾ ਹੁਣ, ਫਿਰ ਕਦੇ ਟਾਈਮ ਕੱਢੂੰਗਾ, ਫਿਰ ਕਦੇ ਟਾਈਮ ਕੱਢਾਂਗੇ ਤਾਂ ਫਿਰ ਦੇਖਾਂਗੇ ਕੀ ਹੁੰਦਾਗਾ। ਹੁਣ ਦੀ ਵਾਰ ਤੂੰ ਜਾ। ਅੱਜ ਵੀ ਯਾਤਰਾ ਇਸ ਤਰ੍ਹਾਂ ਹੀ ਹੁੰਦਾਗਾ। ਹੁਣ ਉਹ ਦੇਖੋ ਅਥੈਨੀ ਕਲੀਸ ਲੋਕ, ਅਥੈਨੀ ਜਗ੍ਹਾ ਦੇ ਲੋਕ ਉਹ ਵੀ ਤਾਂ ਇਹ ਕਹਿ ਰਹੇ ਨੇ ਤੂੰ ਹੁਣ ਜਾ ਭਾਈ, ਬਾਅਦ 'ਚ ਗੱਲ ਕਰਾਂਗੇ ਤੇਰੇ ਨਾਲ।
ਤੂੰ ਕੀ ਕਹਿਣਾ ਚਾਹੁੰਦਾਗਾ? ਲੋਕਾਂ ਨੇ ਮਜ਼ਾਕ ਕੀਤਾ ਉਹਦਾ, ਮਜ਼ਾਕ ਕੀਤਾ ਉਹਦਾ ਲੋਕਾਂ ਨੇ। ਅੱਜ ਵੀ ਜ਼ਿਆਦਾਤਰ ਇਹੀ ਕੰਮ ਹੁੰਦਾ ਗਾ। ਅਗਰ ਕੋਈ ਇਨਸਾਨ ਸੱਚਾਈ ਨਾਲ, ਆਤਮਾ ਨਾਲ ਪਰਮੇਸ਼ਵਰ ਦੇ ਵਚਨ ਦੱਸਦਾ ਗਾ ਤਾਂ ਇਨਸਾਨ ਨੂੰ ਕੀ ਹੁੰਦਾ ਗਾ? ਹਾਸਾ ਆਉਂਦਾ ਉਹਦੇ ਉੱਪਰ। ਉਹਦੇ ਉੱਪਰ ਉਹ ਕੀ ਕਹਿੰਦਾ ਗਾ? ਇਹ ਗੱਲਾਂ ਅਸੀਂ ਕਦੇ ਵੀ ਨਹੀਂ ਸੁਣੀਆਂ ਜਿਹੜੀਆਂ ਤੂੰ ਦੱਸ ਰਿਹਾ ਗਾ। ਕਿਉਂ? ਕਿਉਂਕਿ ਕੰਨਾਂ ਦੇ ਵਿੱਚ ਖੁਜਲੀ ਸ਼ੁਰੂ ਹੋ ਗਈ ਉਹਦੇ। ਇਹ ਵਚਨ ਕੀ ਲੱਗਦੇ ਨੇ ਇਨਸਾਨ ਨੂੰ? ਮਿੱਠੇ ਲੱਗਦੇ ਨੇ ਸੁਣਨ ਦੇ ਵਿੱਚ, ਬੋਲਣ ਦੇ ਵਿੱਚ। ਜੇ ਆਗਿਆਕਾਰੀ ਕਰਨੀ ਪੈ ਜੇ ਤੇ ਫਿਰ ਇਨਸਾਨ ਨੂੰ ਕੌੜੇ ਲੱਗਦੇ ਨੇ, ਫਿਰ ਉਹਦਾ ਪੇਟ ਕੌੜਾ ਹੋ ਜਾਂਦਾ ਗਾ। ਜਦ ਕਿ ਪੇਟ ਦੇ ਵਿੱਚ ਕੋਈ ਜੀਭ ਨਹੀਂ ਹੈ, ਕੋਈ ਜ਼ੁਬਾਨ ਨਹੀਂ ਹੈ। ਕਿਉਂਕਿ ਜਦੋਂ ਇਨਸਾਨ ਕੁਝ ਖਾਂਦਾ ਗਾ ਉਹਦਾ ਟੇਸਟ ਉਹਦੀ ਜ਼ੁਬਾਨ ਦਿੰਦੀ ਹੈ, ਲੇਕਿਨ ਪੇਟ ਦੇ ਵਿੱਚ ਕਿਹੜੀ ਜ਼ੁਬਾਨ ਹੈ ਕਿ ਜਿਹੜੀ ਟੇਸਟ ਦੇਵੇ? ਲੇਕਿਨ ਜਦ ਆਗਿਆਕਾਰੀ ਕਰਨੀ ਪੈਂਦੀ ਹੈ ਇਨਸਾਨ ਨੂੰ, ਉਦੋਂ ਔਖਾ ਲੱਗਦਾ ਗਾ। ਦੁੱਧ ਦੇਈ ਜਾਓ ਇਨਸਾਨ ਨੂੰ ਤਾਂ ਇਨਸਾਨ ਬਹੁਤ ਖੁਸ਼ ਹੈ। ਉਸ ਨੂੰ ਕਿਸੇ ਵੀ ਗੱਲ ਤੋਂ ਨਾ ਰੋਕੋ, ਨਾ ਟੀਵੀ ਤੋਂ ਰੋਕੋ, ਨਾ ਗੰਦੇ ਗੀਤਾਂ ਉੱਪਰ ਨੱਚਣ ਤੋਂ ਰੋਕੋ, ਨਾ ਫਿਲਮਾਂ ਤੋਂ ਰੋਕਣ, ਨਾ ਲੜਾਈ ਝਗੜਾ ਕਰਨ ਤੋਂ ਰੋਕੋ, ਨਾ ਨਿੰਦਿਆ ਚੁਗਲੀ ਕਰਨ ਤੋਂ ਰੋਕੋ, ਨਾ ਝੂਠ ਸਫਾਨ ਬੋਲਣ ਤੋਂ ਰੋਕੋ, ਕੁਛ ਵੀ ਕਰਨ ਤੋਂ ਨਾ ਰੋਕੋ। ਔਰ ਕਹੀ ਜਾਓ ਵੀ ਚਲੋ ਬੰਦਗੀ ਵਿੱਚ ਆਈ ਜਾਓ, ਤਾਂ ਇਨਸਾਨ ਨੂੰ ਬਹੁਤ ਸੌਖਾ ਲੱਗਦਾ ਗਾ। ਕਿਉਂ? ਕਿਉਂਕਿ ਦੁੱਧ ਮਿਲਦਾ ਗਾ, ਦੁੱਧ ਮਿਲਦਾ ਗਾ, ਮਿੱਠਾ ਮਿੱਠਾ ਲੱਗਦਾ ਗਾ ਉਦੋਂ। ਲੇਕਿਨ ਜਦ ਸਹੀ ਇਸ ਵਿੱਚ ਪਰਮੇਸ਼ਰ ਦਾ ਵਚਨ ਤਲਵਾਰ ਬਣ ਕੇ ਚੱਲਦਾ ਗਾ ਇਨਸਾਨ ਦੇ ਜੀਵਨ ਦੇ ਉੱਪਰ, ਤਾਂ ਉਸ ਨੂੰ ਜ਼ਖਮੀ ਕਰ ਦਿੰਦਾ ਗਾ। ਤੇ ਉਹੀ ਤਲਵਾਰ ਇਨਸਾਨ ਕਦੇ ਵੀ ਖੜਨਾ ਨਹੀਂ ਚਾਹੁੰਦਾ ਤਲਵਾਰ ਦੇ ਸਾਹਮਣੇ, ਉਸ ਵਚਨ ਦੇ ਸਾਹਮਣੇ ਕਦੇ ਉਹ ਖੜਨਾ ਨਹੀਂ ਚਾਹੁੰਦਾ। ਫਿਰ ਜਦ ਇੱਕ ਵਚਨ ਸ਼ੀਸ਼ੇ ਦੇ ਨਹੀਂ ਕੰਮ ਕਰਦਾ ਗਾ ਇਨਸਾਨ ਦੇ ਜੀਵਨ ਦੇ ਵਿੱਚ, ਤਾਂ ਇਨਸਾਨ ਕੀ ਕਰਦਾ ਗਾ? ਸ਼ੀਸ਼ੇ ਨੂੰ ਤੋੜਨਾ ਸ਼ੁਰੂ ਕਰ ਦਿੰਦਾ ਗਾ। ਜਿਸ ਇਨਸਾਨ ਨੇ ਉਹਦੇ ਸਾਹਮਣੇ ਸ਼ੀਸ਼ਾ ਲਿਆਂਦਾ ਗਾ ਉਸ ਇਨਸਾਨ ਨੂੰ ਛੱਡ ਕੇ ਉਹ ਚਲਾ ਜਾਂਦਾ ਗਾ। ਕਿਉਂ? ਕਿਉਂਕਿ ਉਹ ਆਪਣੇ ਆਪ ਨੂੰ ਦੇਖ ਕੇ ਡਰ ਜਾਂਦਾ ਗਾ। ਹੈ ਮੈਂ ਐਸਾ ਗਾ, ਮੇਰਾ ਜੀਵਨ ਐਸਾ ਗਾ, ਮੇਰੀਆਂ ਗੱਲਾਂ ਐਸੀਆਂ ਨੇ। ਤਾਂ ਇਨਸਾਨ ਆਪਣੇ ਆਪ ਨੂੰ ਦੇਖ ਕੇ ਪਰਮੇਸ਼ਵਰ ਦੇ ਵਚਨ ਦੇ ਸਾਹਮਣੇ ਉਹ ਡਰ ਜਾਂਦਾ ਗਾ। ਜਦ ਡਰ ਜਾਂਦਾ ਗਾ ਫਿਰ ਦੁਬਾਰਾ ਉਹ ਵਚਨ ਦੇ ਸਾਹਮਣੇ, ਮਤਲਬ ਸ਼ੀਸ਼ੇ ਦੇ ਸਾਹਮਣੇ ਨਹੀਂ ਆਉਂਦਾ। ਅੱਜ ਜ਼ਿਆਦਾਤਰ ਲੋਕਾਂ ਦਾ ਜੀਵਨ ਐਸਾ ਹੋ ਚੁੱਕਿਆ ਗਾ। ਅੱਜ ਜ਼ਿਆਦਾਤਰ ਲੋਕ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਜੀਵਨ ਜੀਂਦਾ ਦੇਖ ਕੇ ਖੁਸ਼ ਨੇ, ਕਿਉਂਕਿ ਪ੍ਰਭੂ ਯਿਸੂ ਮਸੀਹ ਉਹ ਆਉਣ ਵਾਲੇ ਨੇ। ਲੇਕਿਨ ਉਹਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਇਨਸਾਨ ਨੂੰ ਬਹੁਤ ਔਖਾ ਲੱਗ ਰਿਹਾ ਗਾ। ਉਹਨਾਂ ਲੋਕਾਂ ਨੇ ਕੀ ਕਿਹਾ? ਫੈਲਿਕਸ ਨੇ ਕੀ ਕਿਹਾ? ਕੋਈ ਗੱਲ ਨਹੀਂ ਭਰਾਵਾ, ਫੇਰ ਆਈ ਕਦੇ। ਇੰਨੀਆਂ ਗੱਲਾਂ ਤੂੰ ਦੱਸ ਰਿਹਾ ਸਾਨੂੰ ਮਸੀਹ ਦੇ ਬਾਰੇ, ਇੰਨੀਆਂ ਗੱਲਾਂ ਦੱਸ ਰਿਹਾ ਤੂੰ ਆਗਿਆਕਾਰੀ ਦੇ ਬਾਰੇ, ਅਸੀਂ ਨਹੀਂ ਕਰ ਸਕਦੇ। ਤੂੰ ਫੇਰ ਆਈ ਕਦੇ, ਸਮਾਂ ਕੱਢ ਕੇ ਫੇਰ ਗੱਲ ਕਰਾਂਗੇ। ਐਥੇਨੀ ਲੋਕਾਂ ਨੇ ਕੀ ਕੀਤਾ? ਉਹਨਾਂ ਨੇ ਇਹ ਗੱਲ ਕਹੀ, ਮਖੌਲ ਕੀਤਾ, ਮੁਰਦਿਆਂ ਵਿੱਚੋਂ ਜੀ ਉੱਠਿਆ, ਨਿਆਂ ਕਰੇਗਾ? ਕੋਈ ਨਹੀਂ, ਫੇਰ ਆਈ ਕਦੇ, ਫੇਰ ਗੱਲ ਕਰਾਂਗੇ। ਅੱਜ ਵੀ ਜ਼ਿਆਦਾਤਰ ਵਿਸ਼ਵਾਸੀ ਲੋਕ ਇਹ ਕੰਮ ਕਰਦੇ ਨੇ। ਆਪਣੇ ਜੋ ਆਤਮਾ ਸੱਚਾਈ ਨਾਲ ਸੇਵਕ ਸਿਖਾਉਂਦਾ ਗਾ, ਜੋ ਆਤਮਾ ਸੱਚਾਈ ਨਾਲ ਚੱਲਦਾ ਗਾ, ਅੱਜ ਉਸ ਨੂੰ ਛੱਡ ਦਿੰਦੇ ਨੇ। ਔਰ ਐਸੇ ਸੇਵਕ ਲੱਭਦੇ ਨੇ ਕਿ ਜੋ ਉਸ ਦੇ ਲਈ ਮਤਲਬ ਸਿਰਫ ਔਰ ਸਿਰਫ ਦੁੱਧ ਲੈ ਕੇ ਆਉਣ। ਉਹਨਾਂ ਨੂੰ ਜ਼ਰੂਰਤ ਨਹੀਂ ਹੈ ਅੰਨ ਦੀ, ਉਹਨਾਂ ਨੂੰ ਜ਼ਰੂਰਤ ਨਹੀਂ ਹੈ ਕਿ ਉਹਨਾਂ ਨੂੰ ਕੁਛ ਮਤਲਬ ਸਖਤ ਭੋਜਨ ਦਿੱਤਾ ਜਾਏ, ਲੇਕਿਨ ਉਹ ਲੋਕ ਦੁੱਧ ਉੱਪਰ ਲੱਗੇ ਹੋਏ ਨੇ। ਇਹ ਸਮਾਂ ਕਿਹੜਾ ਗਾ? ਕਿਸ ਸਮੇਂ ਵਿੱਚ ਚੱਲ ਰਹੇ ਹੋ? ਉਹ ਸਮੇਂ ਨੂੰ ਦੇਖੋ, ਪਰਮੇਸ਼ਵਰ ਦੇ ਵਚਨ ਨੂੰ ਦੇਖੋ, ਕਿਉਂਕਿ ਪਰਮੇਸ਼ਵਰ ਦੇ ਵਚਨ ਦੇ ਜਿੰਨਾ ਕੁਛ ਲਿਖਿਆ ਗਾ ਉਹ ਸਾਰਾ ਕੁਛ ਪੂਰਾ ਹੋ ਚੁੱਕਿਆ ਗਾ। ਉਹ ਸਾਰਾ ਕੁਛ ਪੂਰਾ ਹੋ ਚੁੱਕਿਆ ਗਾ। ਕਦੋਂ ਮਸੀਹ ਦਾ ਵਿਰੋਧੀ ਖੜਾ ਹੋ ਜਾਏ ਉਹਦੇ ਬਾਰੇ ਆਪਾਂ ਨਹੀਂ ਕੁਛ ਕਹਿ ਸਕਦੇ, ਲੇਕਿਨ ਉਸ ਤੋਂ ਪਹਿਲਾਂ ਆਪਣੇ ਆਪ ਨੂੰ ਤਿਆਰ ਕਰੋ, ਤਿਆਰ ਕਰੋ ਆਪਣੇ ਆਪ ਨੂੰ, ਕਿਉਂਕਿ ਪ੍ਰਭੂ ਯਿਸੂ ਮਸੀਹ ਆਉਣ ਵਾਲੇ ਨੇ। ਔਰ ਪ੍ਰਭੂ ਯਿਸੂ ਮਸੀਹ ਦੇ ਨਾਲ ਆਪਾਂ ਸਵਰਗ ਵਿੱਚ ਚਲੇ ਜਾਈਏ। ਆਓ ਆਪਾਂ ਸਾਰੇ ਆਪਣੀਆਂ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਉਂਦੇ ਹਾਂ। ਔਰ ਕੋਈ ਵੀ ਜਨ ਆਪਣੀ ਅੱਖ ਨਹੀਂ ਖੋਲੇਗਾ, ਕਿਉਂਕਿ ਪਰਮੇਸ਼ਵਰ ਉਹ ਸਾਡੇ ਵਿਚਕਾਰ ਨੇ। ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਸਾਡੇ ਵਿਚਕਾਰ ਹੈ। ਆਪਣੇ ਆਪ ਨੂੰ ਸਵਾਲ ਕਰੋ ਕਿ ਮੇਰੇ ਜੀਵਨ ਦੇ ਵਿੱਚ ਐਸਾ ਤਾਂ ਨਹੀਂ ਕਿ ਅਗਰ ਕਦੇ ਮੈਨੂੰ ਵਚਨ ਸੱਚਾਈ ਦੇ ਮਿਲਦੇ ਨੇ, ਅਗਰ ਕਦੇ ਮੇਰੀ ਵਚਨਾਂ ਦੇ ਦੁਆਰਾ ਤਾੜਨਾ ਹੁੰਦੀ ਹੈ, ਅਗਰ ਵਚਨਾਂ ਦੇ ਦੁਆਰਾ ਮੈਨੂੰ ਸਿਖਾਇਆ ਜਾਂਦਾ ਗਾ, ਕਿਤੇ ਮੇਰੇ ਕੰਨਾਂ ਦੇ ਵਿੱਚ ਖੁਜਲੀ ਤਾਂ ਨਹੀਂ ਹੋਣ ਲੱਗ ਜਾਂਦੀ? ਕਿਤੇ ਮੇਰੇ ਕੰਨ ਉਹ ਖਰੀ ਸਿੱਖਿਆ ਨੂੰ ਸੁਣਨ ਤੋਂ ਇਨਕਾਰ ਤਾਂ ਨਹੀਂ ਕਰਦੇ? ਕਦੇ ਮੈਂ ਪਰਮੇਸ਼ਵਰ ਦੇ ਵਚਨ ਦੇ ਖਿਲਾਫ ਤਾਂ ਨਹੀਂ ਜਾਂਦਾ? ਕਦੇ ਮੈਂ ਤਾਂ ਨਹੀਂ ਕਹਿੰਦਾ ਕੋਈ ਗੱਲ ਨਹੀਂ ਪਾਸਟਰ ਸਾਹਿਬ, ਕੋਈ ਗੱਲ ਨਹੀਂ ਸੇਵਕ ਜੀ, ਤੁਸੀਂ ਫੇਰ ਕਦੇ ਆਇਓ, ਅੱਜ ਸਮਾਂ ਨਹੀਂ ਛੱਡ ਲਵੇ, ਕਦੇ ਫੇਰ ਸੁਣਾਂਗੇ ਤੁਹਾਡੀ? ਅਗਰ ਐਸਾ ਲੱਗਦਾ ਗਾ, ਅਗਰ ਐਸਾ ਲੱਗਦਾ ਗਾ ਕਿ ਐਸੀਆਂ ਗੱਲਾਂ ਜੀਵਨ ਦੇ ਵਿੱਚ ਨੇ, ਔਰ ਪਰਮੇਸ਼ਵਰ ਦੇ ਵਚਨ ਨੂੰ ਸੁਣਨਾ ਨਹੀਂ ਚਾਹੁੰਦੇ, ਔਰ ਪਰਮੇਸ਼ਵਰ ਦੇ ਦਾਸ ਨੂੰ ਸਮਾਂ ਨਹੀਂ ਦੇਣਾ ਚਾਹੁੰਦੇ, ਤਾਂ ਅੱਜ ਸਮਾਂ ਹੈ ਆਪਣੀ ਗਲਤੀਆਂ ਨੂੰ ਮੰਨ ਲਓ, ਪਰਮੇਸ਼ਵਰ ਅੱਗੇ ਤੋਬਾ ਕਰੋ, ਔਰ ਪਰਮੇਸ਼ਵਰ ਤੁਹਾਡੇ ਤੇ ਰਹਿਮ ਕਰ ਦੇਣਾ। ਕਿਉਂਕਿ ਪ੍ਰਭੂ ਯਿਸੂ ਮਸੀਹ ਬਹੁਤ ਜਲਦੀ ਆ ਰਹੇ ਨੇ ਇਸ ਧਰਤੀ ਦਾ ਨਿਆਂ ਕਰਨ ਦੇ ਲਈ।
ਧਰਤੀ ਉੱਪਰ ਜਿੰਨੇ ਲੋਕ ਨੇ ਸਾਰੇ ਲੋਕ ਉਸ ਅਦਾਲਤ ਵਿੱਚ ਖੜੇ ਹੋਣਗੇ ਜੋ ਅਦਾਲਤ ਪ੍ਰਭੂ ਯਿਸੂ ਮਸੀਹ ਲਗਾਉਣ ਵਾਲੇ ਨੇ। ਔਰ ਉਸ ਅਦਾਲਤ ਵਿੱਚ ਪ੍ਰਭੂ ਯਿਸੂ ਮਸੀਹ ਜੱਜ ਨੇ, ਪ੍ਰਭੂ ਯਿਸੂ ਮਸੀਹ ਵਕੀਲ ਨੇ। ਲੇਕਿਨ ਉੱਥੇ ਕੋਈ ਕਿਸੇ ਦੀ ਸੁਣਵਾਈ ਨਹੀਂ, ਸਿਰਫ ਔਰ ਸਿਰਫ ਉੱਥੇ ਵਚਨ ਦੇ ਅਨੁਸਾਰ ਫੈਸਲਾ, ਵਚਨ ਦੇ ਅਨੁਸਾਰ ਫੈਸਲਾ। ਉੱਥੇ ਕੋਈ ਰਿਸ਼ਵਤ ਨਹੀਂ, ਉੱਥੇ ਕੋਈ ਸਿਫਾਰਿਸ਼ ਨਹੀਂ, ਲੇਕਿਨ ਉੱਥੇ ਇੱਕੋ ਹੀ ਗੱਲ ਹੋਏਗੀ, ਫੈਸਲਾ। ਕੀ ਉਹ ਫੈਸਲਾ ਤੁਹਾਡੇ ਪੱਖ ਵਿੱਚ ਹੈ? ਕੀ ਉਹ ਫੈਸਲਾ ਤੁਹਾਡੇ ਪੱਖ ਵਿੱਚ ਹੈ ਜਾਂ ਤੁਹਾਡੇ ਵਿਰੋਧ ਵਿੱਚ ਹੈ? ਇਹ ਤੁਸੀਂ ਆਪ ਦੇਖਣਾਗਾ, ਇਹ ਤੁਸੀਂ ਆਪ ਜਾਚਣਾਗਾ। ਇਸ ਵਚਨ ਦੇ ਦੁਆਰਾ ਪਰਮੇਸ਼ਰ ਸਭ ਨੂੰ ਆਸ਼ੀਸ਼ ਦੇਣ। ਇਸ ਵਚਨ ਦੀ ਆਸ਼ੀਸ਼ ਨਾਲ ਪਰਮੇਸ਼ਰ ਸਭ ਨੂੰ ਆਸ਼ੀਸ਼ਿਤ ਕਰਨ। ਥੈਂਕ ਯੂ ਲਾਰਡ।